ਸਾਰੇ ਫੇਸਬੁੱਕ ਚਰਚਾ ਦੇ ਅੱਜ ਦੇ ਇਸ ਪ੍ਰੋਗਰਾਮ ਜਿਹੜਾ ਕਿ 44ਵਾਂ ਐਪੀਸੋਡ ਹੈ, ਬੜੇ ਇਹੋ ਜਿਹੇ ਹਾਲਾਤਾਂ 'ਚ ਜਦੋਂ ਦਿੱਲੀ 'ਚ ਕਹਿਰ ਦੀ ਠੰਡ ਪੈ ਰਹੀ ਹੈ ਤੇ ਲੱਖਾਂ ਸਾਡੇ ਭੈਣ ਭਰਾ, ਬੀਬੀਆਂ, ਬੱਚੇ, ਬਜ਼ੁਰਗ, ਨੌਜਵਾਨ ਏਕਤਾ ਦਾ ਸਬੂਤ ਦਿੰਦੇ ਹੋਏ, ਯੂਨਿਟੀ ਦਿਖਾਉਂਦੇ ਹੋਏ ਇੱਕ ਹਿਸਟੋਰੀਕਲ ਇਵੈਂਟ ਵਾਂਗੂ ਉਹਦੇ 'ਚ ਜੁੜੇ ਹੋਏ ਨੇ। ਸੋ ਅਸੀਂ ਇੱਥੇ ਦੂਰ ਦੁਰਾਡੇ 7 ਸਮੁੰਦਰੋਂ ਪਾਰ ਬੈਠੇ, ਸਾਡੇ ਸਭ ਦੇ ਦਿਲਾਂ 'ਚ ਉਬਾਲੇ ਆਉਂਦੇ ਹਨ ਕਿ ਅਸੀਂ ਕਿਵੇਂ ਯੋਗਦਾਨ ਪਾਈਏ। ਸੋ ਦਰਸ਼ਕਾਂ ਅੱਗੇ ਬੇਨਤੀ ਹੈ ਕਿ ਜਿਵੇਂ ਮਰਜ਼ੀ ਅਸੀਂ ਆਪਣਾ ਰੋਲ ਅਦਾ ਕਰੀਏ। ਇਸ ਫੇਸਬੁੱਕ ਦੇ ਚਰਚਾ ਪ੍ਰੋਗਰਾਮ ਰਾਹੀਂ ਅੱਜ ਜਿਹੜੇ ਭੈਣ ਭਰਾ ਜੁੜੇ ਹਨ, ਆਓ ਸਾਰੇ ਜਾਣੇ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਤਾਂ ਕਿ ਭੈਣ ਭਰਾਵਾਂ ਦੀ ਆਵਾਜ਼ ਸਭ ਤਾਈਂ ਪਹੁੰਚੇ। ਇਸ ਪ੍ਰੋਗਰਾਮ ਨੂੰ ਅੱਜ ਤੁਹਾਡੇ ਤੱਕ ਪਹੁੰਚਾਉਣ ਲਈ ਬੜੀ ਮਿਹਨਤ ਤੋਂ ਬਾਅਦ ਬਹੁਤ ਮਸ਼ਹੂਰ ਸ਼ਖਸੀਅਤਾਂ ਸ਼ਾਮਲ ਨੇ। ਮੇਰੇ ਨਾਲ ਕੋ-ਹੋਸਟ ਕਰਨ ਲਈ ਮੇਰੀ ਛੋਟੀ ਭੈਣ, ਪੰਜਾਬ ਦੀ ਧੀ, ਸਾਡੀ ਬੱਚੀ ਗੁਰਮਹਿਕ ਕੌਰ ਸੇਖੋਂ ਘੁਮਾਣ ਯੂਟਾ ਤੋਂ ਹਨ। ਮੈਂ ਕੋਈ 1 ਮਹੀਨਾ ਪਹਿਲਾਂ ਜਦੋਂ ਅਸੀਂ ਯੂਟਾ 'ਚ ਰੈਲੀ ਕੀਤੀ ਤਾਂ ਬਹੁਤ ਪ੍ਰਭਾਵਿਤ ਹੋਇਆ ਕਿ ਮੈਂ ਇੱਕ ਐਸੀ ਸ਼ਖਸੀਅਤ ਨੂੰ ਅਚਾਨਕ ਮਿਲਿਆ ਜਿਸ ਦੇ ਆਉਣ ਨਾਲ ਬਹੁਤ ਸਾਰੇ ਮੇਰੀਆਂ ਆਪਣੀਆਂ ਕੋਸ਼ਿਸ਼ਾਂ ਦੇ ਵਿੱਚ ਇੱਕ ਨਵਾਂ ਰੰਗ ਆ ਗਿਆ। ਤੇ ਮੈਂ ਆਪਦੀ ਛੋਟੀ ਭੈਣ, ਸਾਡੀ ਬੱਚੀ ਗੁਰਮਹਿਕ ਕੌਰ ਸੇਖੋਂ ਨੂੰ ਇਸ ਪ੍ਰੋਗਰਾਮ ਵਿੱਚ ਵੈਲਕਮ ਕਰਦਾ ਹਾਂ ਤੇ ਅੱਜ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਪ੍ਰੋਗਰਾਮ ਹੋਸਟ ਕਰਨ। ਥੈਂਕ ਯੂ ਸੋ ਮਚ ਮਨਮੋਹਨ ਭਾਜੀ। ਆਈ ਐਮ ਔਨਰਡ ਕਿ ਤੁਸੀਂ ਮੈਨੂੰ ਇਹਦੇ ਨਾਲ ਜੁੜਨ ਦਾ ਮੌਕਾ ਦਿੱਤਾ। ਤੁਸੀਂ ਬਹੁਤ ਵਾਰੀ ਸੁਣਿਆ ਹੋਣਾ ਹੈ ਕਿ ਤੁਸੀਂ ਪੰਜਾਬੀ ਨੂੰ ਤਾਂ ਪੰਜਾਬ 'ਚੋਂ ਕੱਢ ਸਕਦੇ ਹੋ, ਪਰ ਪੰਜਾਬ ਵਿੱਚੋਂ ਪੰਜਾਬੀ ਨੂੰ ਨਹੀਂ ਕੱਢ ਸਕਦੇ। ਰਾਈਟ ਤੁਸੀਂ ਮੈਂ ਹੁਣ ਇਹ ਕਹਿੰਦੀ ਹਾਂ ਕਿ ਜਿੱਦਣ ਸਾਡੇ ਬਜ਼ੁਰਗ ਲੋਕ ਆਪਣੇ ਪਿੰਡਾਂ ਤੋਂ ਤੁਰ ਪਏ ਸੀਗੇ, ਸਸਤੇ ਸਸਤੇ ਸਾਈਕਲ ਲੈ ਕੇ ਤੁਰ ਪਏ ਸੀਗੇ, ਜੇ ਉਦਣ ਵੀ ਅਸੀਂ ਚੁੱਪ ਬਹਿ ਜਾਂਦੇ, ਜੇ ਹੁਣ ਅਸੀਂ ਚੁੱਪ ਬਹਿ ਜਾਂਦੇ, ਅਸੀਂ ਆਪਣੇ ਘਰੇ ਬਹਿ ਜਾਂਦੇ, ਤਾਂ ਫਿਰ ਫਿੱਟ ਲਾਂਤ ਸੀ ਸਾਡੇ ਤੇ ਇਹੀ ਰੀਜ਼ਨ ਹੈ ਕਿ ਮੈਂ ਤੁਹਾਡੇ ਨਾਲ ਜੁੜ ਗਈ, ਇਹੀ ਰੀਜ਼ਨ ਹੈ ਮੈਂ ਇਸ ਚੈਨਲ ਨਾਲ ਜੁੜ ਗਈ ਤੇ ਆਈ ਐਮ ਵੈਰੀ ਵੈਰੀ ਔਨਰਡ। ਹਾਂ ਗੁਰਮਹਿਕ, ਦੇਖੋ ਤੁਸੀਂ ਉਸ ਦਿਨ 250 ਦੇ ਕਰੀਬ ਯੂਟਾ ਦੇ ਛੋਟੀ ਜਿਹੀ ਕਮਿਊਨਿਟੀ ਦੇ ਵਿੱਚੋਂ ਤੇ ਤਕਰੀਬਨ 25 ਸਪੀਕਰਸ ਨੇ ਭਾਗ ਲਿਆ, ਪਰ ਤੁਸੀਂ ਉਸ ਦਿਨ ਬਹੁਤ ਸੋਹਣੇ ਤਰੀਕੇ ਨਾਲ ਪ੍ਰੋਗਰਾਮ ਨੂੰ ਹੋਸਟ ਕੀਤਾ ਤੇ ਸਾਰਿਆਂ ਨੂੰ ਆਰਗੇਨਾਈਜ਼ ਕੀਤਾ। ਤੁਹਾਡੀ ਜਿਹੜੀ ਪੰਜਾਬੀਅਤ ਹੈ ਤੇ ਜਿਸ ਤਰ੍ਹਾਂ ਪੰਜਾਬੀ ਚੋਂ ਪੰਜਾਬੀਅਤ ਕੱਢਣੀ ਪੋਸੀਬਲ ਨਹੀਂ ਗਈ ਸਾਡੇ ਬਲੱਡ ਸਟਰੀਮ 'ਚ, ਇਹੀ ਸਾਡੀ ਆਪਣੀ ਮਿੱਟੀ ਦਾ ਮੋਹ ਹੈ ਤੇ ਇਹੀ ਸਾਡੀ ਆਪਣੀ ਮਿੱਟੀ ਦੇ ਨਾਲ ਸਾਡਾ ਫਰਜ਼ ਵੀ ਹੈ ਤੇ ਸਾਡਾ ਅੱਜ ਕੱਲ੍ਹ ਦੀ ਏਕਤਾ ਦੇ ਵਿੱਚ ਇਸ ਨੂੰ ਸਗੋਂ ਇੱਕ ਸੇਧ ਦੇਣ ਵਾਸਤੇ ਇਸ 'ਚੋਂ ਅਸੀਂ ਇੰਟਲੈਕਚੁਅਲੀ ਤੇ ਇਹਦੇ ਵਿੱਚੋਂ ਅਸੀਂ ਕੱਢ ਕੇ ਤਾਂ ਕਿ ਸਾਡੀਆਂ ਪੁਰਾਣੀਆਂ ਕੀਤੀਆਂ ਹੋਈਆਂ ਇਤਿਹਾਸ ਦੀਆਂ ਗਲਤੀਆਂ ਨੂੰ ਅਸੀਂ ਨਾ ਦੁਹਰਾਈਏ। ਉਹਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਸਾਰੇ ਰਲ ਕੇ ਇੱਕ ਆਵਾਜ਼ ਬੁਲੰਦ ਹੋ ਕੇ ਅੱਜ ਦਿੱਲੀ ਦੇ ਅੱਗੇ ਦੀਵਾਰ ਵਾਂਗੂ ਪਹਿਲਾਂ ਖੜੇ ਹੋਏ ਹਾਂ ਤੇ ਅੱਗੇ ਵਾਸਤੇ ਵੀ ਅਸੀਂ ਇਹੋ ਜਿਹੀ ਚਟਾਨ, ਇਹੋ ਜਿਹਾ ਫੌਲਾਦ ਬਣੀਏ ਤਾਂ ਕਿ ਸਾਤੋਂ ਹਰ ਕੋਈ, ਭਾਵੇਂ ਅਸੀਂ 2% ਹਾਂ, ਪਰ ਅਸੀਂ ਆਪਣੀ ਆਵਾਜ਼ ਨੂੰ ਅੱਗੇ ਵਧਾਉਣ ਲਈ, ਇੱਕ ਤੂਫਾਨ ਦਾ ਰੂਪ ਧਾਰਨ ਕਰਨ ਲਈ, ਇਨਸਾਨੀਅਤ ਵਾਸਤੇ, ਸੱਚ ਵਾਸਤੇ ਹਮੇਸ਼ਾ ਖੜੀਏ। ਬਿਲਕੁਲ, ਪੂਰੀ ਤਰ੍ਹਾਂ ਸਹਿਮਤ ਹਾਂ ਤੁਹਾਡੇ ਨਾਲ। ਤੇ ਹੁਣ ਮੈਨੂੰ ਹੋਸਟ ਤਾਂ ਤੁਸੀਂ ਸੌਂਪ ਦਿੱਤਾ, ਤਾਂ ਲੈਟ ਮੀ ਇੰਟਰੋਡਿਊਸ ਜਿਹੜੇ ਸਾਡੇ ਅੱਜ ਦੇ ਗੈਸਟ ਨੇ। ਰਣਜੀਤ ਗਿੱਲ, ਆਲਸੋ ਨੋਨ ਐਜ਼ ਕੁੱਕੀ ਗਿੱਲ। ਇਹਨਾਂ ਦੀ ਇੰਟਰੋਡਕਸ਼ਨ ਐਕਚੁਅਲੀ ਮੈਂ ਪਾਸ ਬੈਕ ਕਰਨ ਲੱਗੀ ਹਾਂ ਮਨਮੋਹਨ ਭਾਜੀ ਕੋਲੇ, ਬਿਕਾਜ਼ ਹੀ ਨੋਜ਼ ਹਿਮ ਫਰੋਮ ਅ ਵੈਰੀ ਲੌਂਗ ਟਾਈਮ। ਮੇਰੀ ਕੱਲ੍ਹ ਮੁਲਾਕਾਤ ਹੋਈ ਹੈ, ਬਟ ਹੀ ਨੋਜ਼ ਹਿਮ ਫਰੋਮ ਅ ਵੈਰੀ ਲੌਂਗ ਟਾਈਮ। ਤਾਂ ਇਹ ਬਹੁਤ ਅੱਛੀ ਤਰ੍ਹਾਂ ਤੁਹਾਨੂੰ ਇੰਟਰੋਡਿਊਸ ਕਰਾ ਸਕਦੇ ਹਾਂ, ਪੂਰੀ ਡੀਪਲੀ ਉਹਨਾਂ ਦੇ ਸਾਰੀ ਅਚੀਵਮੈਂਟਸ ਬਾਰੇ ਦੱਸ ਸਕਦੇ ਹਾਂ, ਉਹਨਾਂ ਦੀ ਬੈਕਗਰਾਊਂਡ ਵੀ। ਮਨਮੋਹਨ ਭਾਜੀ ਪਲੀਜ਼। ਸਭ ਤੋਂ ਪਹਿਲਾਂ ਆਓ ਅਸੀਂ ਰਣਜੀਤ ਸਿੰਘ ਗਿੱਲ ਕੁੱਕੀ ਜੀ ਦੇ ਦਰਸ਼ਨ ਕਰੀਏ ਤੇ ਉਹਨਾਂ ਨੂੰ ਪ੍ਰੋਗਰਾਮ ਵਿੱਚ ਜੀ ਆਇਆਂ ਕਹੀਏ। ਥੈਂਕ ਯੂ ਵੀਰ ਜੀ, ਤੁਸੀਂ ਲੁਧਿਆਣੇ 'ਚ ਬੈਠੇ ਹੋ, ਕਾਫੀ ਅਰਲੀ ਸਵੇਰ ਹੈ ਤੁਹਾਡੇ ਕੋਲ, ਮਾਰਨਿੰਗ। ਹਾਂ ਇਟਸ ਓਕੇ ਯਾਰ। ਅਸੀਂ, ਸਾਡੀ ਕੋਈ 40 ਸਾਲ ਪੁਰਾਣੀ ਸਾਂਝ ਹੈ ਪੰਜਾਬ ਦੇ ਵਿੱਚ। ਜਦੋਂ
ਕੈਰੋ ਨੇ ਐਗਰੀਕਲਚਰਲ ਯੂਨੀਵਰਸਿਟੀ ਦਾ ਬੁਨਿਆਦ ਰੱਖੀ ਤਾਂ ਬਹੁਤ ਸਾਰੇ ਸੁਚੱਜੇ ਤੇ ਸੋਹਣੇ ਐਡਮਿਨਿਸਟ੍ਰੇਟਰਸ ਆਏ, ਜਿਨ੍ਹਾਂ 'ਚ ਕਈ ਨਾਂ ਉੱਭਰ ਕੇ ਆਏ। ਐਗਰੀਕਲਚਰ ਯੂਨੀਵਰਸਿਟੀ ਦਾ ਰੋਲ ਬਹੁਤ ਵਧੀਆ ਰਿਹਾ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਲਿਆਉਣ ਵਿੱਚ। ਪੜ੍ਹੇ ਲਿਖੇ ਸਾਇੰਟਿਸਟ ਅਮਰੀਕਾ ਤੋਂ, ਯੂਨੀਵਰਸਿਟੀਆਂ 'ਚੋਂ ਬਾਹਰੋਂ ਉਸ ਵੇਲੇ PhD ਕਰਕੇ ਜਿਹੜੇ ਆਏ ਲੁਧਿਆਣੇ, ਉਹਨਾਂ ਨੇ ਐਗਰੀਕਲਚਰ ਯੂਨੀਵਰਸਿਟੀ 'ਚ ਆ ਕੇ ਇੱਕ ਪੰਜਾਬ ਦੇ ਵਿੱਚ, ਇੱਕ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਇੱਕ ਮੋਨੂਮੈਂਟ ਪੇਸ਼ ਕਰ ਦਿੱਤਾ, ਜਿਹੜਾ ਕਿ ਵਰਲਡ ਲੈਵਲ ਦਾ ਸੀ। ਉਹਦੇ ਵਿੱਚ ਚਲਦੇ ਚਲਦੇ ਅੱਗੇ ਮੈਂ ਬਾਈਪਾਸ ਛੇਤੀ ਕਰਨਾ ਚਾਹੁੰਦਾ। ਬਹੁਤ ਮਸ਼ਹੂਰ ਨਾਂ ਆ ਡਾਕਟਰ ਖੇਮ ਸਿੰਘ ਜੀ ਗਿੱਲ, ਜਿਨ੍ਹਾਂ ਦੀਆਂ ਕਣਕ ਦੀਆਂ ਵੈਰਾਈਟੀਆਂ, ਕਿੰਨੀਆਂ ਹੋਰ ਵੈਰਾਈਟੀਆਂ, ਵਰਲਡ ਲੈਵਲ ਦੇ ਸਾਇੰਟਿਸਟ ਸੀਗੇ। ਬੜੇ ਅਫਸੋਸ ਦੀ ਗੱਲ ਹੈ ਕਿ ਪਿਛਲੇ ਸਾਲ ਉਹ ਐਕਸਪਾਇਰ ਹੋ ਗਏ। ਤੇ ਰਣਜੀਤ ਸਿੰਘ ਜੀ ਗਿੱਲ ਉਹਨਾਂ ਦੇ 2 ਨੰਬਰ ਤੇ, ਉਹਨਾਂ ਦੇ 2 ਬੱਚਿਆਂ ਚੋਂ ਉਹਨਾਂ ਦੇ ਬੇਟੇ ਨੇ। ਮੇਰੇ ਤੋਂ ਇੱਕ ਕਲਾਸ ਪਿੱਛੇ ਯੂਨੀਵਰਸਿਟੀ 'ਚ ਪੜ੍ਹੇ ਨੇ। 1978 ਤੋਂ ਲੈ ਕੇ ਇਹ 1983 ਤੱਕ ਪੜ੍ਹੇ ਹੋਣੇ ਮੇਰੇ ਖਿਆਲ, ਜੇ ਮੈਂ ਗਲਤ ਨਹੀਂ ਤਾਂ। ਤੇ ਇਹਨਾਂ ਨੇ ਬੈਚਲਰ ਕੀਤੀ ਤੇ ਪੜ੍ਹਾਈ ਵਿੱਚ। ਤੇ ਇੱਕ ਹੈਂਡਸਮ ਬੱਚਾ ਜਦੋਂ ਉੱਥੇ ਆਉਂਦਾ ਸੀਗਾ, ਸਭ ਨੂੰ ਪਤਾ ਸੀਗਾ ਕਿਉਂਕਿ ਉਦੋਂ ਫਾਦਰ ਇਹਨਾਂ ਦੇ ਡੀਨ ਸੀਗੇ, ਪਰ ਇਹਨਾਂ ਦੀ ਆਪਣੀ ਪਛਾਣ ਸੀਗੀ ਕਿਉਂਕਿ ਹਰ ਇੱਕ ਗੇਮ 'ਚ ਸੀਗੇ ਇਹ, ਤੇ ਸਮਾਰਟ ਲੁੱਕ ਇਹਨਾਂ ਦੀ ਉਸ ਵੇਲੇ। ਤੇ ਬਾਅਦ ਵਿੱਚ ਇਹਨਾਂ ਨੇ ਸ਼ਾਇਦ ਮਾਸਟਰਸ ਜਦੋਂ ਕੀਤੀ ਹੈ ਜੈਨੇਟਿਕਸ 'ਚ, ਉਹਦੇ 'ਚ 골ਡ ਮੈਡਲਿਸਟ ਨੇ। ਇਹਨਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਸ ਤੋਂ ਬਾਅਦ ਦੀਆਂ, ਉਹਦੇ ਬਾਰੇ ਤਾਂ ਆਪਾਂ ਬਾਅਦ 'ਚ ਗੱਲ ਕਰਦੇ ਹੀ ਹਾਂ, ਪਰ ਇਹਨਾਂ ਦਾ ਬਹੁਤ ਵਧੀਆ ਤੇ ਬੜਾ ਉੱਭਰਵਾਂ ਇੱਕ ਸਮਾਰਟ ਬੱਚੇ ਦੇ ਨਾਂ ਤੇ ਇਹਨਾਂ ਦੀ ਆਪਦੀ ਪਛਾਣ ਸੀਗੀ। ਇਹ 1978 ਤੋਂ 1982-83 ਦਾ ਐਰਾ ਜਿਹਦੀ ਮੈਂ ਗੱਲ ਕਰ ਰਿਹਾ। ਵੀਰ ਜੀ ਕੁਕੀਜ਼, ਮੈਨੂੰ ਉਹ ਦਿਨ ਬਹੁਤ ਯਾਦ ਨੇ ਜਦੋਂ ਤੁਸੀਂ ਯੂਨੀਵਰਸਿਟੀ ਦੀ, ਮੇਰੇ ਖਿਆਲ ਹਾਕੀ ਟੀਮ 'ਚ ਵੀ ਸੀਗੇ ਤੁਸੀਂ। ਹਾਂਜੀ ਹਾਂਜੀ। ਹਾਂ, ਤੁਸੀਂ ਆਪਦੇ ਬਾਰੇ ਥੋੜੀ ਬਹੁਤੀ ਇੰਟਰੋਡਕਸ਼ਨ ਐਡ ਕਰੋ। ਮੈਂ ਹਾਕੀ 3 ਸਾਲ PAU ਲਈ ਖੇਡਿਆ ਹੈਗਾ, ਅਪ ਟਿਲ ਦਾ ਆਲ ਇੰਡੀਆ ਲੈਵਲ। ਤੇ ਫਿਰ ਮੈਂ ਇੰਡੀਆ ਲਈ ਮੈਂ ਇੱਕ ਵਾਰੀ ਖੇਡਿਆ ਹੈਗਾ ਅਗੇਂਸਟ ਜਰਮਨੀ ਇਨ ਅੰਮ੍ਰਿਤਸਰ। ਤੇ ਇੰਟਰ ਯੂਨੀਵਰਸਿਟੀ ਲਈ ਵੀ ਮੈਨੂੰ ਕਾਲ ਕੀਤੀ ਗਈ ਸੀ, ਪਰ ਘਰਦਿਆਂ 'ਚ ਆਪਣੇ ਹੁੰਦਾ ਵੀ ਪੜ੍ਹਨਾ ਜ਼ਿਆਦਾ ਜ਼ਰੂਰੀ ਆ, ਸੋ ਆਈ ਵਾਜ਼ ਨਾਟ ਅਲਾਊਡ ਟੂ ਗੋ ਦੇਅਰ। ਬਾਕੀ ਯੂਨੀਵਰਸਿਟੀ ਬਹੁਤਾ ਟਾਈਮ ਜਾਂ ਤਾਂ ਕਲਾਸਾਂ 'ਚ ਲੰਘਦਾ ਸੀ ਜਾਂ ਰੌਕ ਗਾਰਡਨ ਤੇ ਬਹਿ ਗਏ, ਐਂ ਟਾਈਮ ਲੰਘ ਜਾਂਦਾ ਸੀ, ਪਰ ਬੇਫਿਕਰ ਸੀਗੇ ਆਲੇ ਦੁਆਲੇ ਤੋਂ ਬਿਲਕੁਲ। ਮੈਂ ਤੁਸੀਂ ਕੀ ਕਹੋਗੇ? ਭਾਜੀ ਕੱਲ ਮੇਰੀ, ਕਿਉਂਕਿ ਭਾਜੀ ਤੁਹਾਡੇ ਨਾਲ ਕੱਲ ਪਹਿਲੀ ਵਾਰੀ ਗੱਲ ਮੇਰੀ ਹੋਈ ਹੈ, ਤਾਂ ਮੈਂ ਤੁਹਾਨੂੰ ਕੱਲ ਵੀ ਇਹ ਗੱਲ ਕਹੀ ਸੀ ਕਿ 2 ਸਾਲ ਪਹਿਲਾਂ ਜਦੋਂ ਮੈਂ ਆਮਿਰ ਖਾਨ ਦੀ ਡਾਕੂਮੈਂਟਰੀ ਦੇਖੀ ਸੀ, ਤਾਂ ਤੁਹਾਨੂੰ ਉਹਦੇ ਵਿੱਚ ਪਹਿਲੀ ਵਾਰੀ ਦੇਖਿਆ ਸੀਗਾ। ਮੈਂ ਨਹੀਂ ਸੋਚਿਆ ਸੀ ਕਦੇ ਵੀ ਲਾਈਫ ਦੇ ਵਿੱਚ ਕਿ ਇੱਦਾਂ ਤੁਹਾਡੇ ਨਾਲ ਰੂਬਰੂ ਹੋਣ ਦਾ ਮੈਨੂੰ ਮੌਕਾ ਮਿਲੇਗਾ। ਤੇ ਮੈਂ ਬਹੁਤ ਹੀ ਆਨਰਡ ਫੀਲ ਕਰਦੀ ਹਾਂ ਕਿ ਤੁਹਾਡੇ ਨਾਲ ਗੱਲ ਕਰਨ ਦਾ ਮੈਨੂੰ ਮੌਕਾ ਮਿਲਿਆ। ਤੇ ਜਦੋਂ ਮੈਨੂੰ ਇਹ ਮੌਕਾ ਮਿਲਿਆ ਤਾਂ ਮੈਨੂੰ ਜ਼ਿਆਦਾ ਨਹੀਂ ਸੀ ਪਤਾ, ਐਕਸੈਪਟ ਫॉर ਜਿਹੜੀ ਮੈਂ ਡਾਕੂਮੈਂਟਰੀ ਦੇਖੀ ਸੀ। ਤਾਂ ਮੈਂ ਆਪਣੇ ਸਾਰੇ ਫਰੈਂਡਸ ਨੂੰ ਰੀਚ ਆਊਟ ਕੀਤਾ ਐਂਡ ਸਰਪ੍ਰਾਈਜ਼ਿੰਗਲੀ ਬਹੁਤ ਆਲਮੋਸਟ ਜਿਨ੍ਹਾਂ ਨੂੰ ਵੀ ਮੈਂ ਰੀਚ ਆਊਟ ਕੀਤਾ, ਸਾਰਿਆਂ ਨੂੰ ਤੁਹਾਡਾ ਬਹੁਤ ਅੱਛੀ ਤਰ੍ਹਾਂ ਪਤਾ ਸੀਗਾ। ਤੇ ਉਹਦੇ ਵਿੱਚੋਂ ਇੱਕ ਗੱਲ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਉਹ ਹੈ ਕਿ ਮੇਰੇ ਇੱਕ ਪੁਰਾਣੇ ਕਲਾਸਮੇਟ ਨੇ, ਹਰਸਿਮਰਨਜੀਤ ਸਿੰਘ ਫੁਲਕਾ ਉਹਨਾਂ ਦਾ ਨਾਮ ਹੈ, ਤੇ ਉਹ ਕੈਨੇਡਾ ਦੇ ਨੇ ਇਸ ਟਾਈਮ ਤੇ। ਉਹਨਾਂ ਨੇ ਮੈਨੂੰ ਇੱਕ ਟੈਕਸਟ ਕੀਤਾ ਤੁਹਾਡੇ ਬਾਰੇ, ਜੋ ਉਹਨਾਂ ਨੇ ਕਿਹਾ, ਹੀ ਸੈਡ, ਉਹ ਕਹਿੰਦੇ ਆ ਕਿ he is much more of a practical person, an everyday person like you and me, who took upon the battle for a call from within, not influence from outside. And I agreed, like I totally replicated ਜੋ ਕਹਿ ਰਹੇ ਸੀ, ਮੇਰੀ exact same feelings ਸੀਗੀਆਂ। ਤੇ ਫਿਰ ਮੈਂ ਤੁਹਾਨੂੰ ਇੱਕ ਹੋਰ ਕੁਐਸਚਨ ਪੁੱਛਿਆ ਕਿ ਤੁਸੀਂ, ਇਹ ਥੋੜਾ ਜਿਹਾ ਕੰਟਰੋਵਰਸ਼ੀਅਲ ਟੌਪਿਕ ਹੈ, ਸੋ ਤੁਹਾਡੀ ਬੈਕਗਰਾਊਂਡ ਨਾਲ ਰਿਲੇਟਡ ਹੈ, ਅਵੰਤਿਕਾ ਮਾਖਨ ਨਾਲ। ਮੈਂ ਤੁਹਾਨੂੰ ਪੁੱਛਿਆ ਕਿ ਤੁਸੀਂ ਉਹਨਾਂ ਦੀ ਕੈਂਪੇਨ ਵਿੱਚ, ਉਹਨਾਂ ਦੇ ਹਸਬੈਂਡ ਦੀ ਕੈਂਪੇਨ ਵਿੱਚ ਹੈਲਪ ਕੀਤੀ ਸੀਗੀ ਹਰਿਆਣੇ ਦੇ ਵਿੱਚ, ਤਾਂ ਤੁਸੀਂ ਬੜੀ ਲਾਈਕ ਸਿੰਪਲਿਸਿਟੀ ਨਾਲ ਮੈਨੂੰ ਦੱਸਿਆ ਕਿ ਮੈਂ ਗਿਆ ਤਾਂ ਨਹੀਂ ਸੀ, ਪਰ ਮੈਂ ਸਾਰੇ ਸਿੱਖਾਂ ਨੂੰ ਬੇਨਤੀ ਕੀਤੀ ਸੀਗੀ ਕਿ ਉਹਨਾਂ ਨੂੰ ਸਪੋਰਟ ਕਰੋ। ਤੇ ਐਂਡ ਹੀ ਵਨ ਅਗੇਨ। ਸੋ ਮੇਰੇ ਲਈ ਲਾਈਕ ਵਟ ਆਈ ਫੈਲਟ ਵਾਸ ਕਿ ਦਿਸ ਇਜ਼, ਜਿੰਨਾ ਮਰਜ਼ੀ ਤੁਸੀਂ ਕਿਸੇ ਗੱਲ ਨੂੰ ਤੁਸੀਂ ਨੈਗੇਟਿਵ ਲੈ ਸਕਦੇ ਹੋ, ਮੇ ਵੀ ਪੰਜਾਬ ਦੇ ਬਾਹਰ ਤੁਸੀਂ ਨੈਗੇਟਿਵ ਲੈ ਸਕਦੇ ਹੋ, ਲੈਂਦੇ ਵੀ ਆ ਲੋਕ, ਬਟ ਮੈਨੂੰ ਇਹ ਲੱਗਿਆ ਕਿ ਜਦੋਂ ਇਹ ਬਹੁਤ ਵੱਡੀ ਗੱਲ ਹੈ ਕਿ ਜੋ ਤੁਹਾਡਾ ਰਿਲੇਸ਼ਨ ਸੀ ਤੇ ਜੋ ਤੁਹਾਡਾ ਰਿਲੇਸ਼ਨ ਬਣ ਗਿਆ ਉਹਨਾਂ ਦੇ ਨਾਲ, ਉਹਨਾਂ ਦੀ ਫੈਮਿਲੀ ਦੇ ਨਾਲ, ਤੇ ਉਹ ਤੁਹਾਡੇ ਨਾਲ ਵਰਤ ਰਹੇ ਨੇ, ਤੁਸੀਂ ਉਹਨਾਂ ਨਾਲ ਵਰਤ ਰਹੇ ਹੋ, ਤਾਂ there must be something that Avantika saw in you, ਕੁਝ ਸੀ, ਕੁਝ ਇਹੋ ਜਿਹਾ ਹੋਣਾ। ਤੇ
ਮੈਂ ਓਨੈਸਟਲੀ ਤੁਹਾਨੂੰ ਦੱਸਦੀ ਕੱਲ ਤੁਹਾਡੇ ਨਾਲ ਪਹਿਲੀ ਵਾਰ ਮੇਰੀ ਗੱਲ ਹੋਈ ਨਾ, ਤਾਂ ਮੈਂ ਵੀ ਉਹੀ ਚੀਜ਼ ਦੇਖੀ ਜੋ ਮੇ ਬੀ ਇਹੀ ਚੀਜ਼ ਦਵੰਤਿਕਾ ਨੇ ਦੇਖੀ ਹੋਗੀ ਤੁਹਾਡੇ ਬਾਰੇ। ਐਂਡ ਆਮ ਵੈਰੀ ਇੰਪ੍ਰੈਸ ਕਿ ਤੁਸੀਂ ਇੰਨੀ ਬੋਲਡਲੀ ਐਵਰੀਥਿੰਗ। ਮੈਂ ਤੁਹਾਨੂੰ ਪੁੱਛਿਆ ਕਿ ਭਾਜੀ ਆਪਾਂ ਲਾਈਵ ਹੋਣਾ ਕਿ ਕੋਈ ਵੀ ਕੁਐਸਚਨ ਪੁੱਛਣਾ ਤੁਹਾਨੂੰ, ਤਾਂ ਤੁਸੀਂ ਮੈਨੂੰ ਕਿਹਾ ਕਿ ਹਾਂ ਕੁਝ ਵੀ ਪੁੱਛ ਲਾ ਤੁਸੀਂ। ਮੈਂ ਤੁਹਾਨੂੰ ਕਿਹਾ ਮੈਂ ਤੁਹਾਨੂੰ ਪਹਿਲਾਂ ਦੇ ਦਾਂ ਕੁਐਸਚਨ, ਤੁਸੀਂ ਕਿਹਾ ਨਹੀਂ ਕੋਈ ਨਹੀਂ ਚੱਲਣ ਦੇ, ਉੱਥੇ ਆਉਣ ਦੇ ਕੁਐਸਚਨ। ਮੈਂ ਆਈ ਵਾਸ ਵੈਰੀ ਇੰਪ੍ਰੈਸਿਵ ਸੁਣ ਕੇ ਕਿ ਕਾਫੀ ਬਹੁਤ ਖੁਸ਼ੀ ਹੀ ਦੀ ਗੱਲ ਹੈ bold- ਕਿ ਆਪਾਂ ਬਹੁਤ ਨੈਚੁਰਲੀ ਗੱਲਾਂ ਕਰ ਰਹੇ ਹਾਂ। ਇਸ ਟੌਪਿਕ ਦਾ ਬਹੁਤ ਵਧੀਆ ਤੇ ਵੱਡਾ ਸਬੰਧ ਆ ਰਿਹਾ ਅੱਗੇ, ਕਿ ਅਸਲ 'ਚ ਜੋ ਗੁਰਮਹਿਕ ਤੁਸੀਂ ਕਹਿ ਰਹੇ ਹੋ ਕਿ ਅਸੀਂ ਹਰਿਆਣੇ ਤੱਕ ਵੀ ਪਾਰਟਿਸਿਪੇਟ ਕੀਤਾ ਇਹਨਾਂ ਨੇ, ਤੇ ਉਹ ਪੋਲੀਟੀਸ਼ੀਅਨ ਵੀ ਰਹੇ ਨੇ। ਸੋ ਇਹਨਾਂ ਦੇ ਜਿਹੜੇ ਕਨੈਕਸ਼ਨ ਨੇ, ਮੈਂ ਵਾਪਸ 1 ਸੈਕਿੰਡ ਲਈ ਆਉਣਾ ਚਾਹੁੰਦਾ ਵੀਰ ਜੀ, ਕਿਉਂਕਿ ਤੁਹਾਨੂੰ ਮਾਈਕ੍ਰੋਫੋਨ ਦੇਣ ਤੋਂ ਪਹਿਲਾਂ, ਕਿ ਐਗਰੀਕਲਚਰ ਯੂਨੀਵਰਸਿਟੀ ਦਾ ਫਾਰਮਰਸ ਦਾ ਤੇ ਫਾਰਮਿੰਗ ਨਾਲ ਬਹੁਤ ਵੱਡਾ ਰੋਲ ਤੇ ਬਹੁਤ ਵੱਡਾ ਪਾਰਟਿਸਿਪੇਸ਼ਨ ਇੱਕ ਮੀਡੀਅਮ ਰਿਹਾ ਹੈ, ਖਾਸ ਕਰਕੇ ਕਿਉਂਕਿ ਤੁਹਾਡੇ ਡੈਡੀ, ਤੁਹਾਡੇ ਫਾਦਰ ਸਾਹਿਬ ਜਿਹੜੇ ਕਿ ਉਹਦੇ ਧੁਰਾ ਸੀ, ਉਹਨਾਂ ਦਾ ਜੋ ਰੋਲ ਸੀਗਾ, ਸੋ ਤੁਸੀਂ ਨੈਚੁਰਲੀ ਉਹਦੇ ਵਿੱਚ ਹਮੇਸ਼ਾ ਵਿਚਰਦੇ ਰਹੇ। ਸੋ ਭਾਵੇਂ ਤੁਹਾਡੀ ਜ਼ਿੰਦਗੀ ਦੇ 20 ਸਾਲ ਹੋਰ ਪੱਖ 'ਚ ਵੀ ਬੀਤੇ ਨੇ, ਕਿਉਂਕਿ ਉਹ ਕੌਜ਼ ਪੰਜਾਬ ਦਾ ਹੀ ਸੀ। ਅੱਜ ਵੀ ਅਸੀਂ ਪੰਜਾਬ ਦੇ ਕੌਜ਼ ਲਈ ਸਾਰੇ ਇਕੱਠੇ ਹੋਏ ਹਾਂ, ਤੇ ਇਹ ਜੀ ਜਿਹੜੀ ਯੂਨਿਟੀ ਹੈ ਉਹਦੇ ਵਿੱਚ ਤੁਹਾਡੇ ਵਰਗੀ ਸ਼ਖਸੀਅਤ ਕਾਫੀ ਵਧੀਆ ਰੋਲ ਪਹਿਲਾਂ ਵੀ ਨਿਭਾਇਆ, ਤੇ ਨਿਭਾਉਣ ਦੇ ਕੈਪੇਬਲ ਵੀ ਹੋ ਤੁਸੀਂ। ਤੇ ਹੁਣ ਵੀ ਅਸੀਂ ਤੁਹਾਨੂੰ ਉਸੇ ਟੌਪਿਕ ਵੱਲ ਲੈ ਕੇ ਆਉਣਾ ਚਾਹੁੰਦੇ ਹਾਂ ਐਕਚੁਅਲੀ, ਕਿ ਤੁਸੀਂ ਮੈਂ ਹੁਣ ਤੁਹਾਨੂੰ ਫੇਰ ਵਾਪਸ ਫੋਨ ਦੇਣਾ ਕਿ ਤੁਸੀਂ ਆਪਣੇ ਕੁਐਸਚਨ ਨੂੰ ਵੀਰ ਜੀ ਦੇ ਅੱਗੇ ਰੱਖੋ, ਤੇ ਆਪਾਂ ਇਹਨੂੰ ਫਾਰਮਿੰਗ ਤੇ ਫਾਰਮ ਵੱਲ ਵੀ ਲਿਆਉਣਾ। ਐਬਸੋਲੂਟਲੀ ਹਾਂਜੀ। ਤੇ ਐਕਚੁਅਲ ਮੁੱਦਾ ਤਾਂ ਉਹੀ ਹੈ ਕਿ ਤੁਸੀਂ ਸਾਡੇ ਨਾਲ ਜੁੜੇ ਇਸ ਲਈ ਕਿਉਂਕਿ ਅਸੀਂ ਤੁਹਾਡਾ ਓਪੀਨੀਅਨ ਜਾਣਨਾ ਚਾਹੁੰਦੇ ਸੀਗੇ। ਐਂਡ ਮੈਂ ਜੋ ਅੱਜ ਸਟਾਰਟ ਕਰਨਾ ਚਾਹੁੰਦੀ ਹਾਂ ਉਹ ਹੈ, ਸਭ ਤੋਂ ਪਹਿਲਾਂ ਮੇਰਾ ਜਿੱਦਾਂ ਮੈਂ ਆਈ ਵਾਂਟ ਯੂਰ ਓਪੀਨੀਅਨ ਔਨ ਇਟ ਇਜ਼ ਕਿ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਆਪਾਂ, ਕਿ ਕਹਿੰਦੇ ਨੇ ਕਿ ਮਤਲਬ ਕਿਤਾਬਾਂ ਵਿੱਚ ਤਾਂ ਇਹੀ ਲਿਖਿਆ ਹੈ ਕਿ ਇੰਡੀਆ ਵਰਲਡ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ। ਤਾਂ ਮੇਰੇ ਦਿਮਾਗ ਦੇ 'ਚ ਇਹ ਕੁਐਸਚਨ ਆਉਂਦਾ ਹੈ ਕਿ ਜੇ ਡੈਮੋਕ੍ਰੇਸੀ ਹੈ ਤਾਂ ਜਿੱਦਣ ਅਸੀਂ ਆਪਣੀ ਡੈਮੋਕ੍ਰੇਸੀ ਯੂਜ਼ ਕਰਨ ਲੱਗੇ, ਮਤਲਬ ਕੱਲੀ ਵੋਟ ਪਾਣਾ ਤਾਂ ਨਹੀਂ ਹੋ ਸਕਦਾ ਹੈਗਾ ਕਿ ਅਸੀਂ ਆਪਣੀ ਡੈਮੋਕ੍ਰੇਸੀ ਦੇ ਉੱਤੇ ਸਾਡੀ ਵੌਇਸ ਵੀ ਹੈਗੀ ਹੈ ਇੱਕ, ਜਿਹੜੀ ਸਾਡੀ ਗਵਰਨਮੈਂਟ ਨੂੰ ਸੁਣਨੀ ਚਾਹੀਦੀ ਹੈ। ਕਿ ਜਿੱਦਣ ਅਸੀਂ ਸੁਣਾਉਣ ਲੱਗੇ, ਜਿੱਦਣ ਅਸੀਂ ਆਪਣੀ ਸੜਕਾਂ ਤੇ ਆਏ ਤੇ ਅਸੀਂ ਤੁਰ ਪਏ ਸਰਕਾਰ ਵੱਲ ਨੂੰ, ਗਵਰਨਮੈਂਟ ਵੱਲ ਨੂੰ, ਸੈਂਟਰਲ ਗਵਰਨਮੈਂਟ ਵੱਲ, ਉਦੋਂ ਤੁਸੀਂ ਸਾਨੂੰ ਡੈਮੋਕ੍ਰੇਸੀ ਦਿਖਾਈ ਵਾਟਰ ਕੈਨਨਸ ਨਾਲ, ਉਦੋਂ ਤੁਸੀਂ ਸਾਨੂੰ ਡੈਮੋਕ੍ਰੇਸੀ ਦਿਖਾਈ ਟ੍ਰੈਂਚਸ ਨਾਲ, ਤੁਸੀਂ ਸਾਨੂੰ ਫਿਜ਼ੀਕਲੀ ਟੌਰਚਰ ਕੀਤਾ ਸਾਡੇ ਕਿਸਾਨਾਂ ਨੂੰ, ਤੇ ਦੇ ਵਰ ਜਸਟ ਕਾਮਨ ਪੀਪਲ। ਤਾਂ ਮੈਂ ਇਹ ਸੁਣਨਾ ਚਾਹੁੰਦੀ ਹਾਂ ਕਿ ਤੁਹਾਡੀ ਕੀ ਰਾਏ ਹੈ ਕਿ ਇਹ ਕਿੱਦਾਂ ਦੀ ਡੈਮੋਕ੍ਰੇਸੀ ਦਿਖਾਈ ਹੈ ਗਵਰਨਮੈਂਟ ਨੇ? India basically is a very fake democracy. It's basically ruled presently by a demagogue who doesn't care, doesn't listen to anyone other than the Hindu Rashtra. ਇਹ ਇੱਕ ਤਰਾਸਦੀ ਹੈ ਇੰਡੀਆ ਦੀ, ਮਤਲਬ ਕਿ they are more concerned about the votes than about the welfare of the people. There has been a very widespread discontent inside India, but to a larger extent, the present government has totally suppressed that discontent. Eminent personalities like Gautam Navalakha, the guy who wrote about the 1984 riots, who are the guilty, he's along with other prominent personalities who are civil society members, writers, prominent journalists, student leaders, professors, they are all in jail on basis of anti-national activities. Then even the other, whatever protest has risen inside India in the last 6 years, that has been suppressed brutally. And that Kisan agitation, farmers agitation, which emerged from Punjab basically by the Sikhs, was basically a big jolt to the Modi government. It was the result of the suppression of the farming for too long a time. ਰਾਈਟ, ਤੁਸੀਂ ਆਜੋ ਪੰਜਾਬੀ 'ਚ ਵੀ ਆਪਾਂ ਖੁੱਲ ਕੇ ਗੱਲਾਂ ਕਰ ਸਕਦੇ, ਪੰਜਾਬੀ ਵੀ ਤੇ ਅੰਗਰੇਜ਼ੀ ਵੀ। ਮਤਲਬ ਕਿ ਇਹਨਾਂ ਨੇ ਅੱਜ ਤੱਕ ਪੰਜਾਬ ਨੂੰ ਦਬਾ ਕੇ ਹੀ ਰੱਖਿਆ ਹੈਗਾ। ਵਾਟਰ ਕੈਨਨਾਂ ਜਾਂ ਡੰਡੇ ਮਾਰਨੇ ਤਾਂ ਬਹੁਤ ਛੋਟੀ ਗੱਲ ਆ, ਇੱਥੇ ਤਾਂ ਹਜ਼ਾਰਾਂ ਮਾਵਾਂ ਦੇ ਪੁੱਤ ਲੱਭਦੇ ਹੀ ਨਹੀਂ ਹੈਗੇ, ਘਰਾਂ ਦੇ ਘਰ ਉਜਾੜਤੇ,
ਮਤਲਬ ਕਿ ਅੱਜ ਤੱਕ ਨਹੀਂ ਉਹਨਾਂ ਚੀਜ਼ਾਂ ਦਾ ਨਿਰਣਾ ਹੋ ਸਕਿਆ। ਦਿੱਲੀ 'ਚ ਕਤਲੇਆਮ ਹੋਇਆ ਤਾਂ ਉਹਦਾ ਅੱਜ ਤੱਕ ਫੈਸਲਾ ਨਹੀਂ ਹੋ ਸਕਿਆ। ਸਿੱਖਸ ਵੀ ਬੇਸਿਕਲੀ ਮਲਮ ਲਾਉਣ ਲਈ 2-4 ਇੰਡੀਵਿਜੂਅਲਾਂ ਦੇ ਮਗਰ ਫਿਰਦੇ ਨੇ, ਬਟ ਦੇ ਆਰ ਫੋਰਗੈਟਿੰਗ ਕਿ who are the main culprit, which party was behind it, and that thing set a precedent कि it happened all over India for other communities too, and that has basically become a footstep to consolidate the politics. ਯੈਸ ਬਿਲਕੁਲ ਮੈਂ ਇਹ ਵੀ ਐਡ ਕਰਾਂ ਕਾਫੀ ਚਿੰਤਾਜਨਕ ਸਿਚੁਏਸ਼ਨ ਚੋਂ ਪਹਿਲਾਂ ਲੰਘ ਕੇ ਹਟੇ ਆ, ਕਿਉਂਕਿ ਪਿਛਲੇ 2-3 ਦਹਾਕੇ ਵੀ ਖਾਸ ਕਰਕੇ ਜਦੋਂ ਘਰਾਣਿਆਂ ਦੇ ਕੋਲੇ ਵਾਗਡੋਰ ਆਈ ਹੈ ਤਾਂ ਠੀਕ ਹੈ ਭਾਰਤ ਸਿਚੁਏਸ਼ਨ ਚੋਂ ਪਹਿਲਾਂ ਲੰਘ ਕੇ ਹਟੇ ਆ, ਕਿਉਂਕਿ ਪਿਛਲੇ 2-3 ਦਹਾਕੇ ਵੀ ਖਾਸ ਕਰਕੇ ਜਦੋਂ ਘਰਾਣਿਆਂ ਦੇ ਕੋਲੇ ਵਾਗਡੋਰ ਆਈ ਹੈ ਤਾਂ ਠੀਕ ਹੈ ਭਾਰਤ ਸਿਚੁਏਸ਼ਨ ਚੋਂ ਪਹਿਲਾਂ ਲੰਘ ਕੇ ਹਟੇ ਆ, ਕਿਉਂਕਿ ਸ਼ਾਇਦ ਕੋਈ ਟੈਕਨੀਕਲ ਡਿਫਿਕਲਟੀ ਆਈ ਲੱਗਦੀ ਹੈ। ਵੀਰ ਜੀ ਕੈਨ ਯੂ ਹੀਅਰ ਮੀ? ਕਿਉਂਕਿ ਵੀਰ ਜੀ ਤੁਸੀਂ ਸੁਣ ਸਕਦੇ ਹੋ? ਮੈਨੂੰ ਸੁਣਦੇ ਹੋ? ਹਾਂਜੀ ਹਾਂਜੀ ਹਾਂਜੀ। ਸੌਰੀ ਸ਼ਾਇਦ ਕੋਈ ਟੈਕਨੀਕਲ ਗਲਿਚ ਆ ਗਈ ਕੋਈ। ਮੈਂ ਕਿਹਾ ਅਸਲ 'ਚ ਤਾਂ ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਤਾਂ ਬਹੁਤ ਹੀ ਨਾਜ਼ੁਕ ਹੋ ਕੇ ਹਟੇ ਨੇ, ਤੇ ਤੁਸੀਂ ਤਾਂ ਉੱਥੇ ਵਿਚਰੇ ਹੋ ਤੇ ਤੁਸੀਂ ਕਾਫੀ ਇਹਨਾਂ ਚੋਂ ਇਹਨਾਂ ਨਾਲ ਐਸੋਸੀਏਟਡ ਵੀ ਰਹੇ ਹੋ ਇਨ ਏ ਵੇ। ਤੁਸੀਂ ਆਪ ਦੇਖਿਆ ਹੰਢਾਇਆ ਤੇ ਕਈ ਵਾਰੀ ਤੁਹਾਨੂੰ ਇਹ ਕੰਸਲਟ ਵੀ ਕਰਦੇ ਰਹੇ ਲੱਗਦੇ ਨੇ। ਹਾਂਜੀ, ਕੀ ਓਪੀਨੀਅਨ ਹੈ ਤੁਹਾਡਾ ਇਹਨਾਂ ਘਰਾਣਿਆਂ ਬਾਰੇ ਤੇ ਇਹਨਾਂ ਦੇ ਰੋਲ ਬਾਰੇ? ਮਤਲਬ ਕਿ families has become the new oligarchs in India in politics, and that started with the Gandhi family, and now many copycats has emerged which has centralized the thought within the families without any concern for the thoughts of the common man. That has basically has a big setback for the democracy. Definitely is. ਗਰੇਵਾਲ ਭਾਜੀ ਸੌਰੀ ਵਿੱਚ ਮੈਂ ਜਿਹੜੇ ਆਪਣੇ ਫੇਸਬੁੱਕ ਚਰਚਾ ਤੇ ਜੁੜੇ ਹੋਏ ਸੱਜਣ ਆ ਉਹ ਕਹਿੰਦੇ ਵੀ ਇੰਗਲਿਸ਼ ਦੇ ਵਿੱਚ ਥੋੜਾ ਜਿਹਾ ਸਾਡਾ ਹੱਥ ਟਾਈਟ ਆ ਤੇ ਭਾਜੀ ਮਾੜੇ ਪੰਜਾਬੀ ਦੇ ਵਿੱਚ ਗੱਲ ਕਰਨ। ਹਾਂਜੀ ਜ਼ਰੂਰ ਜੀ, ਆ ਰਿਹਾ ਜੀ ਕਿਉਂਕਿ ਜ਼ਿਆਦਾ ਸਰੋਤੇ ਪੰਜਾਬੀ ਆ। ਪਲੀਜ਼ ਭਾਜੀ। ਠੀਕ ਹੈ ਵੀਰ ਜੀ, ਥੈਂਕ ਯੂ ਭਾਜੀ, ਥੈਂਕ ਯੂ। ਮੈਂ ਕਰ ਲਓ ਤੁਸੀਂ। ਹਾਂਜੀ ਭਾਜੀ, ਥੈਂਕਸ ਫॉर ਆਪਣਾ ਓਪੀਨੀਅਨ ਸ਼ੇਅਰ ਕਰਨ ਲਈ ਇਹਦੇ ਬਾਰੇ। ਐਂਡ ਆਈ ਵੁੱਡ ਐਡ ਕਿ ਜਿੱਦਾਂ ਦੀ ਡੈਮੋਕ੍ਰੇਸੀ ਸਾਨੂੰ ਦਿਖਾਈ ਹੈ ਹੁਣ ਇਸ ਟਾਈਮ ਕੀ ਸ਼ੁਰੂ ਤੋਂ ਜਦੋਂ ਦੀ ਮੈਂ ਦੇਖਿਆ ਇੰਡੀਆ ਰਹੀ ਹਾਂ ਇੰਡੀਆ, ਤਾਂ ਮੈਨੂੰ ਤਾਂ ਲੱਗਦਾ ਕਿ ਆ ਜਿਹੜੇ ਬੁੱਕਸ ਜੋ ਵੀ ਲਿਖਿਆ ਉਹਨਾਂ ਨੂੰ ਜਾ ਕੇ ਸਗੋਂ ਕਹਿਣਾ ਚਾਹੀਦਾ ਕਿ ਅਸੀਂ ਡੈਮੋਕ੍ਰੇਸੀ ਤੁਸੀਂ ਨਵੀਂ ਡੈਫੀਨੇਸ਼ਨ ਦੇਤੀ ਆ, ਤੁਹਾਨੂੰ ਦਿਖਾਉਂਦੇ ਕਿ ਕੀ ਹੁੰਦੀ ਹੈ ਡੈਮੋਕ੍ਰੇਸੀ। ਤੇ ਇਹਦੇ ਨਾਲ ਮੈਂ ਤੁਹਾਨੂੰ ਨੈਕਸਟ ਕੁਐਸਚਨ ਇਹ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਡਾ ਓਪੀਨੀਅਨ ਲੈਣਾ ਚਾਹੁੰਦੀ ਹਾਂ ਕਿ ਜਿਹੜੇ ਸੁਪਰੀਮ ਕੋਰਟ ਨੇ ਜਿਹੜਾ ਹੋਲਡ ਪਾਇਆ 3 ਖੇਤੀ ਕਾਨੂੰਨਾਂ ਤੇ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਕਿ ਜੋ ਮੈਂ ਫੀਲ ਕਰਦੀ ਹਾਂ ਇਹ ਹੈਗਾ ਕਿ ਲੱਖਾਂ ਵਿੱਚ ਲੋਕੀ ਉੱਥੇ ਬੈਠੇ ਨੇ ਐਂਡ ਹੁਣ ਜਿਹੜੀ ਸਪੈਕੂਲੇਸ਼ਨ ਹੋ ਰਹੀ ਹੈਗੀ ਉਹ ਹੈਗੀ ਕਿ ਬੇਸਿਕਲੀ ਇਹ ਪ੍ਰੋਬੇਬਲੀ ਇੱਕ ਗਿਮਿਕ ਹੈਗਾ ਗਵਰਨਮੈਂਟ ਦਾ। ਤੇ ਜੋ ਕਿ ਮੈਂ ਆਪਣੇ ਹਿਸਾਬ ਨਾਲ ਤਾਂ ਐਗਰੀ ਕਰਦੀ, ਪਰ ਮੈਂ ਤੁਹਾਡਾ ਓਪੀਨੀਅਨ ਸੁਣਨਾ ਚਾਹੁੰਦੀ ਹਾਂ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ। ਸੁਪਰੀਮ ਕੋਰਟ ਦਾ ਜਿਹੜਾ ਨਵਾਂ ਮੇਜਰ ਆਇਆ ਹੈਗਾ, ਇਟਸ ਅ ਸਟਾਪ ਗੈਪ ਅਰੇਂਜਮੈਂਟ ਵਿਚ ਹੈਜ਼ ਬੀਨ, ਜਿਹੜਾ ਲੀਗਲ ਮਾਈਂਡਸ ਨੇ ਉਹਨਾਂ ਸਾਰਿਆਂ ਨੇ ਇਹ ਕਿਹਾ ਹੈਗਾ ਕਿ ਇਹ ਵੈਰੀ ਅਨਕਨਸਟੀਟਿਊਸ਼ਨਲ ਹੈਗਾ, ਕਿਉਂਕਿ ਸੁਪਰੀਮ ਕੋਰਟ ਨੇ ਕੋਈ ਟਿੱਪਣੀ ਨਹੀਂ ਕੀਤੀ ਕਾਨੂੰਨਾਂ ਬਾਰੇ। ਨਾ ਉਹਨਾਂ ਦਾ ਇੱਦਾਂ ਦਾ ਸਫੇਅਰ ਹੈ ਕਿ ਉਹਨਾਂ ਨੇ ਕਮੇਟੀ ਬਣਾਈ ਜਿਹੜੀ ਹੈਗੀ ਆ ਕਿ ਕਮੇਟੀ ਗਵਰਨ ਕਰੂਗੀ ਇੰਡੀਆ ਦੇ ਲਾਜ਼ ਨੂੰ, ਜਦ ਕਿ ਲਾਜ਼ ਨੂੰ ਗਵਰਨ ਕਰਨ ਲਈ ਸੁਪਰੀਮ ਕੋਰਟ ਬੈਠੀ ਆ। ਉਹਨਾਂ ਨੇ ਆਪਣੀ ਜਿਹੜੀ ਰਿਸਪੌਂਸਿਬਿਲਿਟੀ ਆ ਉਹ ਕਿਸੇ ਹੋਰ ਦੇ ਹਵਾਲੇ ਕਰਤੀ, ਨਾ ਕੋਈ ਇਸ ਤਰ੍ਹਾਂ ਦੀ ਟਿੱਪਣੀ ਕੀਤੀ ਆ ਕਿ ਇਹ ਕਾਨੂੰਨ ਵਾਜਬ ਹੈਗਾ ਕਿ ਨਹੀਂ। ਈਵਨ ਜਿਹੜੇ ਟੌਪ ਦੇ ਲਾਇਰਸ ਆ ਸੁਪਰੀਮ ਕੋਰਟ ਦੇ ਜੱਜਿਸ ਆ, ਮਾਰਕਾਂਡੇ ਕਾਟਸ ਵਰਗੇ,
ਉਹਨਾਂ ਨੇ ਕਿਹਾ ਕਿ ਮੇਰਾ 40 ਸਾਲ ਦਾ ਐਕਸਪੀਰੀਅੰਸ ਆ, ਮੈਂ ਇਦਾਂ ਦੀ ਗੈਰ ਸੰਵਿਧਾਨਕ ਕੋਈ ਵੀ ਕਾਰਵਾਈ ਨਹੀਂ ਦੇਖੀ ਜੋ ਹੁਣ ਕਿਸਾਨਾਂ ਦੇ ਮਸਲੇ ਤੇ, ਫਾਰਮਰਸ ਐਜੀਟੇਸ਼ਨ ਤੇ ਹੋਈ ਆ। ਜਿਹੜੀ 4 ਮੈਂਬਰਾਂ ਦੀ ਕਮੇਟੀ ਆਈ ਹੈ ਵੀਰ ਜੀ, ਉਹਦੇ ਚੋਂ ਅੱਜ ਦੀ ਡਿਵੈਲਪਮੈਂਟ ਇਹ ਹੈ ਕਿ ਉਹਦੇ ਚੋਂ ਭੁਪਿੰਦਰ ਸਿੰਘ ਮਾਨ ਨੇ ਵਿਡਰਾ ਕਰ ਲਿਆ। ਹੀ ਹੈਜ਼ ਹਾਂਜੀ, ਹਿਮਸੈਲਫ। ਉਹਨੇ ਕੀਤਾ ਤਾਂ ਹੈਗਾ ਵੀ ਕੈਪਟਨ ਅਮਰਿੰਦਰ ਸਿੰਘ ਨੇ ਉਹਨੂੰ ਅਪੀਲ ਕੀਤੀ, ਕਿਉਂਕਿ ਜਿਹੜੇ 2 ਮੈਂਬਰ ਨੇ ਉਸ 4 ਮੈਂਬਰਾਂ ਚੋਂ, they are closely associated with ਕੈਪਟਨ ਅਮਰਿੰਦਰ ਸਿੰਘ। ਓਕੇ। ਉਹਨੇ ਭੁਪਿੰਦਰ ਸਿੰਘ ਮਾਨ ਨੂੰ ਅਪੀਲ ਕੀਤੀ ਹੈ, ਕਿਉਂਕਿ ਇਹ ਕਾਂਗਰਸ ਦਾ ਵੀ ਮੈਂਬਰ ਆ। ਜਦੋਂ ਮੈਂ ਥੋੜੀ ਜਿਹੀ ਬੈਕਗਰਾਉਂਡ ਜਾਣਾ ਚਾਹਣਾ, ਜਦੋਂ 1984 ਦੇ ਵਿੱਚ ਸਾਰਿਆਂ ਨਾਲੋਂ ਵੱਡੇ ਸਿੱਖਾਂ ਦੇ ਕ੍ਰਾਈਸਿਸ ਆਏ ਸੀਗੇ, ਤਾਂ ਉਦੋਂ ਵੀ ਇਹਨਾਂ ਨੇ ਪੱਲਾ ਕਾਂਗਰਸ ਪਾਰਟੀ ਦਾ ਹੀ ਫੜਿਆ ਸੀਗਾ, ਜਿਸ ਕਰਕੇ ਇਹਨਾਂ ਨੂੰ ਰਾਜ ਸਭਾ ਦਾ ਮੈਂਬਰ ਵੀ ਬਣਾਇਆ ਗਿਆ, ਹੋਰ ਵੀ ਪਦਵੀਆਂ ਵਗੈਰਾ ਨਾਲ ਨਵਾਜਿਆ ਗਿਆ ਸੀ। ਸੇਮ ਥਿੰਗ ਇਹਨਾਂ ਨੇ ਹੁਣ ਕੀਤੀ ਹੈ। ਜਦੋਂ ਇਹ ਕਾਨੂੰਨ ਬਣੇ ਤਾਂ ਇਹਨਾਂ ਨੇ ਆਪਣੇ ਜਥੇਬੰਦੀ ਦਾ ਲੈ ਕੇ ਸੰਗਠਨ ਤੇ ਮੋਦੀ ਦੇ ਨਾਲ ਮੁਲਾਕਾਤ ਕੀਤੀ ਸੀ। ਇਹ ਤਾਂ ਇਹਨਾਂ ਦੀ ਬੈਕਗਰਾਉਂਡ ਹੈ। ਇਸ ਕਰਕੇ ਜਦੋਂ ਹੁਣ ਸਟੈਪ ਚੱਕਿਆ, ਕਿਉਂਕਿ ਹੁਣ ਭਾਵਨਾਤਮਕ ਬਹੁਤ ਫੀਲਿੰਗਸ ਨੇ ਜਿਹੜੀਆਂ ਕਿ ਡੀਪ ਨੇ ਬਹੁਤ ਜ਼ਿਆਦਾ ਪੰਜਾਬ 'ਚ, ਖਾਸ ਕਰਕੇ ਪੇਂਡੂ ਹਲਕਿਆਂ ਦੇ ਵਿੱਚ, ਉਹਦੀ ਤਾਬ ਨਾ ਝੱਲਦਿਆਂ ਹੋਇਆਂ ਇਹਨਾਂ ਨੇ ਆਪਣੇ ਆਪ ਨੂੰ ਅਲੱਗਾ ਕੀਤਾ ਹੈਗਾ। ਇਹ ਨਹੀਂ ਉਹਨਾਂ ਨੇ ਕਿਹਾ ਕਿ ਇਹ ਕਾਨੂੰਨ ਗਲਤ ਨੇ। ਜਿਹੜੇ ਬਾਕੀ ਵੀ 3 ਮੈਂਬਰ ਨੇ, ਉਹਨਾਂ ਚੋਂ ਮੇਨ ਤਾਂ ਹੈਗੇ ਅਸ਼ੋਕ ਗੁਲਾਟੀ। ਉਹ ਬੜਾ ਐਮੀਨੈਂਟ ਸਾਇੰਟਿਸਟ ਹੈਗਾ, ਅਰਥ ਸ਼ਾਸਤਰੀ ਹੈਗਾ। ਉਹਨੇ ਬਹੁਤ ਚਿਰ ਤੋਂ, ਅੱਜ ਤੋਂ 20 ਸਾਲ ਪਹਿਲੇ ਦਾ, ਜਦੋਂ ਡਾਕਟਰ ਮਨਮੋਹਨ ਸਿੰਘ ਪਹਿਲੀ ਵਾਰੀ ਸਰਕਾਰ 'ਚ ਆਏ ਨੇ ਨਰਸਿਮਹਾ ਰਾਓ ਦੇ ਨਾਲ, ਉਦੋਂ ਇਹ ਪਹਿਲੀ ਵਾਰ ਪਾਲਿਸੀ ਡਿਸਕਸ ਹੋਈ ਸੀ। ਉਹਨਾਂ ਦੇ ਪ੍ਰੋਪੋਨੈਂਟਸ ਦੇ ਵਿੱਚ ਅਸ਼ੋਕ ਗੁਲਾਟੀ ਵੀ ਸੀਗਾ। ਫਿਰ ਇਹਨੇ ਕਾਫੀ ਚਿਰ ਗਵਰਨਮੈਂਟ ਦੇ ਨਾਲ ਵੀ ਕੰਮ ਕੀਤਾ ਹੈਗਾ। ਇਹ ਕਾਫੀ ਦੇਰ ਤੋਂ ਇਸ ਮਾਰਕੀਟ ਓਰੀਐਂਟਡ ਜਿਹੜੇ ਸੀਗੇ ਇਸ ਸੁਧਾਰ, ਇਹਨਾਂ ਬਾਰੇ ਲਿਖਦਾ ਰਿਹਾ ਹੈਗਾ। ਹੁਣ ਵੀ ਇਹਦੇ ਇੰਡੀਅਨ ਐਕਸਪ੍ਰੈਸ ਜਦੋਂ ਕਾਨੂੰਨ ਬਣੇ ਤਾਂ ਇਹਨੇ ਜਸਟੀਫਾਈ ਕਰਨਾ ਚਾਹਿਆ ਸੀਗਾ। ਇਸੇ ਤਰ੍ਹਾਂ ਮਿਸਟਰ ਜਿਹੜਾ PK ਜੋਸ਼ੀ ਨੇ, ਉਹ ਵੀ ਪ੍ਰੋ ਮਾਰਕੀਟ ਰਿਫਾਰਮਸ ਦੇ ਹੱਕ 'ਚ ਨੇ। ਉਹ ਵੀ ਬੜਾ ਐਮੀਨੈਂਟ ਅਰਥ ਸ਼ਾਸਤਰੀ ਹੈਗਾ। ਅਸ਼ੋਕ ਗੁਲਾਟੀ ਐਗਰੀਕਲਚਰ ਨਾਲ ਡਿਪੈਂਡੈਂਟ ਆ, ਇਹ ਜਰਨਲ ਅਰਥ ਸ਼ਾਸਤਰੀ ਹੈਗਾ। ਇਸੇ ਤਰ੍ਹਾਂ ਜਿਹੜੇ ਹੈਗੇ ਨੇ ਮਹਾਰਾਸ਼ਟਰ ਤੋਂ ਜਿਹੜੇ ਬੰਦੇ ਨੇ, ਉਹ ਵੀ ਜਿਹੜੇ ਹੈਗੇ ਆ, ਹੈ ਤਾਂ ਉਹ ਕਿਸਾਨ ਜਥੇਬੰਦੀ ਦਾ ਹੈਡ ਹੈਗਾ, ਪਰ ਉਹਨਾਂ ਦੀ ਜਿਹੜੀ ਸੋਚ ਹੈਗੀ ਆ, ਉਹ ਮਾਰਕੀਟ ਤੇ ਜਿਹੜੇ ਸੁਧਾਰ ਨੇ ਉਹਨਾਂ ਵੱਲ ਨੂੰ ਹੈਗੀ ਆ। ਵੈਸੇ ਤਾਂ ਗੁਰਮੈਕ ਨੇ ਕਾਫੀ ਕੁਐਸਚਨਸ ਦੀ ਲਿਸਟ ਵੱਡੀ ਤਿਆਰ ਕੀਤੀ ਹੋਣੀ ਹੈ, ਪਰ ਮੇਰੇ ਕੋਲ ਇੱਕ ਕੁਐਸਚਨ ਅਚਾਨਕ ਹੀ ਤੁਹਾਡੇ ਲਈ ਆਇਆ। ਉਹ ਇਹ ਹੈ ਕਿ ਜਿੰਨੇ ਅੱਜ ਕੱਲ੍ਹ ਦੇ ਕਿਸਾਨ ਯੂਨੀਅਨ ਦੇ ਨੇ ਲੀਡਰ, ਤੇ ਜਿੰਨੇ ਕਿ ਇਹਦੇ 'ਚ ਐਗਰੀਕਲਚਰਲ ਇਕੋਨੋਮਿਸਟ ਨੇ, ਤੇ ਉਧਰੋਂ ਜਿੰਨੇ ਘਰਾਣੇ ਨੇ, ਚਾਹੇ ਉਹ ਬਾਦਲ ਘਰਾਣਾ, ਚਾਹੇ ਉਹ ਕੈਪਟਨ ਵਾਲੇ ਨੇ, ਚਾਹੇ ਹੋਰ ਕੋਈ ਪਰਸਨੈਲਿਟੀਜ਼ ਨੇ, ਤੁਸੀਂ ਉਹਨਾਂ 'ਚੋਂ ਕਿਸੇ ਨਾਲ ਇੰਟਰੈਕਟ ਕੀਤਾ? ਤੁਸੀਂ ਕੋਈ ਇਨਪੁਟ ਦਿੱਤੀ ਹੈ ਕਿਸੇ ਤੇ? ਨਹੀਂ, ਮੈਂ ਅਕਾਲੀ ਦਲ ਨੂੰ ਜ਼ਰੂਰ ਮਤਲਬ ਕਿ ਮੈਸੇਜ ਲਾਇਆ ਸੀਗਾ ਵੀ ਤੁਹਾਨੂੰ ਜਿੱਦਣ ਪਹਿਲੇ ਦਿਨ ਮਾਰਚ ਕੀਤਾ ਹੈਗਾ ਨਵੰਬਰ 26 ਨੂੰ, ਤਾਂ ਇਹਨਾਂ ਨੂੰ ਅੱਗੇ ਲੱਗ ਕੇ ਚੱਲਣਾ ਚਾਹੀਦਾ ਸੀ। ਘੱਟੋ ਘੱਟ ਜੇ ਆਪ ਇਹ ਡਰਦੇ, ਬਾਦਲ ਨਹੀਂ ਬਾਹਰ ਆਉਣਾ ਚਾਹੁੰਦੇ, ਤਾਂ ਘੱਟੋ ਘੱਟ ਇਹਨਾਂ ਦੇ MLA ਤਾਂ ਆਪਣੇ ਪਿੰਡਾਂ ਦੇ ਇਕੱਠ ਲੈ ਕੇ ਜਾ ਸਕਦੇ ਸੀ ਨਾ, ਪਰ ਇਹ ਡਰਦੇ ਗਏ ਨਹੀਂ। ਇਹਨਾਂ ਦਾ ਡਰ ਇਸ ਕਰਕੇ ਸੀ ਕਿਉਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਨੂੰ ਮੈਂ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਸੀ ਵੀ ਇਹ ਸਿੱਖਾਂ ਦਾ ਸਟਰਗਲ ਆ, ਤੁਹਾਨੂੰ ਉੱਥੇ ਜਾਣਾ ਚਾਹੀਦਾ ਹੱਲਾਸ਼ੇਰੀ ਦੀ। ਉਹਨਾਂ ਨੇ ਡਾਇਰੈਕਟ ਤਾਂ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ, ਪਰ ਜੋ ਮੈਨੂੰ ਮੈਸੇਜ ਆਇਆ, ਉਹਨਾਂ ਨੇ ਕਿਹਾ ਵੀ BJP ਮੇਰੇ ਉਲਟ ਹੋ ਜੂਗੀ। ਉਹ ਡਰਦਾ ਨਹੀਂ ਗਿਆ। ਅਕਾਲ ਤਖਤ ਦਾ ਜਥੇਦਾਰ ਡਰਦਾ ਉੱਥੇ ਪਹੁੰਚਿਆ ਨਹੀਂ ਗਾ। ਤੇ ਮੈਂ ਤੇ ਤੋਂ ਫਿਰ ਦੁਬਾਰਾ ਮਾਈਕ੍ਰੋਫੋਨ ਬਾਹਰੋਂ ਫੜ ਕੇ ਮੈਂ ਇਹਨਾਂ ਨੂੰ ਇਹ ਪੁੱਛਣ ਲੱਗਿਆ ਕਿ ਐਕਚੁਅਲੀ ਜਦੋਂ ਇਹ ਕਾਨੂੰਨ ਪਾਸ ਹੋਏ ਨੇ ਜੀ, ਦੋਨੋਂ ਬਾਦਲਾਂ ਦਾ ਬੇਟਾ ਤੇ ਉਹਨਾਂ ਦੀ ਨੂੰਹ ਅਕਾਲੀਆਂ ਦੇ ਡੋਮੀਨੈਂਟ ਮੈਂਬਰ ਪਾਰਲੀਮੈਂਟ ਨੇ, ਤੇ ਦੋਨੇ ਹੀ ਉੱਥੇ ਬੈਠੇ ਸੀ। ਹਾਂਜੀ, ਤੇ ਜਿੱਥੇ ਤੱਕ ਮੈਨੂੰ ਪਤਾ, ਤੁਸੀਂ ਆਪਦੇ ਸੁਭਾਅ ਮੁਤਾਬਕ ਦੋਹਾਂ ਨੂੰ ਘੇਰਿਆ ਤਾਂ ਹੋਊ ਕਿਤੇ?
ਨਹੀਂ, ਮੈਂ ਮਿਲਿਆ ਨਹੀਂ ਗਾ ਇਹਨਾਂ ਨੂੰ, ਪਰ ਮੈਂ ਇਹ ਲਿਖਿਆ ਹੈਗਾ ਬਹੁਤ ਸਟਰੋਂਗਲੀ ਹਾਂਜੀ। ਕਿ ਸਦੀ ਬਾਅਦ ਜਿਹੜਾ ਅਕਾਲੀ ਦਲ ਆ ਉਹ ਬਿਲਕੁਲ ਪਛੜ ਗਿਆ। ਹੂੰ। ਅੱਜ ਅਕਾਲੀ ਦਲ ਜਿਹੜਾ ਆਪਣੀ ਹੋਂਦ ਗਵਾ ਚੁੱਕਿਆ, ਹਾਂਜੀ। ਪੰਜਾਬ 'ਚੋਂ ਬੁਰੀ ਤਰ੍ਹਾਂ ਪਛੜ ਗਿਆ। ਹੂੰ। ਕਿਸਾਨੀ ਦੇ ਜਿਹੜੇ ਫਾਰਮਰ ਸੀ, ਉਹਨਾਂ ਦਾ ਮੇਨ ਬੇਸ ਸੀਗਾ, ਹਾਂਜੀ। ਉਹਦੇ ਤੋਂ ਵੀ ਟੁੱਟ ਗਏ ਨੇ। ਹੂੰ। ਇਨਫੈਕਟ ਜਿਹੜੀ ਕਿਸਾਨਾਂ ਦੀ ਅੰਦੋਲਨ ਉੱਠਿਆ ਹੈਗਾ, ਇਹਨੇ ਦੋਨਾਂ ਹੀ ਕਿ ਤਿੰਨੇ ਪਾਰਟੀਆਂ ਨੂੰ, ਆਪ ਨੂੰ ਵੀ ਨਾਲ ਰਲਾ ਲਓ, ਹੂੰ। ਇਹਨਾਂ ਨੂੰ ਸੁੱਤਿਆਂ ਹੀ ਫੜ ਲਿਆ। ਇਹਨਾਂ ਨੇ ਸੋਚਿਆ ਹੀ ਨਹੀਂ ਸੀ ਕਦੀ ਵੀ ਆਹ ਧਿਰ ਵੀ ਉੱਠ ਪਊਗੀ ਆ, ਰਾਈਟ। ਕਿਉਂਕਿ ਦਵਾਈ ਇੰਨੇ ਜ਼ਿਆਦੇ ਆ ਕਿਸਾਨੀ। ਹਰ ਸਾਲ ਮਤਲਬ ਕਿ ਮੈਂ ਤੁਹਾਨੂੰ ਦੱਸਦਾ ਵੀ 2500 ਜਿਹੜਾ ਪਰਿਵਾਰ ਆ ਕਿਸਾਨੀ ਦਾ, ਉਹ ਉਜਾੜਿਆ ਜਾਂਦਾ ਤਾਂ ਕਿ ਉੱਥੇ ਅਸਾਰੀਆਂ ਹੋ ਸਕਣ, ਸ਼ਹਿਰ ਬਣ ਸਕਣ, ਜਾਂ ਕੁਛ ਹੋਰ ਉੱਥੇ ਉਸਾਰਿਆ ਜਾਵੇ। ਉਹਨੂੰ ਇਹ ਕਹਿੰਦੇ ਨੇ ਕਿ ਅਸੀਂ ਡਿਵੈਲਪਮੈਂਟ ਕਰ ਰਹੇ। ਇਹ ਡਿਵੈਲਪਮੈਂਟ ਇਹ ਸੋਚਦੇ ਆ ਵੀ ਸੜਕਾਂ ਬਣਾਤੀਆਂ, ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਤੀਆਂ। ਇਹ ਨਹੀਂ ਸੋਚਦੇ ਕਿ ਜਿਹੜੀ ਡਿਵੈਲਪਮੈਂਟ ਦਾ ਅਸਲ ਮੀਨਿੰਗ ਹੈਗਾ ਕਿ ਲੋਕਾਂ ਦਾ ਰਹਿਣ ਸਹਿਣ ਦਾ ਪੱਧਰ ਉਹ ਕਿਵੇਂ ਉੱਚਾ ਚੱਕਣਾ ਹੈਗਾ। ਤੇ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀਗੀ, ਉਦੋਂ 1 ਲੱਖ ਹੈਕਟੇਅਰ ਜਿਹੜੀ ਜ਼ਮੀਨ ਆ, ਉਹ ਜਿਹੜੀ ਸੀ ਉਹ ਸ਼ਹਿਰਾਂ ਅਰਬਨ ਜਿਹੜੀ ਸੀਗੀ ਅਰਬਨ ਵੇਸ ਦੇ ਵਿੱਚ ਤਬਦੀਲ ਕਰਤੀ ਸੀ। ਲੋਕਾਂ ਨੂੰ ਉਜਾੜ ਦਿੱਤਾ ਗਿਆ ਸੀ। ਉਸ 10 ਸਾਲਾਂ 'ਚ 50 ਮਿਲੀਅਨ ਬੰਦਾ ਆਪਣੇ ਘਰਾਂ ਤੋਂ ਬੇਘਰ ਹੋਇਆ, ਚਾਹੇ ਉਹ ਮਾਓਵਾਦੀ ਟਰਾਈਬਲ ਸੀਗੇ, ਚਾਹੇ ਦੂਜੇ ਸੀ, ਚਾਹੇ ਨਰਮੜਾ ਡੈਮ ਸੀ, ਜਾਂ ਹੋਰ ਏਦਾਂ ਦੀਆਂ ਸਾਰੀਆਂ ਸੀ। ਇਹਨਾਂ ਨੇ ਕੇਅਰ ਨਹੀਂ ਕੀਤੀ ਕਿ ਜਿਹੜੇ ਲੋਕੀ ਉੱਜੜ ਗਏ ਉਹ ਅੱਜ ਤੱਕ ਵਸੇ ਨਹੀਂ ਹੈਗੇ। ਜਿਸ ਤਰ੍ਹਾਂ ਪੰਜਾਬ ਦੀ ਜਵਾਨੀ ਉੱਜੜੀ ਆ 84 ਕਰਕੇ, ਕਤਲੇਆਮ ਕਰਕੇ ਜਾਂ ਕਿਵੇਂ ਆ, ਉਹ ਤਾਂ ਅੱਜ ਤੱਕ ਨਹੀਂ ਵਸੇ। ਪਰ ਜਿਹੜੇ ਉੱਥੇ ਉਜਾੜੇ ਗਏ ਸੀ ਉਹ ਕਾਫੀ ਹੱਦ ਤੱਕ ਕਿਸੇ ਨਾ ਕਿਸੇ ਤਰੀਕੇ ਨਾਲ ਵਸਾ ਲਿੱਤੇ ਗਏ ਆ। ਇਹ ਉਹਨਾਂ ਦੇ ਕਿਸੇ ਨਾਮੀ ਬੰਦੇ ਦਾ ਕੋਟ ਆ ਇਹ, ਵੀ ਅਸੀਂ ਕਾਹਦੇ ਉੱਜੜੇ, ਉੱਜੜਿਆ ਤਾਂ ਪੰਜਾਬ ਆ। ਉਹ ਹੁਣ ਦੁਬਾਰਾ ਰਿਪੀਟ ਹੋ ਰਿਹਾ। ਪਰ ਆਪਣੀ ਇਹ ਹਿਸਟਰੀ ਆ ਕਿ ਪਿਛਲੇ 70 ਸਾਲਾਂ ਤੋਂ ਜਿਹੜਾ ਵੀ ਸੰਘਰਸ਼ ਵਿੱਢਿਆ ਗਿਆ ਹੈਗਾ, ਉਹ ਕਦੀ ਤਰ ਪੱਤਰ ਨਹੀਂ ਲੱਗਿਆ, ਕਿਸੇ ਕਿਨਾਰੇ ਨਹੀਂ ਲੱਗ ਸਕਿਆ। ਅੱਧ ਵਿਚਕਾਏ ਜਾਂ ਤਾਂ ਦਮ ਤੋੜ ਗਿਆ ਜਾਂ ਵਿੱਚ ਹੀ ਰਹਿ ਗਿਆ। ਉਹ ਚਾਹੇ ਉਹ ਪੰਜਾਬੀ ਸੂਬਾ ਸੀ, ਚਾਹੇ ਉਹ ਅਨੰਦਪੁਰ ਸਾਹਿਬ ਦਾ ਮਤਾ ਸੀ, ਚਾਹੇ ਉਹ ਧਰਮ ਯੁੱਧ ਮੋਰਚਾ ਸੀ। ਉਸ ਤੋਂ ਬਾਅਦ ਇਹ ਕਿਸਾਨ ਅੰਦੋਲਨ ਉੱਠਿਆ। ਹੁਣ ਵੀ ਜਿਹੜਾ ਇਹ ਕਹਿ ਰਹੇ ਨੇ, ਇਹ ਇੱਕ ਭਾਵਨਾਤਮਕ ਮੁੱਦਾ ਹੈਗਾ, ਭਾਵਨਾ ਨਾਲ ਜ਼ਿਆਦਾ ਜੁੜਿਆ ਹੋਇਆ ਹੈਗਾ। ਲੋਕੀ ਇਹਨੂੰ ਵਧਾ ਚੜਾ ਕੇ ਦੀ ਤਸਵੀਰ ਪੇਸ਼ ਕਰ ਰਹੇ ਆ ਵੀ ਲੱਖਾਂ ਹੀ ਬੈਠੇ ਆ, ਤੇ ਫਿਰ ਲੱਖਾਂ ਦਾ ਇੱਕ ਵਾਰ ਇਕੱਠ ਤਾਂ ਕਰਕੇ ਦਿਖਾਓ, ਇੱਕ ਰੈਲੀ ਤਾਂ ਕਰੋ ਇਕੱਠਾ ਹੀ ਕੋਈ, ਤਾਂ ਕਿ ਇੰਟਰਨੈਸ਼ਨਲ ਮੀਡੀਆ ਨੂੰ ਪਤਾ ਤਾਂ ਲੱਗੇ ਕਿ ਸਾਡੇ ਮਗਰ ਹੈ ਕਿੰਨੇ ਬੰਦੇ ਆ। 5-10 ਲੱਖ ਬੰਦੇ ਦੀ ਕਰਨ ਤਾਂ ਵੀ ਐਵੇਂ ਟਰੈਕਟਰਾਂ ਤੇ ਇਹ ਤੇਲ ਫੂਕੀ ਜਾ ਰਹੇ ਆ, ਜ਼ੋਰ ਜਮਾਈ ਕਰ ਰਹੇ ਆ। ਕੋਈ ਇਹ ਪੋਲੀਟੀਕਲ ਰਾਜਨੀਤਿਕ ਮੁੱਦਾ ਹੈਗਾ, ਇਹਨੂੰ ਰਾਜਨੀਤੀ ਵਾਂਗੂ ਹੀ ਨਿਬੇੜੋ। ਜਦੋਂ ਰਾਜਨੀਤਿਕ ਲੀਡਰਾਂ ਨਾਲ ਹੀ ਗੱਲ ਕਰ ਰਹੇ ਆ, ਸਰਕਾਰ ਕੀ ਆ, ਇੱਕ ਰਾਜਨੀਤਿਕ ਚਿੰਨ੍ਹ ਆ ਨਾ। ਮੈਂ ਤੁਹਾਡੇ ਕੋਲ ਮੇਰੇ ਖਿਆਲ ਸਵਾਲਾਂ ਦੀ ਲੜੀ ਹੋਣੀ ਹੈ, ਤੁਸੀਂ ਇਹਨੂੰ ਜਾਰੀ ਰੱਖਣਾ ਚਾਹੁੰਦੇ? ਥੈਂਕ ਯੂ ਭਾਜੀ। ਕਿਉਂਕਿ ਭਾਜੀ ਜੋ ਮੈਂ ਤੁਸੀਂ ਕਰ ਰਹੇ ਸੀਗੇ, ਮੈਂ ਇਹਦੇ ਨਾਲ ਹੀ ਰਿਲੇਟਡ ਕਹਿੰਦੀ ਹਾਂ ਕਿ ਹਾਂਜੀ ਬਹੁਤ ਆਪਣੇ ਪੰਜਾਬ ਹਰਿਆਣਾ ਦੇ ਫਾਰਮਰਸ ਉੱਤੇ ਪਹੁੰਚੇ ਆ। ਕਈ ਦਿਨ ਹੋ ਗਏ ਹੁਣ, ਆਈ ਥਿੰਕ 40+ ਮੇਬੀ ਕਲੋਜ਼ ਟੂ 50 ਡੇਜ਼ ਹੋ ਰਹੇ ਆ। ਤੇ ਇਸ ਟਾਈਮ ਦੇ ਵਿੱਚ ਬਹੁਤ ਸ਼ਹੀਦੀਆਂ ਵੀ ਹੋਈਆਂ ਨੇ। ਤਾਂ ਜਿਹੜੀ ਇਹ ਗੱਲ ਮੈਨੂੰ ਬਹੁਤ ਲਾਈਕ ਇਹ ਦਿਲ ਨੂੰ ਫੀਲ ਹੁੰਦੀ ਹੈ ਕਿ ਇਹ ਪਹਿਲਾਂ ਗੱਲ ਤਾਂ ਅਵੋਇਡੇਬਲ ਸੀਗਾ ਜੇ ਪਹਿਲਾਂ ਹੀ ਗੱਲ ਸੁਣ ਲੈਂਦੇ ਜਾਂ ਕੋਈ ਸੁਣਵਾਈ ਹੁੰਦੀ। ਤੇ ਬਟ ਮੈਨੂੰ ਇਹ ਲੱਗਦਾ ਹੈਗਾ ਕਿ ਜਦੋਂ ਕੋਈ ਸ਼ਹਾਦਤ ਹੁੰਦੀ ਹੈ, ਕੋਈ ਸ਼ਹੀਦੀ ਹੁੰਦੀ ਹੈ, ਤੁਹਾਡੇ ਮੰਨ ਲਓ ਕਿ ਤੁਹਾਡੇ ਨਾਲ ਹੀ ਕੋਈ ਆਇਆ ਹੈਗਾ ਤੇ ਦੇ ਪਾਸ ਹੋਏ, ਤਾਂ ਇੱਕ ਮੈਨੂੰ ਲੱਗਦਾ ਕਿ ਬਾਕੀ ਲੋਕਾਂ ਦੀ ਥੋੜੀ ਮੋਰਲ ਲੋ ਹੁੰਦਾ ਹੋਊਗਾ। ਤੁਹਾਡਾ ਕੀ ਵਿਚਾਰ ਹੈ ਕਿ ਤੁਹਾਨੂੰ ਲੱਗਦਾ ਕਿ ਇਹ ਕੋਈ ਥੋੜਾ ਨੈਗੇਟਿਵ ਸੈਂਸ ਦਿੰਦਾ ਹੋਊਗਾ ਬਾਕੀ ਦੇ ਲੋਕਾਂ ਨੂੰ ਜਿਹੜੇ ਨਾਲ ਹੈਗੇ ਨੇ, ਜਿਹੜੇ ਨਾਲ ਜੁੜੇ ਹੋਏ ਇੰਨਾ? ਤਾਂ ਨਹੀਂ, ਮਤਲਬ ਕਿ ਇਹ ਇੱਕ ਦੁੱਖ ਵਾਲੀ ਤਾਂ ਗੱਲ ਹੈਗੀ ਆ ਵੀ ਅਨਨੈਚੁਰਲ ਜਿਹੜੀਆਂ
ਬੇਕੁਦਰਤੀ ਮੌਤਾਂ ਹੋ ਰਹੀਆਂ ਨੇ, ਉਹਦੇ 'ਚ ਦੁੱਖ ਤਾਂ ਹੈਗਾ ਹੀ ਆ। ਇਹਦਾ ਵੀ ਵੇਰਿੰਗ ਨੰਬਰ ਆ, ਕੋਈ ਕਹਿੰਦਾ 70 ਹੁਣ ਤੱਕ ਜਿਹੜੇ ਬੇਕੁਦਰਤੀ ਮੌਤ ਮਰ ਗਏ। ਕੱਲ ਜਿਹੜੀ NDTV ਤੇ ਖਬਰ ਆ ਰਹੀ ਸੀ, ਉਹਨਾਂ ਨੇ ਕਿਹਾ ਵੀ 121 ਹੁਣ ਤੱਕ ਬੇਕੁਦਰਤੀ ਮੌਤਾਂ ਹੋ ਚੁੱਕੀਆਂ ਨੇ। ਇਹ ਵੀ ਅਥੈਂਟਿਸਿਟੀ ਹਜੇ ਤੱਕ ਆ ਨਹੀਂ ਸਕੀ, ਜਦ ਕਿ ਹੋਣੀ ਚਾਹੀਦੀ ਹੈ। ਜਦ ਕਿ ਇਹ ਤਾਂ ਬੜਾ ਰੀਸੈਂਟ ਆਪਣੇ ਅੱਖਾਂ ਸਾਹਮਣੇ ਵਾਪਰ ਰਿਹਾ ਘਟਨਾਕ੍ਰਮ ਹੈਗਾ। ਇਸ ਚੀਜ਼ ਨਾਲ ਜ਼ਰੂਰ ਆ ਵੀ ਇੱਕ ਵਾਰ ਧੱਕਾ ਤਾਂ ਵੱਜਦਾ ਹੀ ਆ, ਕਿਉਂਕਿ ਠੰਡ ਨਾਲ ਹੋਰ ਕਿਸੇ ਤਰ੍ਹਾਂ ਦੀਆਂ ਬਿਮਾਰੀਆਂ ਨਾਲ, ਜਦ ਕਿ ਉੱਥੇ ਤੁਹਾਡੇ ਬਾਹਰੋਂ ਵੀ ਆ ਕੇ ਮੈਡੀਕਲ ਡਾਕਟਰਸ ਬੜੀ ਸੇਵਾ ਕਰ ਰਹੇ ਆ, ਬੜੀ ਵੱਡੀ ਗੱਲ ਆ ਇਹ। ਹੋਰ ਵੀ ਕੁੜੀਆਂ ਮੁੰਡੇ ਜਿਹੜੇ ਨਵੇਂ ਡਾਕਟਰਸ ਨੇ ਉਹ ਉੱਥੇ ਕੋਸ਼ਿਸ਼ ਕਰ ਰਹੇ ਆ ਕਿ ਆਪਣੇ ਵੱਲੋਂ ਪੂਰੀ ਕੋਈ ਜਿਹੜੀ ਸਿਹਤ ਪੱਖੋਂ ਸੁਵਿਧਾ ਹੈਗੀ ਆ ਉਹ ਦਿੱਤੀ ਜਾ ਸਕੇ। ਪਰ ਫਿਰ ਵੀ ਜਿਹੜੇ ਕੁਦਰਤ ਦੀ ਮਾਰ ਜ਼ਿਆਦਾ ਵੱਡੀ ਹੁੰਦੀ ਆ, ਉਹ ਤਾਂ ਝੱਲਣੀ ਪੈਂਦੀ ਆ, ਉਹਦੇ ਤੋਂ ਹੁਣ ਆਪਾਂ ਬਚਾ ਨਹੀਂ ਕਰ ਸਕਦੇ। ਕੋਈ ਤੁਸੀਂ ਝੱਲ ਸਕਦਾ ਇੰਨੀ ਸਰਦੀ, ਕੋਈ ਨਹੀਂ ਝੱਲ ਸਕਦਾ। ਤੁਹਾਨੂੰ ਜਾਣ ਦਾ ਮੌਕਾ ਮਿਲਿਆ ਵੀਰ ਜੀ? ਨਹੀਂ, ਮੈਂ ਨਹੀਂ ਗਿਆ ਜੀ ਕਦੀ। ਮੈਂ ਵੈਸੇ ਬੁੱਕ ਲਿਖੀ ਹੈ ਕਿ ਕਿਸਾਨੀ ਕਿਸਾਨ ਕਰੇ, ਇਸ ਟੌਪਿਕ ਤੇ। ਜਦੋਂ ਇਹ ਸੰਘਰਸ਼ ਸ਼ੁਰੂ ਹੋਇਆ ਉਹਦੇ ਨਾਲ ਹੀ ਫਿਰ ਮੈਨੂੰ ਕਿਹਾ ਗਿਆ ਸੀ ਕਿਸੇ ਪਬਲਿਸ਼ਰ ਵੱਲੋਂ, ਤੇ ਮੈਂ ਉਹ ਕਿਤਾਬ ਲਿਖੀ ਹੈ। ਛੋਟਾ ਜਿਹਾ 60-70 ਪੇਜ ਦੀ ਕਿਤਾਬ ਹੈ। ਉਹਦੀ ਸਮਰੀ ਕੀ ਹੈ? ਉਹਦਾ ਕਿਸਾਨੀ ਜਿਹੜਾ ਹੈਗੀ ਆ ਵੀ ਉਹ ਕਿਵੇਂ ਇੰਨੇ ਸਾਲਾਂ ਤੋਂ 70 ਸਾਲਾਂ ਤੋਂ ਪਛੜਦੀ ਜਾ ਰਹੀ ਆ। ਜੇ ਗ੍ਰੀਨ ਰੈਵੋਲੂਸ਼ਨ ਹਰੀ ਕ੍ਰਾਂਤੀ ਆਈ ਤਾਂ ਵੀ ਉਹਦੀ ਜਿਹੜੀ ਕੀਮਤ ਸੀਗੀ ਉਹ ਪੰਜਾਬ ਨੂੰ ਬੜੀ ਵੱਡੀ ਉਤਾਰਨੀ ਪਈ ਆ। ਤੇ ਸਰਕਾਰਾਂ ਨੇ ਹਰੀ ਕ੍ਰਾਂਤੀ ਤਾਂ ਲੈ ਆਂਦੀ, ਉਹਨੂੰ ਬੜਾ ਇਹਨਾਂ ਨੇ ਪ੍ਰਚਾਰਿਆ ਵੀ ਸਾਡੇ ਭੰਡਾਰ ਭਰ ਗਏ। ਪਰ ਇਹਨਾਂ ਨੇ ਜਿੱਥੋਂ ਭੰਡਾਰ ਭਰ ਰਹੇ ਸੀਗੇ ਉਹਨਾਂ ਦੀ ਸਾਰ ਨਹੀਂ ਲਈ, ਨਾ ਹੀ ਕੋਈ ਏਦਾਂ ਦੀ ਤਬਦੀਲੀ ਕਰਨੀ ਚਾਹੀ ਕਿਸਾਨੀ 'ਚ ਕਿ ਕਿਸਾਨ ਆਉਣ ਵਾਲੇ ਸਮੇਂ ਲਈ ਆਪਣੇ ਆਪ ਨੂੰ ਤਿਆਰ ਕਰ ਸਕਣ। ਹੁਣ ਵੀ ਜਿਹੜਾ ਇਹ ਮੁੱਦਾ ਉੱਠਿਆ ਹੈਗਾ, ਇਹਦੇ 'ਚ ਸਾਰਿਆਂ ਨਾਲੋਂ ਵੱਡਾ ਤਾਂ ਡਰ ਆ, ਖਾਦਸਾ, ਕਿ ਅਸੀਂ ਜੇ ਮੰਡੀਆਂ ਖੋਲ੍ਹਤੀਆਂ ਤਾਂ ਸਾਡੇ ਨਾਲ ਕੀ ਹੋਊਗਾ। ਕੀ ਇੰਨੀ ਆਪਣੇ ਆਪ ਨੂੰ ਉਹ ਅਸੁਰੱਖਿਅਤ ਮਹਿਸੂਸ ਕਰਦੇ ਨੇ ਕਿ ਅਸੀਂ ਇਹਨਾਂ ਖੁੱਲੀਆਂ ਮੰਡੀਆਂ ਨੂੰ ਕੀ ਫੇਸ ਕਰ ਸਕਾਂਗੇ ਕਿ ਨਹੀਂ। ਦਬੀ ਹੋਈ ਆਵਾਜ਼ ਇੱਥੇ ਜਿਹੜੇ ਚਿੰਤਾਜਨਕ ਲੋਕ ਨੇ ਉਹ ਇਹ ਵੀ ਕਹਿੰਦੇ ਨੇ ਕਿ ਜੇ ਮੰਡੀਆਂ ਖੋਲ੍ਹਣੀਆਂ ਹੀ ਨੇ ਤਾਂ ਫਿਰ ਸਾਡੀ ਆਹ ਅਟਾਰੀ ਵਾਲੀ ਸਰਹੱਦ ਵੀ ਖੋਲ ਦਿਓ, ਫਿਰ ਅਸੀਂ ਮੰਡੀ ਸਿੱਧੀ ਅਰਬ ਵਰਲਡ 'ਚ ਹੀ ਰਹਿ ਜਾਈਏ। ਇੱਥੇ ਡੰਗਰ ਪਸ਼ੂ ਇੰਨੇ ਫਿਰਦੇ ਆ ਪੰਜਾਬ 'ਚ, ਇੰਨੇ ਉਜਾੜੇ ਹੁੰਦੇ ਆ ਫਸਲਾਂ ਦੇ, ਇੰਨੇ ਲੋਕੀ ਮਾਰਦੇ ਆ, ਕਿਉਂਕਿ ਡੈਰੀ ਹੁਣ ਜਿਹੜਾ ਹੈਗਾ ਧੰਦਾ ਦੁੱਧ ਦਾ ਚੱਲ ਪਿਆ ਹੈਗਾ। ਇਹਦੇ ਕਰਕੇ ਜਿਹੜੇ ਪਸ਼ੂ ਨਹੀਂ ਦੁੱਧ ਦਿੰਦੇ ਜਾਂ ਕਿਵੇਂ, ਉਹਨਾਂ ਨੂੰ ਛੱਡ ਦਿੱਤਾ ਜਾਂਦਾ ਸੜਕਾਂ ਤੇ। ਭਾਵੇਂ ਇਹਨਾਂ ਨੇ ਗਊਸ਼ਾਲਾ ਬਣਾਈਆਂ ਨੇ, ਹੋਰ ਬਣਾਈਆਂ ਨੇ, ਪਰ ਉਹ ਕਾਫੀ ਨਹੀਂ ਹੈਗੀਆਂ। ਕਿਉਂ ਨਾ, ਜੇ ਆਪਾਂ ਨੂੰ ਇੱਥੇ ਨਹੀਂ ਮੀਟ ਖਾਣ ਦਿੰਦੇ, ਦੂਜੇ ਮੁਲਕ ਤਾਂ ਖਾਂਦੇ ਆ। ਜੇ ਦੂਜਾ ਆਪਣਾ ਗੰਢਾ ਜਾਂ ਟਮਾਟਰ ਜਾਂ ਹੋਰ ਡਰਾਈ ਫਰੂਟ ਐਕਸਪੋਰਟ ਹੋ ਸਕਦੇ ਆ ਤਾਂ ਸਾਡੀਆਂ ਜਿਨਸਾਂ ਕਿਉਂ ਨਹੀਂ ਐਕਸਪੋਰਟ ਹੋ ਸਕਦੀਆਂ। ਇਹ ਵੀ ਤਾਂ ਇਕੱਠਾ ਕਰਕੇ ਧਨ ਜਿਹੜਾ ਹੈਗਾ, ਜਿੰਨਾ ਵੀ ਧਾਨ ਆ, ਇਹ ਬਾਹਰ ਹੀ ਭੇਜਦੇ ਆ ਨਾ। ਇੰਡੀਆ 'ਚ ਤਾਂ ਇੰਨੀ ਖਪਤ ਹੈ ਨਹੀਂ ਗੀ। ਅੱਗੇ 2.5-3 ਗੁਣਾ ਜਿਹੜਾ ਹੈਗਾ FCI 'ਚ ਪਿਆ ਹੈਗਾ। ਸਾਨੂੰ ਵੀ ਖੋਲ ਦੋ ਮੰਡੀ ਤਾਂ ਦੇਖੋ ਫਿਰ ਖੁਸ਼ਹਾਲੀ ਕਿਵੇਂ ਹੁੰਦੀ ਆ ਪੰਜਾਬ 'ਚ, ਨਾਲੇ ਕਿੰਨੀ ਨੇੜਤਾ ਵੱਧਦੀ ਆ। ਸਾਡੀ ਕਾਹਦੀ ਲੜਾਈ ਆ ਪਾਕਿਸਤਾਨ ਨਾਲ? ਇਹ ਤਾਂ ਇਹਨਾਂ ਦੇ ਹਊਏ ਕ੍ਰੀਏਟ ਕੀਤੇ ਹੋਏ ਆ ਕਿ ਹਾਏ ਜੀ ਹਾਏ ISI ਆਜੂ, ਫਲਾਨਾ ਆਜੂ। ਇਹ ਸਾਰੇ ਜਿਹੜੀ ਬਹੁਤ ਗਿਣਤੀ ਪਾਪੂਲੇਸ਼ਨ ਆ ਜਿਹੜੀ ਹਿੰਦੂ ਰਾਸ਼ਟਰ ਦੀ ਮਦਈ ਆ, ਇਹਨਾਂ ਸਰਕਾਰਾਂ ਦੇ ਖੜੇ ਕੀਤੇ ਹੋਏ ਖਾਦਸੇ ਨੇ। ਤੇ ਜਿਹੜਾ ਹੁਣ ਵਾਲਾ ਦੌਰ ਚੱਲ ਰਿਹਾ ਉਹਦੇ 'ਚ ਇਹ ਕਿੱਧਰ ਨੂੰ ਲੈ ਕੇ ਚੱਲੇ ਸੀਗੇ ਇਸ ਸਾਰੀ ਮੁਹਿੰਮ ਨੂੰ, ਤੇ ਅੱਜ ਆਪਾਂ ਇਹਨੂੰ ਸਾਰਾ ਪੰਜਾਬ ਰਲ ਕੇ ਫੇਸ ਕਰ ਰਿਹਾ। ਜਿਹੜੇ ਨੰਬਰਸ ਨੇ, ਸ਼ਾਇਦ 12 ਮਿਲੀਅਨ ਦੇ ਕਰੀਬ ਟੋਟਲ ਫਾਰਮਰਸ ਪ੍ਰੋਟੈਸਟ ਕਰ ਰਹੇ ਨੇ, ਜਿਹਦੀ ਗਿਣਤੀ ਕਿ 120 ਲੱਖ ਦੇ ਕਰੀਬ ਬਣਦੀ ਹੈ। ਇਹ ਬੜੀ ਵੱਡੀ ਫਿਗਰ ਆ ਯਾਰ, ਇੰਨਾ ਕਿੱਥੇ ਹੈਗਾ ਬੰਦਾ ਯਾਰ। ਅੱਛਾ ਜੀ। ਹਾਂ, ਇਹ ਤਾਂ ਸਿਰਫ ਨਾਰਥ ਦਾ ਫਨੋਮਨਾ ਹੈਗਾ, ਮਤਲਬ ਕਿ ਮੁੱਢਲੇ ਤੌਰ ਤੇ। ਹਾਂਜੀ। ਉਹਦੇ 'ਚ ਵੱਡਾ ਮੈਂਬਰ ਪੰਜਾਬ ਆ, ਉਹਦਾ ਸਹਿਯੋਗ ਕਰ ਰਿਹਾ ਹਰਿਆਣਾ। ਹਾਂਜੀ। ਫਿਰ ਸਰਟਨ ਜਿਹੜੇ ਹੈਗੇ ਏਰੀਏ
ਉਹ ਵੈਸਟਰਨ ਯੂਪੀ ਦੇ ਨੇ, ਕੁਛ ਰਾਜਸਥਾਨ ਤੋਂ ਹੈਗੇ ਨੇ, ਬੈਲਟ ਜਿਹੜੀ ਹੈਗੀ ਆ, ਪਰ ਇਹਨਾਂ ਦੀ ਕੋਈ ਜੁਆਇੰਟ ਕੋਆਰਡੀਨੇਸ਼ਨ ਹੈ ਨਹੀਂ ਗੀ। ਹਰ ਇੱਕ ਦਾ ਆਪੋ ਆਪਣਾ ਏਜੰਡਾ ਹੈਗਾ, ਭਾਵੇਂ ਖੱਬੇ ਪੱਖੀ ਨੇ ਭਾਵੇਂ ਕਿਵੇਂ ਆ, ਪਰ ਜਿਹੜੇ ਉੱਥੇ ਲੋਕ ਬੈਠੇ ਨੇ ਉਹ ਕਿਸੇ ਭਾਵ ਨਾਲ ਬੈਠੇ, ਭਾਵਨਾ ਦੇ ਨਾਲ ਬੈਠੇ ਨੇ। ਉਹ ਸਿੱਖੀ ਭਾਵਨਾ ਵੀ ਸਾਰਿਆਂ ਨਾਲੋਂ ਵੱਡੀ ਪ੍ਰਚਲਿਤ ਆ ਕਿ ਗੁਰੂ ਮਹਾਰਾਜ ਦਾ ਭਾਣਾ ਤੇ ਆਪਾਂ ਭਾਣਾ ਮੰਨਣਾ ਤੇ ਆਪਾਂ ਨੂੰ ਸੰਘਰਸ਼ਾਂ ਲਈ ਖੜੇ ਹੋਣਾ ਚਾਹੀਦਾ। ਜਿੱਥੋਂ ਤੱਕ ਪੰਜਾਬ ਦਾ ਸਵਾਲ ਆ, ਜਿੰਨਾ ਮੱਧ ਵਰਗੀ ਵਰਗ ਆ ਜਾਂ ਸ਼ਹਿਰੀ ਵਰਗ ਆ ਜਾਂ ਹੋਰ ਵਰਗ ਆ, ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਗਾ ਇਸ ਚੀਜ਼ ਦੇ ਨਾਲ। ਉਹ ਤਾਂ ਉਵੇਂ ਲੋਹੜੀਆਂ ਮਨਾਉਂਦੇ ਨੇ, ਉਵੇਂ ਭੰਗੜੇ ਪਾਉਂਦੇ ਨੇ, ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਗਾ ਇਸ ਦਾ। ਇਹ ਭੁਲੇਖੇ ਚ ਗੱਲ ਹੈ ਜੀ। ਹੈਂ? ਇਹ ਅਫਸੋਸ ਵਾਲੀ ਗੱਲ ਹੀ ਹੈ ਕਿ ਉਹ ਕਿਉਂ ਨਹੀਂ ਇਸ ਵੇਲੇ ਅੰਨਦਾਤੇ ਦੇ ਨਾਲ ਖੜੇ। ਉਹਨਾਂ ਦਾ ਕੋਈ, ਸਾਰੀ ਇੰਡੀਆ ਦੀ ਜਿਹੜੀ ਮੱਧ ਵਰਗੀ ਜਮਾਤ ਆ, ਉਹਦਾ ਕਿਸਾਨੀ ਨਾਲ ਕੋਈ ਲੈਣਾ ਦੇਣਾ ਨਹੀਂ ਗਾ। ਇਹ ਤਾਂ ਐਵੇਂ ਇਹਨੂੰ ਇੱਕ ਰੋਮਾਂਚਕ ਮੁੱਦਾ ਦਿੱਤਾ ਜਾ ਰਿਹਾ ਬੇਸਿਕ ਤੌਰ ਤੇ, ਕਿਉਂਕਿ ਆਪਾਂ ਭਾਵਨਾ ਦੇ ਨਾਲ ਜੁੜੇ ਹੋਏ ਆ ਕਿ ਆਪਣੇ ਸਿੱਖ ਭਾਈ ਜਿਹੜੇ ਨੇ ਉੱਥੇ ਜਦੋਜਹਿਦ ਕਰ ਰਹੇ ਨੇ, ਤਾਂ ਆਪਾਂ ਜੁੜੇ ਹੋਏ ਆ। ਆਪਾਂ ਕਿਸਾਨ ਆ ਬੇਸਿਕਲੀ, ਬਹੁਤੇ ਬਾਹਰ ਵੀ ਜਿਹੜੇ ਰਹਿੰਦੇ ਨੇ ਉਹ ਕਿਸਾਨ ਨੇ, ਕਿਸਾਨ ਬੈਕਗਰਾਊਂਡ ਚ ਨੇ, ਫਾਰਮਿੰਗ ਚੋਂ ਆਏ ਨੇ। ਉਹਨਾਂ ਦਾ ਨੈਚੁਰਲੀ ਇਸ ਚੀਜ਼ ਨਾਲ ਜੁੜਨਾ, ਇੱਕ ਆਪਾਂ ਬਹੁਤ ਚਿਰ ਤੋਂ ਤਲਾਸ਼ ਕਰ ਰਹੇ ਸੀ ਕਿ ਕੋਈ ਵਿਦਰੋਹ ਉੱਠੇ। ਉਹ ਹੁਣ ਵਿਦਰੋਹ ਕਿਸਾਨੀ ਦੇ ਰੂਪ ਵਿੱਚ ਉੱਠਿਆ, ਕਿਉਂਕਿ ਪੰਜਾਬ ਬੜੇ ਚਿਰ ਤੋਂ ਘੁੱਟਣ ਮਹਿਸੂਸ ਕਰ ਰਿਹਾ ਸੀਗਾ। ਉਹ ਪਹਿਲੇ ਘੁੱਟਣ ਆਪ ਵਾਲਿਆਂ ਨੇ ਆ ਕੇ ਕੱਢੀ, ਪਰ ਉਹਨਾਂ ਦੀਆਂ ਜਿਹੜੀਆਂ ਅੰਗਲੀਆਂ ਸੰਗਲੀਆਂ ਸੀ ਉਹ ਜ਼ਿਆਦਾ ਭਾਰਤਵਾਦੀ ਸੀਗੀਆਂ, ਜਿਹੜੀਆਂ ਕਿ ਭਾਰਤਵਾਦੀ ਜਿਹੜਾ ਸੰਕਲਪ ਆ, ਉਹ ਭਾਵੇਂ ਕਿੰਨੇ ਹੀ ਸਿੱਖ ਹੋਣ ਦਿਖਾਈ ਜਾਣ ਕਿ ਅਸੀਂ ਤਾਂ ਜੀ ਹਿੰਦੁਸਤਾਨੀਆਂ, ਪਰ ਮਨ ਦੇ ਵਿੱਚ ਪੀੜ ਜ਼ਰੂਰ ਆ ਕਿ ਅਸੀਂ ਤਾਂ ਸਿੱਖ ਹਾਂ। ਚਾਹੇ ਸਿੱਖ ਨੂੰ ਵੱਖਰਾ ਸਮਝ ਲਓ, ਚਾਹੇ ਕਿਵੇਂ ਬਦਲ ਲਓ, ਚਾਹੇ ਸਿੱਖ ਕੌਮ ਸਮਝ ਲਓ। ਹੁਣ ਵੀ ਜਿੰਨੇ ਲੰਗਰ ਲੱਗੇ ਆ ਜਾਂ ਹੋਰ ਸੁਵਿਧਾਵਾਂ ਉੱਥੇ ਹੈਗੀਆਂ ਨੇ, ਉਹ ਕੌਣ ਲੈ ਕੇ ਆਇਆ? ਸਿੱਖ ਲੈ ਕੇ ਆਇਆ। ਖਾਲਸਾ ਏਡ ਕੌਣ? ਭਾਵੇਂ ਮੈਂਬਰ ਹੋ ਸਕਦੇ ਉਹਨਾਂ ਨਾਲ, ਪਰ ਆਪਣੇ ਵਿੱਚ ਇਹ ਭਾਵਨਾ ਮੁੱਢ ਤੋਂ ਸੰਘਰਸ਼ ਦੀ। ਪਰ ਜਿਵੇਂ ਹੁਣ ਕੋ ਮੈਨੂੰ ਪੁੱਛੋ ਤੁਸੀਂ, ਮੈਂ ਬਿਲਕੁਲ ਨਹੀਂ ਐਫੀਲੀਏਸ਼ਨ ਫੀਲ ਕਰਦਾ ਵੀ ਹਿੰਦੁਸਤਾਨ ਵੀ ਨਾਅਰੇ ਲਾਈ ਜਾਓ। ਹੁਣ ਤੁਹਾਡੇ ਫੇਸਬੁੱਕ ਤੇ ਵੀ ਜਿਹਨੇ ਸ਼ੁਰੂ ਕੀਤਾ ਸੀ ਪਹਿਲੇ, ਉਹ ਵੀ ਜੈ ਹਿੰਦੁਸਤਾਨ ਫਲਾਨਾ। ਜੈ ਕਾਹਦੀ ਬੁਲਾਉਣੀ? ਆਪਾਂ ਨੂੰ ਤਾਂ ਕੁੱਟਿਆ ਹੀ ਹੈ ਇਹਨਾਂ ਨੇ। ਹਾਂਜੀ, ਬੜੀ ਹੋਈ ਸਾਡੇ ਨਾਲ ਧੱਕੇ ਵਾਲੀ ਹਮੇਸ਼ਾ ਰੋਲ ਰਿਹਾ ਜੀ, ਚਾਹੇ ਉਹ ਤਾਰਾ ਸਿੰਘ, ਫਤਿਹ ਸਿੰਘ ਤੋਂ ਲੈ ਕੇ ਨਹਿਰੂ ਤੋਂ ਲੈ ਕੇ ਦੇਖ ਮਨਮੋਹਨ ਸਿੰਘ ਜੀ ਇੱਕ ਆਹ ਗੱਲ ਕਹਿੰਦੇ ਆ ਵੀ ਉਸਨੇ ਹਮਾਰੇ ਜ਼ਖਮ ਕਾ यूं किया इलाज, उसने हमारे जख्म का यूं किया इलाज, मरहम भी घर लगाया तो कांटे की नोक से, मरहम भी अगर लगाया तो कांटों की नोक से। आह अपना हैगा, आह यही चीज लैके किसान बैठे भी। ਉਹਨਾਂ ਦਾ ਦਰਦ ਨਹੀਂ ਸਮਝਿਆ, ਉਹਨਾਂ ਦੇ ਜ਼ਖਮ ਨੂੰ ਸਮਝਣਾ ਨਹੀਂ ਚਾਹਿਆ, ਸਗੋਂ ਕੰਡਿਆਂ ਦੇ ਨਾਲ ਉਹਨਾਂ ਦੇ ਜ਼ਖਮ ਭਰਨੇ ਚਾਹੇ। ਹਾਂਜੀ, ਨੂਣ ਹੀ ਛਿੜਕਿਆ ਬਾਰ-ਬਾਰ। ਅੱਜ ਚਾਰ ਕਮੇਟੀ ਗੱਲ ਹੈਗੀ, ਨੂਣ ਨਾਲ ਤਾਂ ਚਲੋ ਫੇਰ ਜ਼ਖਮ ਭਰ ਜਾਂਦਾ, ਕੰਡਿਆਂ ਨਾਲ ਨਹੀਂ ਭਰਦਾ। ਹਾਂਜੀ, ਹਾਂ, ਇਸ ਕਰਕੇ ਦੀ ਜਿਹੜੀ ਹਾਂਜੀ ਮੈਂ ਤੁਸੀਂ ਕਿਉਂਕਿ ਭਾਜੀ ਤੁਸੀਂ ਖਾਲਸਾ ਏਡ ਦਾ ਵੀ ਟੌਪਿਕ ਛੇੜਿਆ, ਤਾਂ ਮੈਂ ਉਹ ਵੀ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਐਡੀ ਐਲੀਗੇਸ਼ਨ ਲਗਾਤੀ ਉਹਨਾਂ ਤੇ ਕਿ ਇਹ ਤਾਂ ਟੈਰਰਿਸਟ ਨੇ। ਲਾਈਕ ਬਹੁਤ ਈਜ਼ੀ ਵੇ ਹੈ ਕਿ 1 ਮਿੰਟ ਲਗਾਇਆ ਜੀ, ਜਿਹੜੇ ਟੈਰਰਿਸਟ ਨੇ, ਚਲੋ ਜੀ ਇਹਨਾਂ ਨੂੰ ਸਹੂਲਤਾਂ ਮਿਲਣ ਲੱਗ ਗਈਆਂ ਤਾਂ ਜਿਹੜਾ ਕਰ ਰਿਹਾ ਹੈਗਾ ਉਹ ਟੈਰਰਿਸਟ ਹੈ। ਤੁਸੀਂ ਇਹਦੇ ਬਾਰੇ ਮੇਰੇ ਨਾਲ ਜ਼ਰੂਰ ਆਪਣੇ ਵਿਊਜ਼ ਸ਼ੇਅਰ ਕਰੋ ਕਿ ਮਤਲਬ ਮੈਨੂੰ ਦਿਲ ਨੂੰ ਦੁੱਖ ਲੱਗਿਆ ਸੀ ਜਦ ਮੈਂ ਸੀਗਾ। ਇਹਨਾਂ ਬਾਰੇ ਮੈਂ ਬਹੁਤਾ ਤਾਂ ਨਹੀਂ ਜਾਣਦਾ, ਪਰ ਰਵੀ ਸਿੰਘ ਨੇ ਜਦੋਂ ਉਹਨੂੰ ਕੋਈ ਇਨਾਮ ਦੇਣ ਲਈ ਇੰਡੀਆ ਬੁਲਾਇਆ ਸੀਗਾ ਤਾਂ ਉਹਨੇ ਨਾ ਕਰਤੀ ਸੀ ਇੰਡੀਆ ਆਉਣ ਤੋਂ, ਬਈ ਮੇਰਾ ਜਾਣਾ ਉੱਥੇ ਠੀਕ ਨਹੀਂ ਗਾ। ਇਹ ਮੈਨੂੰ ਪਤਾ ਨਹੀਂ ਵੀ ਹੋਰ ਉਹਨੇ ਕੀ ਸਟੇਟਮੈਂਟ ਦਿੱਤੀ ਸੀ। ਜੀ ਨਿਊਜ਼ ਨੇ ਇਹ ਮੁੱਦਾ ਉਠਾਇਆ ਹੈਗਾ
ਕਿ ਖਾਲਸਾ ਏਡ ਦੀਆਂ ਜਿਹੜੀਆਂ ਇੰਟੈਂਸ਼ਨਸ ਨੇ ਉਹ ਐਂਟੀ ਇੰਡੀਆ ਰਹੀਆਂ ਨੇ, ਜਦ ਕਿ ਖਾਲਸਾ ਏਡ ਬਹੁਤ ਚੰਗਾ ਕੰਮ ਕਰ ਰਹੀ ਆ, ਨੋ ਡਾਊਟ ਅਬਾਊਟ ਇਟ, ਪਰ ਇਹਨਾਂ ਨੇ ਹੋਰ ਵੀ ਥਾਵਾਂ ਤੇ ਬਹੁਤ ਕੰਮ ਕੀਤਾ ਹੈਗਾ। ਇਹਦੇ ਨਾਲ ਸਪਿਰਿਟ ਤਾਂ ਫਾਰਮਰ ਐਜੀਟੇਸ਼ਨ ਵਿੱਚ ਮਿਲੀ ਆ ਕਿ ਸਾਡਾ ਕੋਈ ਵਾਲੀ ਵਾਰਸ ਹੈਗਾ, ਜਿਹੜੇ ਕਿ ਬੜੇ ਤਰਤੀਬ ਨਾਲ ਇਹ ਕੰਮ ਕਰਦੇ ਨੇ। ਪਰ ਮੈਂ ਖਾਲਸਾ ਏਡ ਤੇ ਪਹਿਲੇ ਵੀ ਲਿਖਿਆ ਸੀਗਾ ਆਪਣੇ ਆਰਟੀਕਲਸ ਦੇ ਵਿੱਚ ਕਿ ਜੇ ਇਹ ਇੰਨੇ ਜ਼ਿਆਦਾ ਹਮਦਰਦੀ ਰੱਖਦੇ ਨੇ ਮਤਲਬ ਕਿ ਮਾਨਵਤਾ ਦੇ ਲਈ, ਇਹਨਾਂ ਨੂੰ ਪੰਜਾਬ ਵਿੱਚ ਜਿਹੜੀ ਡੁੱਬਦੀ ਮਾਨਵਤਾ ਸੀਗੀ ਜਾਂ ਕਿਸਾਨੀ ਦੀ ਏਡੀ ਬੁਰੀ ਹਾਲਤ ਸੀਗੀ ਪੰਜਾਬ 'ਚ ਪਹਿਲਾਂ ਵੀ, ਉਦੋਂ ਇਹਨਾਂ ਨੂੰ ਉਹ ਪਰਿਵਾਰ ਦਿਖੇ ਨਹੀਂ ਗੇ। ਇਹਨਾਂ ਨੂੰ ਸੀਰੀਆ ਦੇ ਰਿਫਿਊਜੀ ਤਾਂ ਦਿਖ ਗਏ, ਬੰਗਲਾਦੇਸ਼ 'ਚ ਇਹਨਾਂ ਨੂੰ ਰੋਹਿੰਗਾਸ ਦਿਖ ਗਏ ਵੀ ਅਸੀਂ ਕਰਨਾ, ਨੇਪਾਲ 'ਚ ਵੀ ਅਰਥਕੁਏਕ ਦਿਖ ਗਿਆ, ਪਰ ਇਹਨਾਂ ਨੂੰ ਜਿੱਥੇ 3 ਪੀੜ੍ਹੀਆਂ ਖੁਦਕਸ਼ੀ ਕਰ ਚੁੱਕੀਆਂ ਨੇ ਪੰਜਾਬ 'ਚ, ਉਹਨਾਂ ਬਾਰੇ ਕਦੀ ਇਹਨਾਂ ਨੇ ਸੰਕਲਪ ਹੀ ਨਹੀਂ ਲਿਆ ਜਾਂ ਇੱਥੇ ਵੜਨਾ ਹੀ ਠੀਕ ਨਹੀਂ ਸਮਝਿਆ। ਪਹਿਲਾਂ ਜ਼ਰੂਰ ਇੱਕ ਫਤਿਹ ਗਰੁੱਪ ਆਇਆ ਸੀਗਾ, ਉਹ ਸਟੂਡੈਂਟਸ ਸੀਗੇ ਅਮਰੀਕਾ ਤੋਂ, ਉਹਨਾਂ ਨੇ ਇਨੀਸ਼ੀਏਟਿਵ ਲਿਆ ਸੀਗਾ ਟੂ ਅਪਲਿਫਟ ਦਾ ਵਿਲੇਜ ਕਲਚਰ, ਪਰ ਫਿਰ ਉਹਨਾਂ ਦੇ ਕਿਸੇ ਤਰ੍ਹਾਂ ਕੋਈ ਸਰਕਾਰ ਨੇ ਰੌਲਾ ਪਾ ਲਿਆ ਜਾਂ ਕਿਵੇਂ ਆ ਵੀ ਇਹ ਮਤਲਬ ਕਿ ਸੈਸੈਸ਼ਨਿਸਟ ਐਕਟੀਵਿਟੀਜ਼ ਕਰ ਰਹੀਆਂ ਨੇ, ਤਾਂ ਬਹੁਤੀਆਂ ਕੁੜੀਆਂ ਸੀਗੀਆਂ, ਦੈਨ ਦੇ ਰਹਿਣ ਵੇ। ਪਰ ਖਾਲਸਾ ਏਡ ਨੇ ਜਿੱਥੋਂ ਤੱਕ ਮੈਨੂੰ ਪਤਾ ਵਿਲੇਜ ਸੈਕਟਰ ਦੀ ਤਰਾਸਦੀ ਆ, ਇੱਥੇ ਇੰਨੇ ਕੈਂਸਰ ਪੇਸ਼ੈਂਟਸ ਨੇ, ਇੰਨਾ ਹੈਪਾਟਾਈਟਸ ਸੀ ਆ, ਸਾਡਾ ਪਾਣੀ ਖਰਾਬ ਹੋ ਗਿਆ ਹਰੀ ਕ੍ਰਾਂਤੀ ਕਰਕੇ, ਸਾਡੀ ਜਿਹੜੀ ਹੈਗੀ ਹੈ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਗਈ, ਜਾਂ ਕੋਈ ਕਿਸੇ ਨੂੰ ਬੋਰ ਹੀ ਲਵਾ ਦੋ, ਲੋਕਾਂ ਦਾ ਪਾਣੀ ਘਟ ਰਿਹਾ, ਨੈਵਰ ਦੈਟ ਐਕਸਟੈਂਟ। ਹਾਂਜੀ, ਮੈਂ ਤੁਹਾਡੇ ਨਾਲ ਤੁਹਾਡਾ ਜਿਹੜਾ ਐਨਾਲਿਟੀਕਲ ਵਿਊ ਪੁਆਇੰਟ ਹੈ ਨਾ, ਇਹ ਜਿਹੜਾ ਹੈਗਾ ਇਸ ਮੁੱਦੇ ਤੇ, ਇਹ ਇੱਕ ਤੁਹਾਡੇ ਜਿਹੜਾ ਇਸ ਅੰਦੇਸ਼ ਨਾਲ ਤੁਹਾਡਾ ਜਿਹੜਾ ਵਿਊ ਪੁਆਇੰਟ ਬੜਾ ਰਿਸਪੈਕਟੇਬਲ ਸਮਝਦਾ ਮੈਂ, ਕਿਉਂਕਿ ਤੁਹਾਡਾ ਫਿਰ ਵੀ ਜਿਹੜੇ ਜਿਸ ਹਿਸਾਬ ਨਾਲ ਤੁਸੀਂ ਵਿਚਰੇ ਹੋ ਤੇ ਐਡਮਿਨਿਸਟ੍ਰੇਸ਼ਨ ਦੇ ਕਲੋਜ਼ ਰਹੇ ਹੋ, ਤੇ ਤੁਸੀਂ ਲਿਖਦੇ ਹੋ ਨੌਜਵਾਨੀ.com ਲਈ, UK ਬੇਸਡ ਗਰੁੱਪ ਲਈ, ਸੋ ਉਹਦੇ ਨਾਲ ਪਰ ਮੈਂ ਇਹ ਵੀ ਐਡ ਕਰਨਾ ਚਾਹੁੰਦਾ ਵੀਰ ਜੀ, ਜੇ ਤੁਸੀਂ ਮੈਨੂੰ ਕਰੈਕਟ ਕਰੋ, ਜਦੋਂ ਜਿੰਨੀ ਵਾਰ ਬਾਦਲਾਂ ਦਾ ਰਾਜ ਰਿਹਾ, ਉਹਨਾਂ ਨੇ ਤਰ੍ਹਾਂ ਦੇ ਪ੍ਰੋਜੈਕਟ ਪੁੱਠੇ ਸਿੱਧੇ ਕਰੋੜਾਂ ਦੀ ਮਦਦ ਲੈ ਕੇ ਸੈਂਟਰ ਤੋਂ, ਨੰਨੀ ਸ਼ਾਹ ਦੀ ਉਦਾਹਰਣ ਲੈ ਲਓ, ਹਾਂਜੀ, ਕੀ ਅਕੰਪਲਿਸ਼ ਕੀਤਾ ਨੰਨੀ ਸ਼ਾਹ ਨੇ, ਕੀ ਸਾਈਕਲਾਂ ਨੇ ਤੇ ਦਾਲ ਆਟੇ ਨੇ, ਪਾਣੀ ਦੀਆਂ ਟੈਂਕਾਂ ਤੇ ਬਾਦਲਾਂ ਦੀਆਂ ਫੋਟੋਆਂ ਨੇ, ਪੰਜਾਬ 'ਚ ਖੁਦਕਸ਼ੀਆਂ ਬਹੁਤ ਸਾਰੀਆਂ, ਪੱਗਾਂ ਨੌਜਵਾਨਾਂ ਦੀਆਂ ਉਹਨਾਂ ਦੀਆਂ ਉਦੋਂ ਲਈਆਂ ਨੇ ਜਦੋਂ ਬਾਦਲਾਂ ਦਾ ਰਾਜ ਸੀ, ਨੌਜਵਾਨ ਨੌਕਰੀਆਂ ਲੈਣ ਜਾਂਦੇ ਸੀਗੇ ਤੇ ਉਹਨਾਂ ਤੇ ਵਿਚਾਰਿਆਂ ਤੇ ਲਾਠੀ ਚਾਰਜ ਹੁੰਦਾ ਸੀ, ਦੁੱਧ ਚੁੰਗਦੀਆਂ ਮਾਵਾਂ ਬੱਚਿਆਂ ਨੂੰ ਲੈ ਕੇ ਜੇਲ੍ਹਾਂ 'ਚ ਬੈਠੀਆਂ ਸੀਗੀਆਂ, ਰਾਜ ਉਦੋਂ ਬਾਦਲਾਂ ਦਾ ਸੀਗਾ। ਤੇ ਜਿਹੜੀ ਗੌਰਮੈਂਟਾਂ ਦੀ ਪਾਲਿਸੀਜ਼ ਨੇ ਉਹ ਵੀ ਤਾਂ ਬਹੁਤ ਹੀ ਜ਼ਿਆਦਾ ਨੈਗੇਟਿਵ ਰਹੀਆਂ ਨੇ। ਅੱਜ ਦੀ ਜਿਹੜੀ ਲਹਿਰ ਉੱਠੀ ਹੈ ਅਕਸਰ ਨੂੰ ਸਾਡੇ ਸਿਸਟਮ ਤੋਂ ਬਾਗੀ ਹੋ ਕੇ ਉੱਠੀ ਹੈ ਮੇਰੇ ਹਿਸਾਬ ਨਾਲ, ਤੁਹਾਡਾ ਕੀ ਓਪੀਨੀਅਨ ਹੈ? ਇਹ ਹੈਗਾ ਕਿ ਸਰਕਾਰਾਂ ਦੇ ਵਿੱਚ ਕੋਈ ਕਹਿਰੋਂ ਤੋਂ ਲੈ ਕੇ ਹੁਣ ਤੱਕ ਤਬਦੀਲੀ ਨਹੀਂ ਆਈ, ਚਿਹਰੇ ਬਦਲੇ ਨੇ। ਜੇ ਪਹਿਲੀ ਅਕਾਲੀ ਸਰਕਾਰ ਆਈ ਸੀ ਜਸਟਿਸ ਗੁਰਨਾਮ ਸਿੰਘ ਦੀ, ਉਹਨਾਂ ਨੇ ਇੱਕ ਚੰਗਾ ਕੰਮ ਕੀਤਾ ਸੀ ਕਿ ਥਰਮਲ ਪਲਾਂਟ ਖੜੇ ਕੀਤੇ ਸੀਗੇ ਬਠਿੰਡੇ 'ਚ, ਜਿਹਨੂੰ ਕੈਪਟਨ ਅਮਰਿੰਦਰ ਸਿੰਘ ਨੇ ਢਾਹਤਾ। ਜੇ ਕੈਪਟਨ ਹੁਣ ਦੀ ਜੇ ਸਰਕਾਰ ਲੈ ਲਈਏ ਬਾਦਲਾਂ ਦੀ, ਆਪਾਂ ਬਾਅਦ 'ਚ ਗੱਲ ਕਰਦੇ ਹਾਂ, ਤਾਂ ਇਹ ਕਿਹੜਾ ਡੰਡੇ ਨਹੀਂ ਮਾਰ ਰਹੇ, ਇਹ ਹਮਾਇਤ ਤਾਂ ਉਹਦੀ ਕਰ ਰਹੇ ਆ, ਫਾਰਮਰਸ ਜਿਹੜਾ ਸਟਰਗਲ ਆ ਜਾਂ ਐਜੀਟੇਸ਼ਨ ਆ। ਪਰ ਆਪਣੇ ਅੰਦਰ ਪੰਜਾਬ 'ਚ ਕੀ ਕਰ ਰਹੇ ਨੇ ਟੀਚਰਸ ਦੇ ਨਾਲ, ਜਾਂ ਹੋਰ ਜਿੰਨੀਆਂ ਵੀ ਕੋਈ ਮੰਗਾਂ ਲੈ ਕੇ ਉੱਠਦਾ ਹੈਗਾ, ਸਾਰਿਆਂ ਨਾਲੋਂ ਜ਼ਿਆਦੇ ਮੁੰਡੇ ਇਹਨਾਂ ਨੇ ਖਾਲਿਸਤਾਨੀ ਕਹਿ ਕੇ ਕੈਪਟਨ ਸਰਕਾਰ ਨੇ ਹੁਣ ਬੰਦ ਕੀਤੇ ਹੋਏ ਆ। ਅੱਛਾ, ਉਹਦੇ 'ਚ ਉਹ ਵੀ ਹੈਗਾ, ਦੇਖੋ ਜਿਹੜਾ ਮੁੰਡਾ ਜੱਗੀ ਜੌਹਲ ਆ, UK ਵਾਲਾ, ਉਹਨੂੰ ਦੇਖ ਲਓ ਹਜੇ ਤੱਕ ਘੜੀਸੀ ਫਿਰਦੇ ਆ, ਇੰਨੀ ਆਵਾਜ਼ ਉੱਠੀ ਸੀ ਪਰ ਸੁਣੀ ਨਹੀਂ ਕਿਸੇ ਨੇ। ਜਿੱਥੋਂ ਤੱਕ ਬਾਦਲਾਂ ਜਾਂ ਕੈਪਟਨ ਦਾ ਸਵਾਲ ਆ ਜਾਂ ਪਹਿਲੀਆਂ ਸਰਕਾਰਾਂ ਦਾ ਸਵਾਲ ਆ, ਇਹਨਾਂ ਨੇ ਉਹਨਾਂ ਨਾਲ ਭਾਈਵਾਲੀਆਂ ਪਾਈਆਂ ਜਿਨ੍ਹਾਂ ਨੇ ਪੰਜਾਬੀ ਸੂਬੇ ਦਾ ਹੀ ਰੱਜ ਕੇ ਵਿਰੋਧ ਕੀਤਾ ਸੀ।
ਜਿਹੜੇ ਕਹਿੰਦੇ ਸੀ ਵੀ ਸਿੱਖ ਬੀਜੇਪੀ ਤੋਂ ਬੀਜੇਪੀ ਪਹਿਲੇ ਜਨਸੰਘ ਸੀ। ਪਹਿਲੀ ਸਰਕਾਰ ਵੀ ਜਦੋਂ ਅਕਾਲੀਆਂ ਦੀ ਬਣੀ ਹੈ ਜਸਟਿਸ ਗੁਰਨਾਮ ਸਿੰਘ ਵਾਲੀ, ਉਸ ਤੋਂ ਬਾਅਦ ਇਹਨਾਂ ਨੇ ਜਨਸੰਘ ਦੀ ਹੀ ਸਪੋਰਟ ਲਈ ਸੀ ਗਵਰਨਮੈਂਟ ਫਾਰਮ ਕਰਨ ਲਈ, ਜਦ ਕਿ ਉਦੋਂ ਤਾਜ਼ਾ ਹੀ ਜਨਸੰਘ ਨੇ ਵਿਦਰੋਹ ਕੀਤਾ ਸੀ ਪੰਜਾਬੀ ਦੇ ਖਿਲਾਫ, ਪੰਜਾਬੀ ਸੂਬੇ ਦੇ ਖਿਲਾਫ, ਆਪਣੀ ਮਾਤਰ ਭਾਸ਼ਾ ਹਿੰਦੀ ਲਿਖਾਈ ਸੀ ਤੇ ਕੱਟੜ ਹਿੰਦੂ ਰਾਸ਼ਟਰ ਦੇ ਮਦਈ ਸੀ ਤੇ ਸਿੱਖਾਂ ਨੂੰ ਸੋਚਦੇ ਸੀ ਕਿ ਇਹ ਸਾਡਾ ਹਿੰਦੂਆਂ ਦਾ ਅੰਗ ਆ, ਜੋ ਅੱਜ ਵੀ ਸੋਚਦੇ ਨੇ। ਜਿੱਥੋਂ ਤੱਕ ਆਹ ਨੰਨੀ ਸ਼ਾਹ ਜਾਂ ਹੋਰ ਇਸ ਤਰ੍ਹਾਂ ਦੇ ਸਾਈਕਲ ਵੰਡਣੇ ਜਾਂ ਕਰਨੇ, ਜਾਂ ਕੈਪਟਨ ਵੱਲੋਂ ਕਰਜ਼ਾ ਮਾਫੀ ਦਾ ਬੜਾ ਵੱਡਾ ਡਰਾਮਾ ਰਚਿਆ ਗਿਆ, ਇਹ ਸਾਰੇ ਲੋਕ ਲਭਾਊ ਨੀਤੀਆਂ ਨੇ ਜੋ ਇੱਕ ਰਾਜਨੀਤੀ ਦਾ ਇੱਕ ਮੁੱਖ ਅੰਗ ਬਣ ਗਿਆ। ਤੁਸੀਂ ਆਪਣੇ ਮੁਲਕਾਂ 'ਚ ਕਦੀ ਨਹੀਂ ਦੇਖੋਗੇ ਕਿ ਉਹ ਤੁਹਾਨੂੰ ਕੁਝ ਪ੍ਰੋਮਿਸ ਕਰ ਰਹੇ ਆ ਟੈਕਸ ਬ੍ਰੇਕਾਂ ਜਾਂ ਕਿਵੇਂ। ਹਾਂ, ਪਾਲਿਸੀ ਸਟੇਟਮੈਂਟਸ ਉਹ ਦੇਣਗੇ ਕਿ ਸਾਡੀ ਇਸ ਤਰ੍ਹਾਂ ਦੀ ਨੀਤੀ ਹੋਊਗੀ, ਪਰ ਇਹ ਨਹੀਂ ਕਹਿਣਗੇ ਕਿ ਮੈਂ ਸਰਕਾਰ 'ਚ ਆ ਗਿਆ, ਮੈਂ ਕਰਜ਼ੇ ਮਾਫ ਕਰ ਦੂੰਗਾ, ਮੈਂ ਰਾਈਟ ਆਫ ਕਰ ਦੂੰਗਾ ਲੋਨ, ਜਾਂ ਮੈਂ ਆਹ ਕਰ ਦੂੰਗਾ, ਜਾਂ ਮੈਂ ਸਾਈਕਲ ਵੰਡੂੰਗਾ, ਜਾਂ ਮੈਂ ਨੰਨੀ ਸ਼ਾਹ ਜਾਂ ਲੋਕਾਂ ਦੀ ਜਿਹੜੀ ਫੀਮੇਲ ਫੈਂਟੀਸਾਈਡ ਕੀਤੀ ਜਾਂਦੀ ਆ ਉਹਨੂੰ ਠੀਕ ਕਰ ਦੂੰਗਾ। ਨਾ ਇਹ ਠੀਕ ਹੋਈ ਆ। ਅੱਜ ਵੀ ਕੁੜੀਆਂ ਦੀ ਲੋਹੜੀ ਟਾਵਾਂ ਹੀ ਕਿਤੇ ਮਨਾਈ ਜਾਂਦੀ ਆ। ਹੁਣ ਮੇਰੇ ਆਪ ਦੇ ਡਾਟਰ ਆ, ਮੈਨੂੰ ਹਮੇਸ਼ਾ ਆ ਕੇ ਇਹ ਕਹਿਣਗੇ ਕਿ ਨਹੀਂ ਯਾਰ ਤੁਸੀਂ ਮੁੰਡਾ ਟਰਾਈ ਕਰ ਲਓ। ਮਤਲਬ ਕਿ ਆ ਮਾਨਸਿਕਤਾ, ਅਹਿਮੀਅਤ ਘਟ ਗਈ ਲੇਡੀਜ਼ ਦੀ, ਕਿ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਇੱਕ ਕਮੋਡਿਟੀ ਸਮਝਿਆ ਜਾਂਦਾ, ਨਾ ਕਿ ਇੱਕ ਇਨਸਾਨ ਸਮਝਿਆ ਜਾਂਦਾ। ਚਾਹੇ ਇਹ ਅਮਰੀਕਾ 'ਚ ਹੀ ਚਲੇ ਜਾਓ, they always define roles for women in a different sense। ਚਾਹੇ ਤੁਹਾਡੇ ਬਰਾਬਰ ਕੰਮ ਕਰਦੀਆਂ ਨੇ, ਕਿਵੇਂ ਕਰਦੇ ਆ, ਘਰੇ ਆ ਕੇ ਹਾਂ ਤੁਸੀਂ ਹੱਥ ਤਾਂ ਵੰਡਾ ਦੋਗੇ, ਅਮਰੀਕਾ ਇਨਫਲੂਐਂਸ ਆ ਅਮਰੀਕਨ, ਪਰ ਅਲਟੀਮੇਟਲੀ ਤਾਂ ਇਟਸ ਦ ਲੇਡੀ ਹੂ ਹੈਜ਼ ਟੂ ਹੋਲਡ ਦ ਹਾਊਸ। ਗੁਰਮੈਕ ਕੀ ਬਣ ਗਿਆ ਹੈਗਾ। ਮੈਂ ਕਹਿੰਦਾ ਕੋਈ ਵੀ ਹੋਵੇ, ਚਾਹੇ ਹਿਲਰੀ ਕਲਿੰਟਨ ਨਾ ਹੋਵੇ, ਫਿਰ ਵੀ ਕਿਉਂਕਿ ਓਬਾਮਾ ਹੋਵੇ, ਇਹ ਰੋਲ ਇੱਕ ਡਿਫਾਈਨ ਹੀ ਕਰਤਾ ਆਪਣੀ ਸਭਿਅਤਾ ਨੇ ਕਿ ਐਂ ਹੀ ਹੋਣਾ। ਇਹ ਰੋਲ ਡਿਫਾਈਨ ਜ਼ਰੂਰ ਹੈ, ਫਰਕ ਵੀ ਬਹੁਤ ਹੈ, ਬਟ ਫਰਕ ਉਹਦੀ ਚ ਰਿਫਾਈਨਮੈਂਟ ਨਾ ਰਿਫਾਈਨਮੈਂਟ ਆ ਰਹੀ ਹੈ ਆ ਗਈ, ਪਰ ਥਿੰਗਸ ਹੈਵ ਨਾਟ ਚੇਂਜ। ਇੱਥੇ ਤਾਂ ਜਿਹੜੀਆਂ ਨੇ ਬੇਸਿਕਲੀ ਜਿੰਨੀਆਂ ਨੀਤੀਆਂ ਨੇ ਇੰਡੀਆ ਦੇ ਵਿੱਚ, ਹੁਣ ਤਾਂ ਇੱਕ ਬਾਣੀ ਗਈ ਟ੍ਰੈਂਡ ਕਿ ਲੋਕਾਂ ਨੂੰ ਵੱਧ ਤੋਂ ਵੱਧ ਝਾਂਸੇ ਦੇਣੇ ਆ ਕਿ ਅਸੀਂ ਆਹ ਕਰ ਦਾਂਗੇ, ਉਹ ਬਾਅਦ ਚ ਦੇਖਾਂਗੇ। ਪੈਸਾ ਹੈ ਨਹੀਂਗਾ ਕਿਉਂਕਿ ਇਕੋਨਮੀ ਡੈਡ ਆ। ਹੁਣ ਵੀ ਜਿਹੜੀ ਇੰਡਸਟਰੀਅਲ ਗਰੋਥ ਆ ਉਹ 7.8% ਘਟੀ ਆ ਆਹ ਹੁਣ ਪਿਛਲੇ ਕੁਆਟਰ 'ਚ। ਤੁਹਾਡੇ ਵੀ ਤੁਸੀਂ ਟਰੰਪ ਦਾ ਲਾ ਲਓ ਵੀ ਇੰਨਾ ਜ਼ਿਆਦਾ ਇਕਨੋਮਿਕ ਪਾਲਿਸੀ ਨੂੰ ਵਡਿਆਇਆ ਗਿਆ ਵੀ ਬਹੁਤ ਕਰਤਾ। ਹੁਣ ਜਿਹੜੀ ਅੱਜ ਰਿਪੋਰਟ ਆਈ ਆ ਵੀ ਟਰੰਪ ਨੇ ਇੰਨਾ ਰੂਇਨ ਕਰਤਾ ਤੁਹਾਡੀ ਇਕਨੋਮਿਕ ਪਾਲਿਸੀ ਨੂੰ ਕਿ ਇਟ ਵਿਲ ਟੇਕ ਜਨਰੇਸ਼ਨਸ ਟੂ ਕਮ ਆਊਟ ਆਫ ਦੇ। ਮੋਦੀ ਦੇ ਪੈਰਲਲ ਹੀ ਚੱਲ ਰਹੇ ਆ ਜੀ ਆਪਾਂ। ਹਾਂ, ਮੋਦੀ ਕਾਪੀ ਕੈਟ ਆ, ਟਰੰਪ ਦਾ ਕਾਪੀ ਕੈਟ ਆ। ਹਾਂਜੀ ਹਾਂ, ਇਹਦੇ ਤਾਂ ਕੋਈ ਸ਼ੱਕ ਨਹੀਂ ਗਾ। ਕਿ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਤੁਸੀਂ ਗੱਲਾਂ ਕਹੀਆਂ ਨੇ, ਬਹੁਤ ਹੋਰ ਲੋਕ ਵੀ ਇਹ ਮਤਲਬ ਸੇਮ ਗੱਲ ਮਹਿਸੂਸ ਕਰਦੇ ਹੋਣਗੇ। ਤੁਹਾਨੂੰ ਕੀ ਲੱਗਦਾ ਕਿ ਪੋਲੀਟੀਕਲੀ ਨੀਅਰ ਫਿਊਚਰ ਵਿੱਚ ਹੀ ਮੈਂ ਗੱਲ ਕਰ ਰਹੀ ਹਾਂ ਕਿ ਕੋਈ ਚੇਂਜਸ ਆਉਣ ਦੇ ਆਸਾਰ ਹੈਗੇ ਨੇ ਕਿ ਬਸ ਆਹੀ ਹਾਲ ਰਹਿਣਾ ਹੈਗਾ ਤੁਹਾਡੇ ਹਿਸਾਬ ਨਾਲ ਪੰਜਾਬ ਦਾ ਔਰ ਈਵਨ ਇੰਡੀਆ ਦਾ? ਕਿ ਸਾਨੂੰ ਇੱਥੇ ਬੈਠਣ ਨਾਲ ਲੱਗਦਾ ਕਿ ਬਦਲਾਅ ਆਇਆ, ਕਿ ਲੋਕਾਂ ਦੇ ਨਜ਼ਰੀਏ 'ਚ ਬਦਲਾਅ। ਅਸੀਂ ਇੱਥੇ ਬੈਠੇ ਹਾਂ, ਜੋ ਸੁਣਦੇ ਅਸੀਂ ਨਿਊਜ਼ ਦੇ, ਅਸੀਂ ਉਹਨੂੰ ਫੋਲੋ ਕਰਦੇ ਹਾਂ। ਮੈਂ ਤਾਂ ਤੁਹਾਨੂੰ ਇਹੀ ਕਹੂੰਗਾ ਵੀ ਕਿਸੇ ਕਵੀ ਨੇ ਇਹ ਲਿਖਿਆ ਸੀਗਾ ਵੀ ਕਹੀਂ ਸੂਰਜ नजर आता नहीं है, कहीं सूरज नजर आता नहीं है, हुकूमत शहर पर अब धुंध अब धुंध की है यार। पर शहर ते हुकूमत धुंध आ। हाँ जी, बहुत हुण दी जिहड़ी यूनिटी आई है, ਜਿਹੜੀ ਇਹਨੇ
ਕਿਸੇ ਸਿਆਸੀ ਬੰਦੇ ਨੂੰ ਉੱਥੇ ਨੇੜੇ ਨਹੀਂ ਢੁਕਣ ਦੇ ਰਹੇ ਤੇ ਹਾਂਜੀ ਬਹੁਤ ਵਧੀਆ ਰੈਵੋਲੂਸ਼ਨ ਆ ਜੀ। ਜੇ ਇਹ ਇਸ ਤਰੀਕੇ ਨਾਲ ਮੇਨਟੇਨ ਰਹਿੰਦਾ ਤਾਂ ਪੰਜਾਬ 'ਚ ਮੈਨੂੰ ਤਾਂ ਕਿਰਨ ਨਜ਼ਰ ਆ ਰਹੀ ਆ ਚਾਨਣ ਦੀ, ਕਿ ਨਹੀਂ? ਨਹੀਂ ਨਹੀਂ ਬਿਲਕੁਲ। ਇਹਦੇ ਨਾਲ ਮੈਂ ਤਾਂ ਹੁਣੇ ਲੇਟੈਸਟ ਆਰਟੀਕਲ ਹੀ ਇਸ ਤੇ ਲਿਖਿਆ ਹੈਗਾ ਕਿ ਇਹਦਾ ਰਾਜਨੀਤੀ ਤੇ ਕੀ ਪਰਛਾਵਾਂ ਪਊਗਾ ਪੰਜਾਬ 'ਚ। ਉਹਦੀ ਇਸ ਸਮਝ ਅੰਦੋਲਨ ਦੱਸੋ। ਬੇਸਿਕਲੀ ਜਿਹੜੀ ਇਸ ਅੰਦੋਲਨ ਦੇ ਨਾਲ ਜਿਹੜੀਆਂ ਰਵਾਇਤੀ ਪਾਰਟੀਆਂ ਸੀਗੀਆਂ ਉਹਨਾਂ ਦਾ ਆਧਾਰ ਨਾ ਜਿਹੜਾ ਸੁੰਗੜ ਗਿਆ, ਗੁੱਡ। ਉਹ ਆਪਣੇ ਆਧਾਰ ਨਾਲੋਂ ਟੁੱਟ ਗਈਆਂ। ਪਰ ਜੇ ਦੂਜੇ ਪਾਸੇ ਆਪਾਂ ਦੇਖਦੇ ਹਾਂ ਤਾਂ ਜਿਹੜੀ ਕਿਸਾਨੀ ਦਾ ਅੰਦੋਲਨ ਚੱਲ ਰਿਹਾ ਹੈਗਾ, ਇਹ ਵੀ ਕੋਈ ਆਪਣੀ ਰਾਜਨੀਤਿਕ ਰਣਨੀਤੀ ਘਟ ਨਹੀਂ ਸਕਿਆ। ਇਹ ਤਾਂ ਬਸ ਇਹੀ ਕਹੀ ਜਾਂਦੇ ਆ ਕਿ ਅਸੀਂ ਇੱਥੇ ਅੰਦੋਲਨ ਕਰਨ ਆਏ ਆ। ਜਦੋਂ ਅੰਦੋਲਨ ਹੀ ਰਾਜਨੀਤਿਕ ਹੈਗਾ ਤਾਂ ਤੁਹਾਨੂੰ ਕਿਸੇ ਤਰ੍ਹਾਂ ਰਾਜਨੀਤਿਕ ਪੱਖ ਤੋਂ ਵੀ ਸੋਚਣਾ ਪਊਗਾ, ਤਾਂ ਕਿ ਆਉਣ ਵਾਲੇ ਸਮੇਂ 'ਚ ਜੋ ਮਹਾਤਮਾ ਗਾਂਧੀ ਹੁਣਾਂ ਦੀ ਸੀਗਾ ਇਹ ਪ੍ਰਵਚਨ ਕਿ ਕਿਸਾਨ ਜਿਹੜਾ ਹੈਗਾ ਉਹ ਰਾਜ ਕਰੇ ਸੂਬਿਆਂ ਤੇ, ਇਹ ਹੁਣ ਇਹਨਾਂ ਕੋ ਮੌਕਾ, ਭਾਵੇਂ ਬਾਦਲ ਵੀ ਕਿਸਾਨ ਨੇ, ਕੈਪਟਨ ਵੀ ਕਹਿੰਦਾ ਮੈਂ ਕਿਸਾਨ ਆ, ਪਰ ਅਸਲ ਕਿਸਾਨ ਤਾਂ ਇੱਥੇ ਸੜਕਾਂ ਤੇ ਬੈਠੇ ਆ ਨਾ। ਇਹ ਵੀ ਇੱਕ ਵਾਰੀ ਰਾਜ ਭਾਗ ਦਾ ਆਨੰਦ ਮਾਣ ਕੇ ਤਾਂ ਦੇਖਣ, ਫਿਰ ਆਪਣੇ ਹਿਸਾਬ ਨਾਲ ਨੀਤੀਆਂ ਬਣਾਉਣ। ਇਸ ਨਾਲ ਇਹਨਾਂ ਦਾ ਅੰਦੋਲਨ ਜ਼ਿਆਦਾ ਮਜ਼ਬੂਤ ਹੋਊਗਾ ਜਦੋਂ ਕਿਤੇ ਗੱਲ ਕਰਨ ਜਾਣਗੇ ਐਜ਼ ਅ ਚੀਫ ਮਿਨਿਸਟਰ। ਤੁਸੀਂ ਹਾਮੀ ਹੋ ਕਿ ਇਹ ਜਿਹੜੀਆਂ 32 ਕਿਸਾਨ ਯੂਨੀਅਨਾਂ ਬੈਠੀਆਂ ਨੇ, ਇਹਨਾਂ ਨੂੰ ਹੁਣ ਕੋਈ ਪਲੇਟਫਾਰਮ ਲੈਣਾ ਚਾਹੀਦਾ ਰਾਜਨੀਤਿਕ? ਬਿਲਕੁਲ ਲੈਣਾ ਚਾਹੀਦਾ ਹੈ। ਇਹਨਾਂ ਨੂੰ ਹੁਣ ਵੀ ਕੋਈ ਰਾਜਨੀਤਿਕ ਜਿਹੜਾ ਆਦੇਸ਼ ਆ ਉਹ ਤੈਅ ਕਰਨਾ ਚਾਹੀਦਾ, ਉਹਦੇ ਥੱਲੇ ਇਹਨਾਂ ਨੂੰ ਦੇਖਣਾ ਚਾਹੀਦਾ। ਪਰ ਜਿਹੜੀ ਇਹਨਾਂ ਦੀ ਵਿਚਾਰਧਾਰਾ ਹੈਗਾ ਉਹਦੇ 'ਚ ਤਬਦੀਲੀ ਲੈ ਕੇ ਆਉਣੀ ਪਊਗੀ। ਕਦੀ ਵੀ ਕੋਈ ਸੰਘਰਸ਼, ਜੇ ਆਪਾਂ ਦੁਨੀਆ ਤੇ ਨਜ਼ਰ ਮਾਰੀਏ ਤਾਂ ਜੇ ਆਇਰਲੈਂਡ 'ਚ ਹੀ ਦੇਖ ਲਓ, ਜੇ ਜੈਰੀ ਐਡਮਸ ਹੁਣੀ, ਮਕੇਨਸ ਹੁਣੀ ਨਾ ਹੁੰਦੇ ਤਾਂ ਉੱਥੇ ਸਮਝੌਤਾ ਨਹੀਂ ਸੀ ਹੋਣਾ। ਜੇ ਸਾਰੇ ਹੀ ਤੁਰ ਪੈਂਦੇ 10 ਦੇ 10 ਹੀ ਜਿਹੜੇ ਆਰਮੀ ਕੌਂਸਲ ਵਾਲੇ ਸੀ, ਸਿਨ ਫੈਨ ਦੇ ਮੈਂਬਰ ਸੀ, ਨਹੀਂ ਹੋਣਾ ਸੀ। ਜੇ ਲੈਕ ਵਲੈਸਾ ਨਾ ਹੁੰਦਾ ਤਾਂ ਪੋਲੈਂਡ ਵਿੱਚ ਵੀ ਲੇਬਰਸ ਦੀ ਜਿਹੜੀ ਰਾਈਟ ਸੀ ਉਹ ਕਦੀ ਪੂਰੀਆਂ ਨਹੀਂ ਸੀ ਹੋਣੀਆਂ। ਨਾ ਵਾਕਲਾਵ ਹਾਵਲ ਤੋਂ ਬਗੈਰ ਚੈਕੋਸਲੋਵਾਕੀਆ 2 ਰਿਪਬਲਿਕ 'ਚ ਬਣਨਾ ਸੀ, ਨਾ ਵੈਲਵਟ ਰੈਵੋਲੂਸ਼ਨ ਆਉਣਾ ਸੀ। ਤੁਸੀਂ ਕਿਤੇ ਵੀ ਦੇਖ ਲਓ, ਇੱਥੇ ਜਦ ਤੱਕ ਇਹ ਡਿਸਾਈਡ ਨਹੀਂ ਹੁੰਦਾ ਕਿ ਸਾਡਾ ਮੋਢੀ ਕੌਣ ਆ, ਗੱਲਬਾਤ ਕੀ ਆ, ਇਹਨਾਂ ਦਾ ਅੱਜ ਵੀ ਜਿਹੜਾ ਐਕਸਪੋਜ਼ਰ ਲੈਵਲ ਆ ਕਿਸਾਨੀ ਦਾ, ਉਹ ਸਿਰਫ ਪਿੰਡਾਂ ਦੀਆਂ ਛੱਤਾਂ ਤੱਕ ਹੀ ਆ। ਜਾਂ ਹੈਗਾ ਵੀ ਮਾਰਕਸਿਜ਼ਮ ਹੈਗਾ ਵੀ ਅਸੀਂ ਤਾਂ ਜੀ ਬੜਾ ਐਗਲੀਟੇਰੀਅਨ ਸੋਸਾਇਟੀ ਲੈ ਕੇ ਆਉਣੇ ਚਾਹੁੰਦੇ ਆ, ਇਹ ਕਦੀ ਨਹੀਂ ਹੋਣਾ। ਇਹ ਚੀਜ਼ ਡੈਡ ਹੋ ਚੁੱਕੀ ਆ। ਪਰ ਸੋਸ਼ਲ ਨਾਲ ਦੀ ਨਾਲ ਸਮਾਜਿਕ ਤਬਦੀਲੀ ਆ ਸਕਦੀ ਆ ਸਮਾਜਿਕ ਸੋਚ ਦੇ ਵਿੱਚ, ਪਰ ਜਿਸ ਤਰ੍ਹਾਂ ਦੀ ਇਹ ਖੱਬੇ ਪੱਖੀ ਸੋਚ ਸੋਚਦੇ ਨੇ, ਇਹ ਤਬਦੀਲੀ ਆਉਣੀ ਹੁਣ ਸੰਭਵ ਨਹੀਂ ਹੈਗੀ। 32 ਕਿਸਾਨ ਯੂਨੀਅਨਾਂ ਰਲ ਕੇ ਹਾਲੇ ਤੱਕ ਇਹ ਕਹਿ ਲਓ ਕਿ ਉਹਨਾਂ ਦੀ ਯੂਨਿਟੀ ਅਨਮੈਚਡ ਹੈ। ਜਿੰਨੇ ਫਾਰਮਰਸ ਆਏ ਨੇ ਥੱਲੇ, ਅਨਮੈਚਡ ਹੈ। ਜਿੰਨੇ ਗਰੁੱਪ ਉੱਥੇ ਇਕੱਠੇ ਹੋਏ ਨੇ, ਚਾਹੇ ਉਹ ਗੀਤਕਾਰ ਨੇ, ਚਾਹੇ ਸੰਗੀਤਕਾਰ ਨੇ, ਚਾਹੇ ਉਹ ਕਮਿਊਨਿਟੀ ਦੇ ਸਾਰੇ ਵੈਲਵਿਸ਼ਰਸ ਇਕੱਠੇ ਹੋਏ ਨੇ ਉੱਥੇ, ਤੇ ਧਾਰਮਿਕ ਗਰੁੱਪ ਵੀ ਇਕੱਠੇ ਹੋਏ ਨੇ, ਭਾਵੇਂ ਉਹ ਬੈਕਗਰਾਊਂਡ 'ਚ ਨੇ। ਕੋਈ ਵੀ ਕਿਸਾਨੀ ਨਾਲ ਜਿਹੜੇ ਹਾਮੀ ਭਰਦਾ, ਉਹਨਾਂ ਦਾ ਸਭ ਦੀ ਏਕਤਾ ਦਾ ਸਬੂਤ ਖੁੱਲ੍ਹ ਕੇ ਮੂਹਰੇ ਆ ਰਿਹਾ। ਪਰ ਜੇ ਇਹ 32 ਕਿਸਾਨ ਯੂਨੀਅਨਾਂ ਜਿੰਨਾ ਚਿਰ ਹਾਲੇ ਕੋਈ, ਕਿਉਂਕਿ ਇਹ ਵੀ ਤਾਂ ਗੱਲ ਹੈ ਨਾ ਕਿ ਜਿਸ ਪਲੇਟਫਾਰਮ ਲਈ ਬੈਠੀਆਂ ਨੇ ਉਹ ਇਸ਼ੂ ਵੀ ਤਾਂ ਹਾਲੇ ਰਿਜ਼ੋਲਵ ਨਹੀਂ ਨਾ ਹੋਇਆ। ਹਾਲੇ ਕੋਈ ਇਹ ਕਿਸੇ ਡਿਟੂਅਰ ਪੁਆਇੰਟ ਤੇ, ਕਿਸੇ ਟੀ ਪੁਆਇੰਟ ਤੇ ਪਹੁੰਚੇ ਵੀ ਨਹੀਂ ਗਏ, ਇਹੋ ਜਿਹੇ ਪੁਆਇੰਟ ਤੇ ਜਿੱਥੋਂ ਬੈਠ ਕੇ ਇਹ ਕਹਿ ਸਕਣ ਕਿ ਸਾਡੀ ਇੱਕ ਪ੍ਰਾਪਤੀ ਹੋ ਗਈ, ਆਓ ਹੁਣ ਦੂਜੀ ਪ੍ਰਾਪਤੀ ਲਈ ਆਪਾਂ ਇਧਰਲਾ ਰਸਤਾ ਵੀ ਨਾਲ ਦੀ ਨਾਲ ਚੁਣੀਏ। ਨਹੀਂ ਬਿਲਕੁਲ, ਇਹ ਤੁਸੀਂ ਠੀਕ ਕਹਿ ਰਹੇ ਆ, ਪਰ ਹਰ ਸੰਘਰਸ਼ ਜਿਹੜਾ ਹੈਗਾ ਰਾਜਨੀਤਿਕ ਦ੍ਰਿਸ਼ ਦੀ ਕਿਰਨ ਉਠਾਉਂਦਾ ਹੈਗਾ। ਹਾਂਜੀ, ਚਾਹੇ ਕਿਸੇ ਤਰ੍ਹਾਂ ਦਾ ਵੀ ਹੋਵੇ, ਉਹਦੇ ਵਿੱਚੋਂ ਇੱਕ ਰਾਜਨੀਤਿਕ ਸੋਚ ਉੱਭਰਦੀ ਆ ਜਿਹੜੀ ਸਮਾਜ ਨੂੰ ਜਾਂ ਫਾਰਮਰਸ ਨੂੰ ਇੱਕ ਸੇਧ ਦੇਊਗੀ। ਆਖਰਕਾਰ ਤਾਂ ਰਾਜਨੀਤੀ ਨੇ ਹੀ ਸਾਰੇ ਮਸਲੇ ਹੱਲ ਕਰਨੇ। ਹਾਂਜੀ, ਪਰ ਇਹ ਪਹਿਲੀ ਵਾਰੀ ਹੋਇਆ ਇਸ ਤਰੀਕੇ ਦੀ ਯੂਨਿਟੀ ਹੈ ਜਿਹੜੀ, ਕਿਉਂਕਿ
84 ਯੂਨਿਟ ਜਿਹੜੀ ਤੁਸੀਂ ਐਕਸਕਿਊਜ਼ ਮੀ, ਜਿਹੜੀ ਯੂਨਿਟੀ ਤੁਸੀਂ ਕਹਿ ਰਹੇ ਆ ਨਾ, ਹਾਂਜੀ ਇਹ ਸਰਫੇਸ ਤੇ ਤਾਂ ਯੂਨਿਟੀ ਹੈਗੀ ਆ, ਓਕੇ ਕਿਉਂਕਿ ਸਾਰਿਆਂ ਦੇ ਜਿਹੜੇ ਮਕਸਦ ਨੇ ਹੱਲ ਹੋਏ ਹੋਏ ਨੇ। ਦੂਜੀ ਵੱਡੀ ਗੱਲ ਹੈ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਪਹਿਲੇ ਤੋਂ ਹੁਣ ਤੱਕ ਇਹੀ ਸੋਚੀ ਬੈਠੀਆਂ ਨੇ ਕਿ ਲੋਕ ਸ਼ਾਇਦ ਸਾਡੀ ਸ਼ਖਸੀਅਤ ਤੇ ਖਿੱਚੇ ਹੋਏ ਇੱਥੇ ਆਏ ਨੇ। ਲੋਕੀ ਇਸ ਲਈ ਨਹੀਂ ਕਿਸਾਨ ਸਿੱਖ ਬੈਠੇ, ਉਹ ਗੁਰੂ ਮਹਾਰਾਜ ਦਾ ਭਾਣਾ ਮੰਨ ਕੇ ਬੈਠੇ ਆ, ਕਿਉਂਕਿ ਉਹ ਵੀ ਕਿਸਾਨ ਨੇ। ਸਿੱਖ ਭਾਵਨਾ ਬਹੁਤ ਪ੍ਰਚਲਿਤ ਆ ਪਿੰਡਾਂ 'ਚ। ਉਹ ਉਸ ਚੀਜ਼ ਨੂੰ ਸੋਚ ਕੇ ਵੀ ਹਾਂ ਸਾਡੀ ਜ਼ਮੀਨ ਚਲੀ ਜਾਊਗੀ, ਸਾਡਾ ਭਵਿੱਖ ਚਲਾ ਜਾਊਗਾ, ਉਹ ਉੱਠ ਕੇ ਤੁਰ ਪਏ। ਹਾਂ ਅੱਗੇ ਉਹ ਮੋਢੀ ਜ਼ਰੂਰ ਮਿਲੇ ਨੇ ਕਿ ਜਿਨ੍ਹਾਂ ਨੇ ਆ ਕੇ ਅੱਗੇ ਥੰਮ ਲਿਆ। ਹਾਂਜੀ ਸਾਰਾ ਵੱਡੀ ਇਹਨਾਂ ਨੇ ਜਿਹੜੀ ਫਾਲਟ ਲਾਈਨ ਕੀਤੀ ਹੈਗੀ ਆ, ਇਹਨਾਂ ਨੂੰ ਉਦੋਂ ਸਿੰਘੂ ਜਾਂ ਟਿੱਕਰੀ ਬਾਰਡਰ ਤੇ ਰੁਕਣਾ ਨਹੀਂ ਸੀ ਚਾਹੀਦਾ। ਇਹਨਾਂ ਨੂੰ ਦਿੱਲੀ ਦੇ ਅੰਦਰ ਜਾਣਾ ਚਾਹੀਦਾ ਸੀ। ਦਿੱਲੀ ਇਹ ਅੱਜ ਤੱਕ ਵੀ ਬੰਦ ਨਹੀਂ ਕਰ ਸਕੇ, ਕੋਈ ਇਸ ਤਰ੍ਹਾਂ ਦੀ ਆਵਾਜਾਈ ਨਹੀਂ ਰੋਕ ਸਕੇ, ਕੁਛ ਨਹੀਂ ਕਰ ਸਕੇ। ਐ ਸੜਕਾਂ ਤੇ ਬੈਠੇ ਕੀ ਸਾਬਤ ਕਰ ਦੇਣ, ਕਿੰਨਾ ਚਿਰ ਸਾਬਤ ਕਰ ਦੇਣਗੇ, ਕਿੰਨਾ ਚਿਰ ਲੰਗਰ ਚੱਲੀ ਜਾਊਗਾ। ਮੈਂ ਰਾਜੇਵਾਲ ਜੀ ਦੀ ਅੱਜ ਹੀ ਇੱਕ ਵੀਡੀਓ ਦੇਖ ਕੇ ਹਟਿਆ ਤੇ ਮੈਂ ਉਹਦੇ ਨਾਲ ਪਰਸਨਲੀ ਮੈਂ ਤਾਂ 100% ਸਹਿਮਤ ਹਾਂ ਕਿ ਸਾਨੂੰ ਵਾਇਲੈਂਟ ਹੋਣ ਦੀ ਨਹੀਂ ਜ਼ਰੂਰਤ, ਨੰਬਰ 1। ਨੰਬਰ 2 ਸਾਡੀ ਯੂਨਿਟੀ ਨੂੰ ਬਰਕਰਾਰ ਰੱਖਣ ਦੀ ਜ਼ਰੂਰਤ ਹੈ। ਤੇ ਨੰਬਰ 3 ਇਹ 'ਚ ਵੀ ਕੋਈ ਸ਼ੱਕ ਨਹੀਂ ਕਿ ਮੋਦੀ ਗੌਰਮੈਂਟ ਦੀ ਅੰਦਰੋਂ ਜਿਹੜੀ ਗਤੀ ਹਾਲਤ ਆ, ਉਹ ਅੱਜ ਤੁਸੀਂ ਰਾਜਸਥਾਨ ਦੀ ਪਾਰਲੀਮੈਂਟ ਲੋਕਲ ਜਿਹੜੀ ਉਹਨਾਂ ਦੀ ਸਟੇਟ ਦੀ ਲੈਜਿਸਲੇਚਰ ਆ ਉਹ 'ਚ ਵੀ ਦੇਖੀ ਹੋਣੀ ਹੈ ਕਿ ਉਹਦੇ 'ਚ ਜਿਹੜੇ ਉਹਨਾਂ ਦੇ ਲੋਕਲ MLAs ਨੇ, ਉਹਨਾਂ ਨੇ ਕਿੰਨੇ ਤੂਫਾਨ ਭਰੀ ਵਿਚਾਰ ਪ੍ਰਗਟ ਕੀਤੇ ਨੇ ਕਿ ਅਸੀਂ ਕਿਸਾਨ ਦੇ ਪੁੱਤਾਂ ਤੇ ਕਿਸਾਨਾਂ ਦੇ ਨਾਲ ਆ। ਦੇਖੋ ਅੱਜ ਤੋਂ 4-5-6 ਮਹੀਨੇ ਪਹਿਲਾਂ ਮੈਂ ਇੱਕ ਪਿਛਲੇ ਐਪੀਸੋਡ 'ਚ ਕਿਹਾ ਸੀਗਾ ਕਿ ਇਹ ਤਾਂ ਇਸ਼ੂ ਹੀ ਨਹੀਂ ਸੀਗਾ, ਇਹ ਤਾਂ ਮੱਲੋ ਮੱਲੀ ਸਾਡੇ ਗਲ ਪਾ ਕੇ ਸਾਨੂੰ ਇਸ਼ੂ ਨੂੰ ਫੇਸ ਕਰਨਾ ਪੈ ਗਿਆ। ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਹੁਣ ਸਾਨੂੰ ਇਹਨੂੰ ਗਲੋਂ ਲਾਉਣਾ ਪੈਣਾ, ਤੇ ਪਰ ਸਟਿਲ ਉਹਦੇ ਨਾਲ ਸਾਡੇ ਜਿਹੜੇ ਅਸਲੀ ਮੁੱਦੇ ਨੇ ਕਿ ਅਸੀਂ ਗਾਂ ਨੂੰ ਇਹ ਕਾਰਪੋਰੇਟ ਘਰਾਣਿਆਂ ਚੋਂ ਤੇ ਪੰਜਾਬ ਦੇ ਜਿਹੜੇ ਆ ਸ਼ਾਹੀ ਘਰਾਣੇ ਨੇ ਉਹਨਾਂ ਦੇ ਗ੍ਰਿਪ ਚੋਂ ਕਿਵੇਂ ਨਿਕਲਣਾ, ਤਾਂ ਕਿ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਪੰਜਾਬੀ ਬੈਠੇ ਨੇ ਉਹ ਵੀ ਵਿਚਾਰੇ ਕਹਿ ਲੈਣ ਕਿ ਅਸੀਂ ਵੀ ਰਾਜ ਕਰਕੇ ਦੇਖਣਾ। ਮੈਂ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ? ਮੇਰਾ ਵਿਚਾਰ ਹੈ ਭਾਜੀ ਕਿ ਕੋਈ ਵੀ ਪੋਲੀਟੀਸ਼ੀਅਨ ਹੋਵੇ, ਤੇ ਜਿੱਦਾਂ ਕਿਉਂਕਿ ਭਾਜੀ ਕਹਿ ਰਹੇ ਸੀਗੇ ਕਿ ਦੇਰ ਇਜ਼ ਅ ਪੋਲੀਟੀਕਲ ਐਸਪੈਕਟ, ਕਦੇ ਕਿਸੇ ਨੂੰ ਵੀ ਜਿਹਨੂੰ ਵੀ ਗੱਦੀ ਮਿਲੂਗੀ ਮੇਰੇ ਹਿਸਾਬ ਨਾਲ ਇੱਥੇ ਹੀ ਆ ਜਾਣੀ ਗੱਲ। ਪਹਿਲਾਂ ਭਾਵੇਂ ਜਿੰਨੀਆਂ ਵੀ ਗੱਲਾਂ ਹੋਣ, ਜੋ ਵੀ ਕਹਿ ਰਹੇ ਨੇ, ਮਹਿਕ ਰਾਜ ਕਰੂਗਾ ਹੈ ਜੀ। ਮੈਂ ਕਿਹਾ ਲੋਕਾਂ ਦੇ ਨਾਲ ਜੋ ਲੋਕ ਕਹਿ ਰਹੇ ਹੋ ਨਹੀਂ, ਸੂਬੇ ਨੂੰ ਫਿਰ ਬਾਬੂਆਂ ਕੋਲੇ ਛੱਡ ਦਈਏ। ਨਹੀਂ, ਉਹ ਵੀ ਨਹੀਂ ਹੈਗਾ, ਬਟ ਮੇਰੇ ਹਿਸਾਬ ਨਾਲ ਹੈਗਾ ਕਿ ਲੀਡਰਸ਼ਿਪ ਬਹੁਤ ਸਟਰੋਂਗ ਚਾਹੀਦੀ ਹੈ। ਲੀਡਰਸ਼ਿਪ ਉਹ ਨਹੀਂ ਚਾਹੀਦੀ ਹੈਗੀ ਜਿਹੜੀ ਆਪਣੇ ਫਾਇਦਾ ਦੇਖ ਰਹੀ। ਬਹੁਤ ਸਮਾਂ ਹਰ ਥਾਂ ਤੇ ਹੀ ਹੋ ਰਿਹਾ ਹੈ। ਹਾਂ, ਦੂਰ ਅੰਦੇਸ਼ੀ ਲੀਡਰਸ਼ਿਪ ਚਾਹੀਦੀ ਆ। ਜੇ ਤੁਸੀਂ ਲੀਡਰਸ਼ਿਪ ਤੇ ਨਿਗਾਹ ਮਾਰਨਾ ਮਹਿਕ, ਤੁਸੀਂ ਜਿਹੜੇ ਮੁਲਕ 'ਚ ਬੈਠੇ ਆ, ਇਹਦੀ ਫਾਊਂਡੇਸ਼ਨ ਰੱਖੀ ਸੀ ਜਾਰਜ ਵਾਸ਼ਿੰਗਟਨ ਨੇ, ਤੇ ਉਹ ਵੀ ਕਹਿੰਦਾ ਸੀ ਕਿ ਮੈਂ ਫਾਰਮਰ ਹੋਣਾ ਜ਼ਿਆਦਾ ਪਸੰਦ ਕਰੂੰਗਾ ਰੈਦਰ ਦੈਨ ਬੀਇੰਗ ਦਾ ਪ੍ਰੈਜ਼ੀਡੈਂਟ ਆਫ ਦਾ ਯੂਨਾਈਟਿਡ ਸਟੇਟਸ। ਪਰ ਉਹ ਬੜਾ ਤਕੜਾ ਫਾਈਟਰ ਸੀ, ਘੋੜੇ ਤੇ ਚੜ੍ਹ ਕੇ ਲੜਦਾ ਵੀ ਰਿਹਾ। ਉਹਨੇ ਆਪਣੇ ਜੀਵਨ ਕਾਲ ਦੇ ਵਿੱਚ ਜੇ ਚਾਹੁੰਦਾ ਤਾਂ ਉਮਰ ਪ੍ਰੈਜ਼ੀਡੈਂਟ ਰਹਿ ਸਕਦਾ ਸੀ, ਪਰ ਉਹਨੇ ਇੱਕ ਟਰਮ ਤੋਂ ਵੱਧ ਨਹੀਂ ਲੜਿਆ। ਉਹਨਾਂ ਨੇ ਫਾਊਂਡੇਸ਼ਨਸ ਰੱਖੀਆਂ ਨਾ। ਇੱਥੇ ਤੱਕ ਇਹ ਇਸ ਤਰ੍ਹਾਂ ਦੀਆਂ ਗੱਲਾਂ ਫਾਰਮਰਾਂ ਨੂੰ, ਕਿਸਾਨਾਂ ਨੂੰ ਤੈਅ ਕਰਨੀਆਂ ਪੈਣਗੀਆਂ। ਲੀਡਰਸ਼ਿਪ ਤਾਂ ਜ਼ਰੂਰੀ ਆ ਜੇ ਕਿਸੇ ਵੀ ਸਮੁਦਾਇ ਨੂੰ ਤੁਸੀਂ ਆਪਣੇ ਨਾਲ ਲਾਉਣਾ। ਓਨੈਸਟ ਲੀਡਰਸ਼ਿਪ ਚਾਹੀਦੀ ਹੈ, ਐਂਡ ਏਦਾਂ ਨਹੀਂ ਹੈ ਕਿ ਨਹੀਂ ਹੈ, ਪਰ ਅੱਗੇ ਆਉਣਾ ਚਾਹੀਦਾ ਉਹ ਜੀ ਲੀਡਰਸ਼ਿਪ ਨੂੰ, ਜਿਹੜੀ ਚੁੱਪਚਾਪ ਬੈਠੀ। ਤੁਸੀਂ ਆਪਣੇ ਤੇ ਹੀ ਲਾ ਲਓ, ਤੁਸੀਂ ਆਪਣੇ ਤੇ ਲਾ ਲੈਣੀ ਆ। ਯੈਸ। ਹਾਂ, ਜੇ ਥਾਮਸ ਪੇਨ ਹੁਣੀ ਲਿਖਦੇ ਨਾ ਹੁੰਦੇ, ਚੰਗੇ ਲਿਖਾਰੀ ਨਾ ਹੁੰਦੇ, ਚੰਗੇ ਥਾਟ ਵਾਲੇ ਬੰਦੇ ਨਾ ਹੁੰਦੇ, ਤਾਂ ਅਮਰੀਕਾ ਦੀ ਸੋਚ ਵੀ ਨਹੀਂ ਸੀ ਲਿਖੀ ਜਾਣੀ, ਜਿਹੜੀ ਅੱਜ ਤੱਕ ਤਬਦੀਲ ਨਹੀਂ ਹੋਈ। ਫਾਊਂਡੇਸ਼ਨਸ ਤਾਂ ਉਹੀ ਨੇ ਨਾ, ਬੰਦੇ ਬਦਲ ਜਾਂਦੇ ਨੇ। ਪੰਜਾਬ ਨੂੰ ਵੀ ਅੱਜ ਆਪਣਾ ਭਵਿੱਖ ਦੁਬਾਰਾ ਲਿਖਣਾ ਪਊਗਾ।
ਜੀ ਬਿਲਕੁਲ ਅਗਰੀ। ਉੱਥੇ ਆ ਖੜੇ ਆਪਾਂ। ਸੋ ਪੰਜਾਬ ਐਕਚੁਅਲੀ ਤਾਂ ਇਹ ਇੱਕ ਨਵੀਂ ਓਪਰਚੁਨਿਟੀ ਹੈ ਫਿਰ, ਜਿਹੜੀ ਕਿ ਤੁਹਾਡੇ ਇੱਕ ਪੱਖੋਂ ਤਾਂ ਮੈਂ ਜਿਹੜੇ ਰਣਜੀਤ ਗਿੱਲ ਕੁੱਕੀ ਨੂੰ ਮੈਂ ਜਾਣਦਾ, ਇੱਕ ਫਾਰਮਰ ਦਾ ਸਨ, ਇੱਕ ਫਾਰਮਰ ਐਗਰੀਕਲਚਰਲ ਇਕਨੋਮਿਸਟ ਦਾ ਸਨ, ਇੱਕ ਉਸ VVIP ਦਾ ਘਰੋਂ ਜਿਹਨੇ ਬਚਪਨ ਤੋਂ ਲੈ ਕੇ ਇਹ ਦੇਖਿਆ ਕਿ ਪੰਜਾਬ 'ਚ ਕਿਸਾਨ ਦਾ ਰੋਲ ਕੀ ਰਿਹਾ, ਤੇ ਪਰ ਪੰਜਾਬ ਦੇ ਕਿਸਾਨ ਨੇ ਦਰਦ ਕਿੰਨੇ ਹੰਢਾਏ ਨੇ। ਉਹ ਦਰਦ ਵੀ ਹੰਢਾਏ ਜਿਹੜੇ ਚਾਹੇ ਉਹ 84 ਵਾਲੇ ਸੀਗੇ, ਚਾਹੇ ਆ ਹੁਣ ਦੇ ਪਿਛਲੇ ਖੁਦਕਸ਼ੀਆਂ ਵਾਲੇ ਸੀਗੇ, ਚਾਹੇ ਕਰਜ਼ੇ ਵਾਲੇ ਸੀਗੇ, ਪਰ ਕਿਸੇ ਨੇ ਬਾਂਹ ਨਹੀਂ ਫੜੀ ਪੰਜਾਬ ਦੇ ਕਿਸਾਨ ਦੀ। ਸੋ ਹੁਣ ਜੇ ਕੋਈ ਕਿਰਨ ਦੀ ਉਮੀਦ ਆਈ ਹੈ ਤਾਂ ਇਸ ਰੈਵੋਲੂਸ਼ਨ ਚੋਂ ਕੀ ਤੁਸੀਂ ਸਹਿਮਤ ਹੋ ਕਿ ਹਾਂ ਹੁਣ ਉਹ ਕੁਝ ਓਪਰਚੁਨਿਟੀ ਬਣਦੀ ਜਾਂਦੀ ਹੈ? ਨਹੀਂ, ਹੁਣ ਭਵਿੱਖ ਤਾਂ ਸਿਰਜਿਆ ਜਾਣਾ ਹੀ ਚਾਹੀਦਾ। ਵਾਹ, ਕੀ ਬਾਤ ਹੈ। ਇਹ ਕੋਲੇ ਹੁਣ ਇੱਕ ਇਸ ਤਰ੍ਹਾਂ ਦਾ ਮੌਕਾ ਹੈਗਾ ਕਿਸਾਨੀ ਕੋਲੇ ਕਿ ਨੌਜਵਾਨੀ ਪੀੜ੍ਹੀ ਨੂੰ ਅੱਗੇ ਲਿਆ ਕੇ ਯੈਸ ਇੱਕ ਵਾਰ ਮੁੱਢ ਤੋਂ ਦੁਬਾਰਾ ਪੰਜਾਬ ਦਾ ਭਵਿੱਖ ਲਿਖਿਆ ਜਾਵੇ। ਹਾਂਜੀ ਕਹਿੰਦੇ ਹੁੰਦੇ ਨਾ ਕਿ ਦੁਨੀਆ ਤੋਂ ਵੱਡੇ ਸਾਡੇ ਝਗੜੇ ਝਮੇਲੇ, ਹਾਂਜੀ, ਉਹ ਹੁਣ ਝਗੜੇ ਝਮੇਲਿਆਂ ਚੋਂ ਨਿਕਲਣ ਦਾ ਟਾਈਮ ਆ ਗਿਆ। ਉਹਦੇ 'ਚ ਤੁਸੀਂ ਕਿਹੋ ਜਿਹੀਆਂ ਸ਼ਖਸੀਅਤਾਂ ਦੇਖਣੀਆਂ ਚਾਹੋਗੇ? ਮੈਂ ਜਾਣਦਾ ਨਹੀਂਗਾ ਉੱਥੇ ਜਿਹੜੇ ਜਾਂਦੇ, ਜਿਹੜੇ ਕਲਾਕਾਰਾਂ ਦੀ ਤੁਸੀਂ ਗੱਲ ਕੀਤੀ ਸੀ ਨਾ, ਹਾਂਜੀ, ਕਲਾਕਾਰ ਜਦੋਂ ਪਗੜੀ ਸੰਭਾਲ ਜੱਟਾ ਲਿਖਿਆ ਗਿਆ ਸੀ ਨਾ 1907 ਚ, ਤਾਂ ਉਹਨੇ ਸੰਘਰਸ਼ ਦੇ ਵਿੱਚ ਨਵੀਂ ਰੂਹ ਫੂਕਤੀ ਸੀ ਜੀ। ਐਂ ਜਦੋਂ ਇਟਲੀ ਵਿੱਚ ਬੈਨ ਚਾਓ ਲਿਖਿਆ ਗਿਆ, ਕੁੜੀ ਨੇ ਲਿਖਿਆ ਗੀਤ, ਤਾਂ ਉਹਨੇ ਫਾਸ਼ਿਜ਼ਮ ਦੇ ਖਿਲਾਫ ਇੱਕ ਦੀਵਾਰ ਖੜੀ ਕਰਤੀ ਸੀਗੀ। ਉਹ ਵੀ ਫਾਰਮਰਸ ਰਾਈਟਸ ਦਾ ਸੀਗਾ। ਲੇਡੀਜ਼ ਜਾ ਕੇ ਘੰਟਿਆਂ ਬੱਧੀ ਸਾਰਾ ਦਿਨ ਕੋਡੀਆਂ ਹੋ ਕੇ ਵਿਚਾਰੀਆਂ ਝੋਨਾ ਲਾਉਂਦੀਆਂ ਰਹਿੰਦੀਆਂ ਸੀ। ਹਾਂਜੀ, ਐਂ ਗੀਤ ਉੱਠੇ ਸੀਗੇ। ਐਂ ਗੀਤ ਹੁਣ ਜਿਹੜਾ ਰੀਸੈਂਟਲੀ ਹੈਗਾ, ਹੰਕਾਲੋ ਹੈਗਾ ਬੰਦਾ, ਹੰਦੇਸਾ ਹਕਾਲੂ, ਅਥੋਪੀਆ ਚ ਸੀਗਾ, ਅਮਾਰੂ ਸੀਗਾ, ਉਹ ਅਮਾਰੂ ਰੀਜਨ ਦਾ। ਉਹਨੂੰ ਹੁਣ ਮਾਰਤਾ ਇਹਨਾਂ ਨੇ ਜੂਨ ਚ, ਪਰ ਉਹਨੇ ਆਪਣੀ ਸ਼ਾਇਰੀ ਤੇ ਆਪਣੇ ਗੀਤਾਂ ਰਾਹੀਂ ਇੱਕ ਨਵੀਂ ਰੂਹ ਫੂਕਤੀ ਸੀ ਆਪਣੇ ਖਿੱਤੇ ਵਿੱਚ ਕਿ ਕੀ ਸਾਰੇ ਅਫਰੀਕਾ ਦੇ ਵਿੱਚ। ਜਿਹੜੀ ਰੀਸੈਂਟ ਐਗਜ਼ਾਮਪਲ ਆ ਹੁਣ ਯੁਗੰਡਾ ਵਿੱਚ ਜਿਹੜੀਆਂ ਇਲੈਕਸ਼ਨਸ ਹੋ ਰਹੀਆਂ ਨੇ, ਉਹਦੇ 'ਚ ਜਿਹੜਾ ਮੇਨ ਕੰਟੈਂਡਰ ਆ, ਜਿਹੜਾ ਸਰਕਾਰ ਨੂੰ ਚੈਲੰਜ ਕਰ ਰਿਹਾ, ਉਹ ਬੌਬੀ ਵਾਈਨ ਆ। ਹੀ ਇਜ਼ ਅ ਸਿੰਗਰ, ਹੀ ਇਜ਼ ਅ ਰਾਈਟਰ, ਜਿਹਨੇ ਬੜੀ ਕੁੱਟ ਖਾਧੀ ਆ, ਬੜੀ ਵਾਰ ਜੇਲ੍ਹ 'ਚ ਸੁੱਟਿਆ ਗਿਆ, ਪਰ ਉਹ ਪਿੱਛੇ ਨਹੀਂ ਹਟਿਆ। ਉਹਨੇ ਲੋਕਾਂ 'ਚ ਇੱਕ ਰੂਹ ਫੂਕਤੀ। ਹੁਣ ਤੁਸੀਂ ਆ ਜਾਓ ਪੰਜਾਬ ਤੇ ਜਾਂ ਕਿਸਾਨੀ ਤੇ, ਮੈਨੂੰ ਇੱਕ ਦਾ ਨਾਂ ਲੈ ਦਿਓ ਰਾਈਟਰ ਨੇ ਜਿਹਦੀ ਆਵਾਜ਼ ਘਰ ਘਰ ਗੂੰਜਦੀ ਹੋਵੇ। ਆਪਣੇ ਚ ਤਾਂ ਗੀ ਗੂੰਜਣੀ ਆ, ਤੁਸੀਂ ਕਿਤੇ ਹੋਰ ਚਾਹੇ ਬੱਬੂ ਮਾਨ ਲੈ ਲਓ, ਮੇਰਾ ਦੋਸਤ ਆ ਬਹੁਤ ਬੱਬੂ ਮਾਨ, ਪਰ ਤੁਸੀਂ ਦੱਸ ਗੀਤ ਨਹੀਂ ਲਿਖ ਸਕੇ ਜਿਵੇਂ ਇਹਨੇ ਬਾਬੇ ਨਾਨਕ ਵਾਲਾ ਲਿਖਿਆ ਸੀਗਾ ਕਿ ਹੁਣ ਜਿਹੜਾ ਬਾਬਾ ਨਾਨਕ ਹੁਣ ਕੀ ਆ ਤੇ ਪਹਿਲੇ ਕੀ ਸੀਗਾ। ਨਹੀਂ ਵੀਰ, ਉਹਦੇ ਚ ਤਾਂ ਪ੍ਰੋਬਲਮ ਇਹ ਵੀ ਆਈ ਦੀ ਹੁਣ ਹੰਸਰਾਜ ਹੰਸ ਪੱਤਾ ਸਿੰਘਾਂ ਦਾ ਵੈਰੀ ਗਾ ਕੇ ਕਿੱਥੇ ਤੇ ਕਿੱਥੇ ਪਹੁੰਚ ਗਿਆ। ਹੁਣ ਦੱਸੋ ਨਾ। ਐ ਤਾਂ ਬੜਾ ਸਰਜੀਤ ਪਾਤਰ ਵਾਲਾ ਹੀ ਬੜਾ ਪ੍ਰਚਲਿਤ ਹੋਇਆ ਸੀਗਾ ਬਈ ਇੱਥੇ ਅਦਾਲਤਾਂ 'ਚ ਖੜੇ ਬਿਰਖ ਬੁੱਢੇ ਹੋ ਗਏ ਜਾਂ ਫਲਾਨਾ ਹੋ ਗਿਆ। ਨਹੀਂ, ਜੇ ਮੈਂ ਬੋਲਿਆ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਫੈਸਲਾ ਸੁਣਦੇ ਆਹ ਪ੍ਰੈਡਿਕਮੈਂਟ ਸਾਨੂੰ ਵੀ ਘੇਰਦੀ ਰਹਿੰਦੀ ਹੈ। ਯਾਰ ਮੈਨੂੰ ਇਹ ਲੱਗਦਾ ਵੀ ਅੱਜ ਦੀ ਜਿਹੜੇ ਨੌਜਵਾਨ ਕੁੱਕੀ, ਜਦੋਂ ਰਣਜੀਤ ਗਿੱਲ ਨੂੰ ਇੱਕ ਪੰਜਾਬ ਦਾ ਉਹ ਰਿਪਰੈਜ਼ੈਂਟੇਟਿਵ ਜਿਹੜਾ ਤਕਰੀਬਨ ਸਾਡੀ ਸੋਚ ਵਾਲਾ, ਸਾਡੀ ਦੇਖ ਰੇਖ ਵਾਲਾ ਤੇ ਸਾਡੇ ਜ਼ਮਾਨੇ ਦਾ ਇੱਕ ਕਿਸਮ ਦਾ ਕਿਸੇ ਵੇਲੇ ਬਾਗੀ ਹੋ ਕੇ ਤੇ ਫਰਸਟਰੇਟ ਹੋ ਕੇ ਜਿਹੜਾ ਕੁੱਕੀ ਗਿੱਲ ਅੱਜ ਬੈਠਾ ਇਹ ਕਹਿ ਰਿਹਾ ਕਿ ਸ਼ਾਇਦ ਇਸ ਸੰਘਰਸ਼ ਚੋਂ ਇੱਕ ਨਵੀਂ ਉਪਜ ਹੋਣੀ ਚਾਹੀਦੀ ਹੈ। ਤਾਂ ਮੇਰਾ ਖਿਆਲ ਗੁਰਮੈਕ ਜਿਹੜਾ ਅੱਜ ਦਾ ਪ੍ਰੋਗਰਾਮ ਦੀ ਸਮਰੀ ਹੈ, ਆਪਾਂ ਫਾਰਮਰਸ ਬਾਰੇ। ਹਾਂਜੀ, ਇੱਕ ਸੈਕਿੰਡ, ਆਈ ਵਾਸ ਨੈਵਰ ਫਰਸਟ੍ਰੇਟਡ। ਮੈਂ ਤਾਂ ਮਨ ਕਰਕੇ ਗਿਆ ਸੀ 84 ਚ, ਤੇ ਮੈਨੂੰ ਲੱਗਿਆ ਸੀ ਵੀ ਜੇ ਸਾਡੀ ਪੱਗ ਛਾਲਣਗੇ ਇਹ ਤਾਂ ਅਸੀਂ
ਤੇ ਘਰ ਜਾ ਕੇ ਛਾਲਾਂਗੇ। ਮੈਨੂੰ ਤੁਸੀਂ ਬਹੁਤ ਚੰਗਾ ਕੀਤਾ ਇਹ, ਤੁਸੀਂ ਮੇਰੇ ਲਫ਼ਜ਼ਾਂ ਨੂੰ ਫੜ ਕੇ ਉਹਨੂੰ ਹਾਂ, ਕਰੈਕਸ਼ਨ ਵੱਲ ਲੈ ਕੇ ਆਏ ਹੋ। ਪਰਹੈਪਸ ਆਈ ਇਹ ਤਾਂ ਸ਼ੁਡਨਟ ਹੈਵ ਸੈਡ ਫਰਸਟ੍ਰੇਟਡ, ਹਾਂ, ਪਰ ਇੱਕ ਪਾਸਿਓਂ ਤੁਸੀਂ ਜਿਸ ਤਰ੍ਹਾਂ ਸੈਂਟਰ ਵਾਲਿਆਂ ਨੂੰ ਦੱਸਿਆ ਕਿ ਸਾਡਾ ਪੰਜਾਬ ਵਾਲਿਆਂ ਦਾ ਦਿਲ ਫਿਰ ਵੀ ਅੰਦਰੋਂ ਪਿਘਲਦਾ ਹੀ ਰਿਹਾ ਹਮੇਸ਼ਾ ਮੋਮ ਵਾਂਗੂ ਕਿ ਇਹ ਲੈ ਕੇ ਕਿੱਧਰ ਨੂੰ ਜਾ ਰਹੇ ਨੇ। ਉੱਪਰੋਂ ਗੱਲ ਜਿਵੇਂ ਮਰਜ਼ੀ ਕਰੀ ਗਏ, ਚਾਹੇ ਉਹ ਘਰਾਣੇ ਕਰੀ ਗਏ, ਚਾਹੇ ਸਿਆਸਤਦਾਨ ਕਰੀ ਗਏ, ਗੌਰਮੈਂਟ ਗੱਲਾਂ ਕਰੀ ਗਈਆਂ, ਪਰ ਸਾਨੂੰ ਅਸਲੀ ਇਨਸਾਫ ਕਿਤੋਂ ਮਿਲਿਆ ਨਹੀਂ, ਸਾਨੂੰ ਦੇਸ਼ ਭਗਤੀ ਦਾ। ਬਿਲਕੁਲ ਉਹਦਾ ਹੀ ਕਾਰਨ ਹੈ ਕਿ ਜਿਹੜੇ ਹੁਣ ਬੈਠੇ ਨੇ ਉਹ ਤਾਂ ਕਹਿੰਦੇ ਆ ਨਾ ਵੀ ਤੁਮ ਸਿਆਸਤ में हो, ਜੋ ਚਾਹੇ ਨਿਆਂ ਕਰਤੇ ਰਹੋ। ਆ ਹੋਇਆ ਆ, ਜੋ ਮਰਜ਼ੀ ਆਈ ਕਰੀ ਗਏ ਆ। ਬਿਲਕੁਲ। ਸੁਪਰੀਮ ਕੋਰਟ ਨੇ ਵੀ ਹੁਣ ਪੱਲਾ ਫੜਿਆ ਤਾਂ ਉਹਨਾਂ ਨੇ ਪੱਲਾ ਜਿਹੜਾ ਇੰਨਾ ਮਤਲਬ ਕਿ ਨਰਮ ਫੜਿਆ ਕਿ ਜਦੋਂ ਮਰਜ਼ੀ ਛਡਾ ਲਓ। ਤਾਂ ਹੀ ਭੁਪਿੰਦਰ ਮਾਨ ਭੱਜ ਗਿਆ। ਨਹੀਂ, ਕਮੇਟੀ ਵੀ ਖੜ ਗਈ। ਹਾਂਜੀ, ਸ਼ਾਇਦ ਇੱਕ ਹੋਰ ਮੈਂਬਰ ਵੀ ਜਾਣ ਵਾਲਾ ਜੀ ਕਹਿੰਦੇ ਨੇ ਹਜੇ, ਪਰ ਯੂ ਕੈਂਟ ਨੈਵਰ ਸੇ। ਹੋਰ ਲਾਉਂਦਾ ਕਿ ਚਿਹਰਿਆਂ ਦੀ ਕਿਹੜਾ ਘਾਟ ਆ ਯਾਰ। ਹਾਂ, ਪਰ ਇਹਦੇ ਨਾਲ ਵੀਕਨੈਸ ਦਾ ਸ਼ੋ ਹੁੰਦੀ ਹੈ ਕਿ ਓਬਵੀਅਸਲੀ ਸਿਸਟਮ ਜਿਹੜਾ ਜਿੱਧਰ ਨੂੰ ਲਿਆਣਾ ਚਾਹੁੰਦਾ, ਤੁਸੀਂ ਕਹਿ ਸਕਦੇ ਕਿ ਦਿਖਦਾ ਹੈਗਾ ਕਿ ਇਹ ਤਿਲਕ ਦਾ ਇੱਕ ਰਵੱਈਆ ਹੈਗਾ। ਹਾਂਜੀ, ਖੱਟਰ ਬਾਰ-ਬਾਰ ਜਾ ਕੇ ਮਿਲ ਕੇ ਆਇਆ, ਚਟਾਲਾ ਮਿਲ ਕੇ ਆਇਆ, ਵਕਤ ਪਿਆ ਹੋਇਆ ਬੀਜੇਪੀ ਦੇ ਲੀਡਰਾਂ ਨੂੰ। ਹੋਰ ਤਾਂ ਹੋਰ ਆ ਰੁਲਦਾ ਸਿੰਘ ਤੇ ਹਰਜੀਤ ਸਿੰਘ ਵਰਗੇ, ਤੇ ਉਹ ਵਿੱਚੇ ਪੰਥਕ ਆਪਦੇ ਭੇਜਣ ਨੂੰ ਫਿਰਦੇ ਆ, ਵਿੱਚੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ SGPC ਨੂੰ ਸ਼ਾਮਲ ਕਰਨ ਨੂੰ ਫਿਰਦੇ ਆ, ਵਿੱਚ ਆਪਣੇ ਜਥੇਦਾਰ ਜੀ ਨੂੰ ਵਿੱਚ ਦੀ ਜਗੀਰ ਕੌਰ ਕਹਿ ਜਾਂਦੀ ਹੈ। ਪਰ ਸਭ ਨੂੰ ਪਤਾ ਕਿ 32 ਦੀਆਂ 32 ਕਿਸਾਨ ਯੂਨੀਅਨਾਂ ਠੋਕ ਕੇ ਖੜੀਆਂ ਨੇ ਤੇ ਵਕਤ ਤਾਂ ਪਾਇਆ ਹੋਇਆ ਸੈਂਟਰ ਨੂੰ। ਮਤਲਬ ਕਿ ਇਹ ਵੀ ਕਿਹਾ ਜਾ ਰਿਹਾ ਕਿ ਅਕਾਲੀ ਦਲ ਵਿਲ ਕਮ ਬੈਕ ਟੂ ਦਾ BJP ਫੋਲਡ। ਅੱਛਾ ਜੀ, ਮੰਦਭਾਗੀ ਹਜੇ ਕਹਿ ਸਕਦੇ ਕਿਉਂਕਿ ਇਹ ਇੰਨੇ ਇੰਟਰਮਿੰਗਲਡ ਹੈਗੇ ਆ। BJP ਦਾ ਪਿੰਡਾਂ 'ਚ ਕੋਈ ਆਧਾਰ ਨਹੀਂ ਬਣ ਰਿਹਾ। ਅਕਾਲੀ ਦਲ ਪਿੰਡਾਂ 'ਚੋਂ ਵੀ ਗਵਾਚ ਗਿਆ, ਸ਼ਹਿਰਾਂ 'ਚ ਤਾਂ ਫਿਰ ਬਹੁਤ ਦੂਰ ਹੋਇਆ। ਪ੍ਰੋਗਰਾਮ ਦਾ ਸਮਾਂ ਤਾਂ ਗੁਰਮੈਕ ਮੇਰੇ ਖਿਆਲ 'ਚ ਤਕਰੀਬਨ ਹੋ ਚੁੱਕਿਆ, ਟਾਈਮ ਬਹੁਤ ਹੀ ਛੇਤੀ ਲੰਘ ਗਿਆ। ਅੱਜ ਦੇ ਮੇਰੇ ਖਿਆਲ ਮੁੱਦੇ ਤੇ ਜਿੰਨਾ ਚਿਰ ਮਰਜ਼ੀ ਗੱਲ ਹੋਰ ਕਰਦੇ ਤੇ ਵੀਰ ਜੀ ਤੋਂ ਹੋਰ ਵਿਚਾਰ ਸੁਣਦੇ। ਮੈਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਤੁਹਾਡੇ ਕੋਈ ਬਹੁਤ ਜ਼ਰੂਰੀ ਕੋਈ ਸਵਾਲ? ਨਹੀਂ, ਤੁਸੀਂ ਮੇਰੇ ਸਵਾਲ ਕਵਰ ਕਰਤੇ ਐਂਡ ਕਿਉਂਕਿ ਭਾਜੀ ਤੁਸੀਂ ਖੁਦ ਹੀ ਆਨਸਰ ਕਰਤੇ ਮੇਰੇ ਕੁਐਸਚਨਸ ਕਾਫੀ, ਤੇ ਇੱਥੇ ਮੈਂ ਤੁਹਾਡਾ ਓਪੀਨੀਅਨ ਸੁਣਨਾ ਚਾਹੁੰਦੀ ਸੀਗੀ। ਹੋ ਸਕਦਾ ਵਿੱਚ ਕਈ ਚੀਜ਼ਾਂ ਨਾਲ ਮੈਂ ਨਹੀਂ ਸਹਿਮਤ ਸੀਗੀ, ਬਟ ਸਟਿਲ ਮੈਨੂੰ ਤੁਹਾਡੇ ਓਪੀਨੀਅਨ ਸੁਣ ਕੇ ਬਹੁਤ ਚੰਗਾ ਲੱਗਿਆ ਕਿ ਇਟ ਵਾਸ ਅ ਵੈਰੀ ਓਨੈਸਟ ਓਪੀਨੀਅਨ ਦੈਟ ਯੂ। ਹਾਂਜੀ, ਨਹੀਂ, ਆਪਣਾ ਸਾਡਾ ਰੀਜ਼ਨ ਹੀ ਇਹ ਸੀਗਾ ਕਿ ਅਸੀਂ ਤੁਹਾਡੇ ਵੀ ਵਿਚਾਰ ਉਸ ਤਰੀਕੇ ਨਾਲ, ਜ਼ਰੂਰੀ ਨਹੀਂ ਕਿ ਸਾਰੇ NRIs ਤੇ ਸਾਰੇ ਪੰਜਾਬੀ ਜਾਂ ਸਾਰੇ ਹੋਸਟ ਤੇ ਸਾਰੇ ਈਵਨ ਮੇਰਾ ਤੇ ਮਹਿਕ ਦਾ, ਸਾਡੇ ਕਮਿਊਨੀਕੇਸ਼ਨ ਅਸੀਂ ਜੇ ਸਟਰੋਂਗ ਰੱਖੀਏ ਤੇ ਇਹੋ ਜਿਹਾ ਬ੍ਰੇਨ ਸਟੋਰਮ ਕਰਦੇ ਰਹੀਏ ਤਾਂ ਆਪਾਂ ਨੂੰ ਇੱਕ ਦੂਜੇ ਦੇ ਜਿਹੜੇ ਪੱਖ ਨੇ ਤੇ ਪਹਿਲੂ ਨੇ ਉਹਨਾਂ ਤੇ ਡਿਸਕਸ਼ਨ ਕਰਾਂਗੇ ਤਾਂ ਸਾਨੂੰ ਪਤਾ ਲੱਗੂਗਾ। ਕਿਉਂਕਿ ਜਿਹੜੇ ਪੰਜਾਬ ਦੇ ਗਰੀਬ ਕਿਸਾਨ ਦਾ ਖੂਨ ਹੈ ਇਸ ਵੇਲੇ ਉਹ ਖੌਲਿਆ ਹੋਇਆ, ਤੇ ਅੱਜ ਦੇ ਮੁੱਦੇ 'ਚੋਂ ਇਹ ਗੱਲ ਬੜੀ ਚਮਕ ਕੇ ਉੱਭਰ ਕੇ ਆਈ ਹੈ। ਈਵਨ ਤੁਹਾਡੇ ਮੂੰਹੋਂ ਵੀ ਤਾਂ ਇਹ ਗੱਲ ਆਈ ਹੈ, ਜਿਹਦਾ ਕਿ ਬੜਾ ਮਾਣ ਆ ਕਿ ਨਵੇਂ ਪਲੇਟਫਾਰਮ ਲਈ ਪੰਜਾਬ ਨੂੰ ਥਾਂ ਬਣ ਰਿਹਾ, ਨਵੀਂ ਓਪਰਚੁਨਿਟੀ ਬਣ ਰਹੀ ਹੈ, ਤੇ ਉਹਦੇ 'ਚੋਂ ਸੂਰਜ ਦੀ ਕਿਰਨ ਨਿਕਲਣ ਦੇ ਚਾਂਸਸ ਨੇ। ਸਮਾਂ ਸਮਾਪਤ ਹੋ ਰਿਹਾ। ਮੈਂ ਸਾਰਿਆਂ ਤੋਂ ਮਾਫੀ ਮੰਗਦਾ ਕਿ ਬਹੁਤ ਜ਼ਿਆਦਾ ਇੰਟਰੈਕਸ਼ਨ ਨਹੀਂ ਹੋ ਸਕੀ ਤੇ ਬਹੁਤ ਜ਼ਿਆਦਾ ਹੋਰ ਸਵਾਲ ਜਿਹੜੇ ਸੀਗੇ ਉਹ ਮਨਾਂ 'ਚ ਰਹਿ ਗਏ ਨੇ। ਪਰ ਅੱਜ ਦੀ ਇਸ ਫੇਸਬੁੱਕ ਚਰਚਾ ਦੇ ਸਾਡੇ ਖਾਸ ਤੌਰ ਤੇ ਮੁੱਖ ਮਹਿਮਾਨ ਸਾਡੇ ਮੇਰੇ ਪਿਆਰੇ ਛੋਟੇ ਵੀਰ ਰਣਜੀਤ ਸਿੰਘ ਜੀ ਗਿੱਲ ਕੁਕੀ ਦੇ ਵਿਚਾਰ ਸਮਝਣ ਨੂੰ ਸਾਨੂੰ ਸੁਣਨ ਦਾ ਮੌਕਾ ਮਿਲਿਆ, ਤੇ ਤੁਹਾਡੀ ਫਿਲਾਸਫੀ ਸਮਝਣ ਨੂੰ ਸਾਨੂੰ ਮੌਕਾ ਮਿਲਿਆ। ਪੰਜਾਬ ਦੇ ਕਈ ਹੋਰ ਵਰਗਾਂ ਦਾ ਜਿਨ੍ਹਾਂ ਦਾ ਓਪੀਨੀਅਨ ਤੁਸੀਂ ਸ਼ਹਿਰੀ ਓਪੀਨੀਅਨ ਕਹਿ ਲਓ, ਸ਼ਹਿਰੀ ਤੇ ਆਮ ਮਿਡਲ ਕਲਾਸ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ, ਸੋ ਕਾਫੀ ਗੱਲਾਂ ਸਮਝਣ ਨੂੰ ਆਈਆਂ। ਤੇ ਜਿਨ੍ਹਾਂ ਨੂੰ ਸਾਨੂੰ 40-40 ਸਾਲ ਹੋ ਗਏ ਬਾਹਰ ਬੈਠਿਆਂ ਨੂੰ, ਨਿੱਤ ਪੰਜਾਬੀ ਦੀ ਹਿਜਕੀ ਲੈਂਦੇ ਹਾਂ, ਪੰਜਾਬੀ ਦੀ ਛਿੱਕ ਮਾਰਦੇ ਹਾਂ, ਪੰਜਾਬੀ ਦੀ ਖੁਰਾਕ ਖਾਂਦੇ ਹਾਂ, ਪੰਜਾਬੀ ਤੇ ਪੰਜਾਬੀਅਤ ਨੂੰ ਹਮੇਸ਼ਾ ਮਨੋਂ ਜਿੰਨਾ ਚਿਰ ਯਾਦ ਨਾ ਕਰ ਲਈ ਉਹਨਾਂ ਚਿਰ ਛੁੱਟੀ ਨਹੀਂ ਲੈ ਹੁੰਦੀ ਦਿਨ ਦੇ ਕੰਮਾਂ ਤੋਂ। ਸੋ ਬੋਲਦਿਆਂ ਕੋਈ ਖਿਮਾ ਹੋਈ ਹੋਵੇ ਤਾਂ ਆਡੀਅנס ਤੋਂ ਸਾਰਿਆਂ ਤੋਂ ਹੱਥ ਜੋੜ ਕੇ ਸਾਡੇ ਵੱਲੋਂ, ਹੋਸਟ ਵੱਲੋਂ ਤੇ ਮੇਰੇ ਵੱਲੋਂ, ਗੁਰਮੈਕ ਨੇ ਬਹੁਤ
ਕੁਐਸਚਨ ਬਹੁਤ ਵੱਡੇ ਹੋਣੇ ਆ ਤੁਹਾਡੇ ਕੋਲ, ਪਰ ਅੱਜ ਦਾ ਮਾਈਕ੍ਰੋਫੋਨ ਮੈਨੂੰ ਵੀ ਕਾਫੀ ਫੜਨ ਦਾ ਮੌਕਾ ਮਿਲਿਆ, ਕਿਉਂਕਿ ਬਾਰ-ਬਾਰ ਖਦਸ਼ੇ ਇਸੇ ਗੱਲ ਤੇ ਆਉਂਦੇ ਸੀਗੇ ਕਿ ਅੱਜ ਦੀ ਸਿਆਸਤ ਬਾਰੇ ਤੇ ਅੱਜ ਦੇ ਹਾਲਾਤਾਂ ਬਾਰੇ ਵੀ ਨਾਲ ਦੀ ਨਾਲ ਗੱਲਾਂ ਕਰਦੇ ਜਾਈਏ। ਵੀਰ ਜੀ ਰਣਜੀਤ ਗਿੱਲ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਅਸੀਂ ਫਿਰ ਤੁਹਾਨੂੰ ਕਦੇ ਨਾ ਕਦੇ ਤੁਹਾਡੇ ਨਾਲ ਹੋਰ ਵਿਚਾਰ ਸਾਂਝੇ ਕਰਨ ਲਈ, ਹੋਰ ਤੁਹਾਨੂੰ ਕਦੇ ਪਲੇਟਫਾਰਮ ਤੇ ਆਉਣ ਦਾ ਸੱਦਾ ਦੇਵਾਂਗੇ। ਮੇਰੇ ਆਰਟੀਕਲਸ ਪੜ੍ਹਿਆ ਕਰੋ ਨੌਜਵਾਨੀ ਤੇ। ਹਾਂਜੀ, ਮੈਂ ਉਹਨਾਂ ਚੋਂ 4-5 ਨੌਜਵਾਨੀ.com ਤੇ ਨੇ, ਸੋ ਸਾਰੇ ਆਡੀਅੰਸਸ ਨੂੰ ਦੱਸ ਦਈਏ ਕਿ ਫੇਸਬੁੱਕ ਚਰਚਾ ਨੇ YouTube ਵਾਲੇ ਨੂੰ ਸਬਸਕ੍ਰਾਈਬ ਕਰੋ, ਤਾਂ ਕਿ ਅਸੀਂ ਤੁਹਾਨੂੰ ਹਰ ਇੱਕ ਪ੍ਰੋਗਰਾਮ ਦੇ ਜਿਸ ਦਿਨ ਦੇ ਵੀ ਕੋਈ ਸਾਡੇ ਕੋਲ ਉੱਘੀਆਂ ਸ਼ਖਸੀਅਤਾਂ ਹਮੇਸ਼ਾ ਆਉਂਦੀਆਂ ਨੇ, ਤਾਂ ਅਸੀਂ ਤੁਹਾਡੇ ਨਾਲ ਹਮੇਸ਼ਾ ਵਿਚਾਰ ਸਾਂਝੇ ਕਰਦੇ ਰਹੀਏ, ਤੇ ਤਾਂ ਕਿ ਤੁਸੀਂ ਸਾਨੂੰ ਅੱਗੇ ਨੂੰ ਉਸ ਨੂੰ ਸੁਚੱਜਾ ਬਣਾਉਣ ਲਈ ਤੇ ਉਸ ਪਹਿਲੇ ਪ੍ਰੋਗਰਾਮਾਂ ਤੇ ਕਮੈਂਟਸ ਦੇਣ ਵਾਸਤੇ ਤੁਸੀਂ ਤੁਹਾਡੀ ਜਿਹੜੀ ਸਾਡੇ ਨਾਲ ਇੰਟਰੈਕਸ਼ਨ ਉਹ ਬਹੁਤ ਜ਼ਰੂਰੀ ਹੈ, ਰਿਸਪੌਂਸ ਜ਼ਰੂਰੀ ਨੇ। ਸਾਡਾ ਫੇਸਬੁੱਕ ਚਰਚਾ ਪ੍ਰੋਗਰਾਮ ਸ਼ੇਅਰ ਕਰਦੇ ਰਿਹਾ ਕਰੋ, ਉਸ ਚੈਨਲ ਨੂੰ YouTube ਨੂੰ ਸਬਸਕ੍ਰਾਈਬ ਕਰੋ ਜੀ, ਤੇ ਅੱਗੇ ਸਾਨੂੰ ਹੌਸਲਾ ਅਫਜ਼ਾਈ ਦਿਓ ਤੇ ਸਾਨੂੰ ਸੁਜੈਸ਼ਨ ਦਿਓ ਕਿ ਆਪਾਂ ਸਾਰੇ ਰਲ ਕੇ ਇਸ ਮੁਹਿੰਮ ਨੂੰ ਇਹਨੂੰ ਸਹੀ ਦਿਸ਼ਾ ਵਿੱਚ ਕਿੱਦਾਂ ਲੈ ਕੇ ਜਾਈਏ। ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ। ਗੁਰਮੈਕ, ਲਾਸਟ ਕੁਛ ਤੁਹਾਡੇ ਵੱਲੋਂ ਲਫ਼ਜ਼? ਨਹੀਂ ਜੀ, ਬਸ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਬਹੁਤ-ਬਹੁਤ ਧੰਨਵਾਦ, ਐਂਡ ਜਿਹੜੇ ਸਾਡੇ ਨਾਲ ਅੱਜ ਜੁੜੇ ਨੇ ਸਾਡੇ ਵਿਊਅਰਸ, ਉਹਨਾਂ ਦਾ ਵੀ ਬਹੁਤ-ਬਹੁਤ ਥੈਂਕ ਯੂ। ਪਲੀਜ਼ ਡੂ ਸਬਸਕ੍ਰਾਈਬ ਟੂ ਦ ਚੈਨਲ, ਐਂਡ ਫੇਸਬੁੱਕ ਨੂੰ ਵੀ ਫੋਲੋ ਕਰੋ। ਫੇਸਬੁੱਕ ਪੇਜ ਵੀ ਆਈ ਥਿੰਕ ਗਰੁੱਪ ਵੀ ਹੈ, ਉਹਨਾਂ ਨੂੰ ਪਲੀਜ਼ ਫੋਲੋ ਕਰੋ, ਉਹਨੂੰ ਜੁਆਇਨ ਕਰੋ। ਐਂਡ ਅਗਲੀ ਵਾਰੀ ਲਈ ਮੈਂ ਕਹਿੰਦੀ ਹਾਂ ਕਿ ਮੈਂ ਮਨਮੋਹਨ ਭਾਜੀ ਨੂੰ ਤਾਂ ਨਹੀਂ ਮਾਈਕ ਲੈਣ ਦੇਣਾ ਹੈਗਾ, ਸੋ ਇਸ ਲਈ ਜ਼ਰੂਰ ਜੁਆਇਨ ਕਰੋ ਨੈਕਸਟ ਟਾਈਮ, ਨੈਕਸਟ ਐਪੀਸੋਡ ਲਈ। ਥੈਂਕ ਯੂ ਸੋ ਮਚ। ਥੈਂਕ ਯੂ ਭਾਜੀ। ਹਾਂ, ਥੈਂਕ ਯੂ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।